है और इस मौके के उत्ते मैं स्वागत करना चाहना गुरदीप जी का। गुरदीप जी वेरी वार्म वेलकम सर, की हाल है जी? ठीक है जी, बिल्कुल ठीक है सर, थैंक यू वेरी मच। मेरे वालों ਤੁਹਾਨੂੰ ਤੇ ਸਾਰੇ ਲਿਸਨਰ ਨੂੰ ਵੈਰੀ ਗੁੱਡ ਆਫਟਰਨੂਨ ਤੇ ਸਾਰਿਆਂ ਦਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ। गुड आफ्टरनून जी, थैंक यू सो मच। अमन जी ਤੁਹਾਡਾ ਕੀ ਹਾਲ है? सब ठीक है जी? जी बिल्कुल ठीक ठाक यदवीर जी, थैंक यू सो मच। वेलकम। और पंकज जी वेरी वार्म वेलकम सर, की हाल है जी? ठीक है जी, बहुत वधिया यदवीर जी ते मेरी तरफों सब लोग गुड आफ्टरनून जी। गुड आफ्टरनून सर, गुड आफ्टरनून। और नाल ही स्वागत करते हैं पीके जी का। पीके जी वार्म वेलकम सर, की हाल है जी? ठीक है, थैंक यू सर, गुड आफ्टरनून सर एंड गुड आफ्टरनून टू ऑल आवर लिसनर्स जी। यदवीर जी गुड आफ्टरनून सर। और राम सिंह जी ਤੁਸੀਂ ਕਾਲ ਕਰ ਸਕਦੇ ਹੈਗੇ ਹੋ ਦੁਬਾਰਾ ਤੋਂ, ਕਿਉਂਕਿ ਅਸੀਂ ਜਿਨ੍ਹਾਂ ਨੂੰ 10 ਤੋਂ 12 ਨਹੀਂ ਮੌਕਾ ਪੂਰਾ ਮਿਲ ਸਕਿਆ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ 12 ਵਜੇ, ਤੁਹਾਨੂੰ ਪਤਾ ਹੈ ਕਿ ਠੀਕ 12 ਵਜੇ ਦਾ ਹੀ ਸਾਡਾ ਸਾਊਥ ਏਸ਼ੀਅਨ ਪਲਸ ਸੁਪਰ ਪ੍ਰਾਈਮ ਟਾਈਮ ਸ਼ੋਅ ਸ਼ੁਰੂ ਹੋ ਜਾਂਦਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਵਾਰੀ-ਵਾਰੀ ਜਿਹੜਾ ਮੌਕਾ ਜ਼ਰੂਰ ਦਿੱਤਾ ਜਾਏ। ਨਸੀਬ ਸੰਧੂ ਸਾਹਿਬ ਤੁਹਾਨੂੰ ਵੀ ਮੌਕਾ ਦੇ ਰਹੇ ਆ। ਨਸੀਬ ਸੰਧੂ ਸਾਹਿਬ ਤੁਸੀਂ ਵੀ ਗੱਲ ਕਰਨੀ ਹੈ ਔਰ ਮੈਂ ਇੱਥੇ ਦੱਸ ਦਵਾਂ ਕਿ ਮੈਂ ਨਸੀਬ ਸੰਧੂ ਸਾਹਿਬ ਤੋਂ ਬਾਅਦ ਫਿਰ ਹਿਮਾਂਸ਼ੂ ਜੀ ਆਪਕੀ ਕਾਲ ਵੀ ਹੈ। ਹਿਮਾਂਸ਼ੂ ਜੀ ਤੁਹਾਨੂੰ ਵੀ ਗੱਲ ਕਰਾਂਗੇ, ਬਾਕੀ ਸਭ ਨਾਲ ਵੀ ਗੱਲ ਕਰਾਂਗੇ, ਲੇਕਿਨ ਪਹਿਲਾਂ ਰਾਮ ਸਿੰਘ ਜੀ ਦੀ ਗੱਲ ਅਸੀਂ ਮੁਕੰਮਲ ਕਰ ਲਈਏ ਕਿਉਂਕਿ 10 ਤੋਂ 12 ਦੇ ਵਿੱਚ ਸਾਡੇ ਕੋਲ ਟਾਈਮ ਖਤਮ ਸੀ। ਹੁਣ ਇੱਥੇ ਅਸੀਂ ਆਰਾਮ ਦੇ ਨਾਲ ਸਾਰੀ ਗੱਲਬਾਤ ਕਰ ਸਕਦੇ ਹਾਂ ਜੀ। ਰਾਮ ਸਿੰਘ ਜੀ ਪਹਿਲਾਂ ਤੁਸੀਂ ਆਪਣੀ ਗੱਲ ਕਰ ਲਓ ਜੀ, ਬੜੇ ਤੁਹਾਡੇ ਇੰਟਰਸਟਿੰਗ ਸਵਾਲ ਨੇ, ਗੋ ਹੈਡ ਸਰ। ਹਾਂਜੀ ਪਹਿਲਾਂ ਤਾਂ ਤੁਸੀਂ ਜਿੰਨੇ ਵੀ ਨਾਂ ਗਣਾਏ ਤੇ ਸੌਰੀ, ਮੈਨੂੰ ਹੁਣ ਇੱਕਦਮ ਚੇਤਾ ਨਹੀਂ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬਾਦ ਨਮਸਤੇ। ਤੇ ਹਾਂਜੀ, ਗੱਲ ਆਪਣੀ ਇਹ ਚੱਲਦੀ ਸੀਗੀ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੀ ਸਰਕਾਰ ਹੁੰਦੀ ਆ ਤੇ ਆਪਾਂ ਨੂੰ ਜਿੱਥੇ ਵੀ ਕੰਮ ਹੁਣ ਚੱਲਣ ਡਿਆ ਜਿਸ ਲੈਵਲ ਤੇ ਤੁਸੀਂ ਜਿੱਦਾਂ ਮਰਜ਼ੀ ਕੈਲਕੂਲੇਸ਼ਨ ਆ, ਹੁਣ ਜਿੱਦਾਂ ਸੱਭਰਵਾਲ ਸਾਹਿਬ ਨੇ ਦੱਸਿਆ ਕਿ ਕਿਤੇ ਵੀ ਕੋਈ ਵੀ ਮੈਚਿੰਗ ਹੋ ਹੀ ਨਹੀਂ ਰਹੀ, ਭਾਵੇਂ ਕਿੰਨਾ ਕੈਲਕੂਲੇਸ਼ਨ ਅਸੀਂ ਕਰੀ ਜਾਈਏ। ਇਸ ਵੇਲੇ ਸਾਨੂੰ ਵੀ ਪਤਾ ਕਿ ਸਾਡੇ ਨਿੱਕੇ ਨਿੱਕੇ ਪ੍ਰਾਪਰਟੀ ਲਈ ਇਸ ਵੇਲੇ $400-500 ਅਸੀਂ ਐਵਰੀ ਮੰਥ ਕੋਲੋਂ ਪਾ ਕੇ ਉਹਨੂੰ ਅਫੋਰਡ ਕਰ ਰਹੇ ਹਾਂ ਤੇ ਇੰਟਰਸਟ ਦੀ ਵਜ੍ਹਾ ਕਰਕੇ। ਤੇ ਬਟ ਸਟਿਲ ਇਜ਼ ਗੋਇੰਗ ਪੇ ਇੱਕ ਪਰਸਨ ਕੋਲ ਹੀ ਇੱਕ ਪ੍ਰਾਪਰਟੀ ਹੈਗੀ ਆ, ਰਾਈਟ। ਤੇ ਜਿਹੜੀ ਹੁਣ ਇੱਦਾਂ ਹੁਣ ਜਦੋਂ ਬਿਜ਼ਨਸ ਦੇ ਵਿੱਚ ਜਾਂਦੇ ਆ, ਅਸੀਂ ਜਦੋਂ ਬਿਜ਼ਨਸ ਦੀ ਕੈਲਕੂਲੇਸ਼ਨ ਕਰਦੇ ਆ, ਉਹ ਜਿਸ ਹਿਸਾਬ ਨਾਲ ਹੁਣ ਪਾਰਟਸ ਮਹਿੰਗੇ ਹੋਈ ਜਾਂਦੇ, ਹੁਣ ਅਸੀਂ ਕੰਪਲੇਨ ਕਰਦੇ ਆ ਜੀ ਸਾਡੇ ਟਰੱਕ ਮਹਿੰਗੇ ਹੋਈ ਜਾਂਦੇ ਆ, ਉਹਨਾਂ ਦੀ ਰਿਪੇਅਰ ਮਹਿੰਗੀ ਹੋਈ ਜਾਂਦੀ ਆ। ਉਹ ਸਾਰਾ ਐਂਡ ਆ ਤੇ ਜਿੱਥੇ ਹੁਣ ਪ੍ਰਾਪਰਟੀ ਤੇ ਤੁਸੀਂ ਲੈ ਕੇ ਰਿਪੇਅਰ ਕਰਨੀ ਆ ਉਹ ਇੰਨੀਆਂ ਮਹਿੰਗੀਆਂ ਤੇ ਉਹ ਕਿਸੇ ਦੇ ਕੈਲਕੂਲੇਸ਼ਨ ਤੋਂ ਸਾਰੀ ਬਾਹਰ ਹੀ ਆਲਮੋਸਟ ਹੋਈਆਂ ਹੈਗੀਆਂ ਜਿੱਦਾਂ ਨਾ। ਤਾਂ ਇਹ ਕਿਉਂਕਿ ਮੋਸਟਲੀ ਹੁਣ ਆਪਾਂ ਇਨਵੈਸਟਮੈਂਟ ਕਰੀ ਜਾਂਦੇ ਹਾਂ, ਜਿਹਦੇ ਕੋਲ ਗਾਹਾਂ ਵੀ ਅਸੀਂ ਇਹੀ ਹਲੇ ਦੇਖਦੇ ਪਏ ਆ ਵੀ ਕਿਹੜਾ ਬੰਦਾ ਕੋਈ ਫਸਦਾ ਤੇ ਅਸੀਂ ਉਹਦੀ ਪ੍ਰਾਪਰਟੀ ਨੂੰ ਗ੍ਰੈਬ ਕਰ ਲਈਏ। ਤੇ ਜਿਹੜੇ ਲਾਈਕ ਥਿੰਕਿੰਗ ਹੀ ਸਾਰੀ ਆਪਣੀ ਮੈਨੂੰ ਤਾਂ ਲੱਗਦਾ ਵੀ ਦੂਜੇ ਪਾਸੇ ਨੂੰ ਹੋਈ ਉਹ ਤੇ ਆਪਾਂ ਇਨਸਾਨੀਅਤ ਤੋਂ ਤਾਂ ਦੂਰ ਹੀ ਲੱਗਦੇ ਹਾਂ। ਥੈਂਕ ਯੂ ਜੀ। ਸਰ ਰਾਮ ਸਿੰਘ ਜੀ, ਮੈਂ ਜੀ ਗੱਲ ਤੁਹਾਨੂੰ ਪੁੱਛ ਰਿਹਾ, ਤੁਹਾਡੇ ਵਿਚਾਰ ਬਹੁਤ ਚੰਗੇ ਨੇ। ਅਗਰ ਤੁਹਾਨੂੰ ਕੋਈ ਬੰਦਾ ਕਹਿੰਦਾ ਜੀ ਮੇਰੀ ਪ੍ਰਾਪਰਟੀ ਤੁਸੀਂ 5 ਲੱਖ ਦੀ ਲੈ ਲਓ ਤੇ ਤੁਸੀਂ ਕਿਆ ਉਹਨੂੰ 7 ਲੱਖ ਦੇ ਦਿਓਗੇ? ਨਹੀਂ ਮੈਂ ਤਾਂ ਤੁਹਾਨੂੰ 7 ਲੱਖ ਹੀ ਦਿਆਂਗਾ। ਇਟ ਇਜ਼ ਨਾਟ ਏ ਗ੍ਰੈਬ ਸਰ, ਇਟ ਇਜ਼ ਏ ਡਿਮਾਂਡ ਐਂਡ ਸਪਲਾਈ। अगर एक बंदे ने गलत परचेज की हुई है और वो फंस गए, अपनी हालात खराब हो गए, कुछ हो गया, उन्हें बेचना चाहता है, आई डोंट थिंक आई विल फाइंड एनीबडी हु विल से कि भाई तू 5 ਲੱਖ ਰਹਿਣ ਦੇ, ਤੂੰ 7 ਲੱਖ ਲੈ ਲੈ। ਹਾਂਜੀ, ਉਹ ਉੱਥੇ ਫਿਰ ਜਦੋਂ ਆਉਂਦੀ ਹੈ ਨਾ ਤੇ ਆਪਾਂ ਕਹਿੰਦੇ ਆ ਵੀ ਸਾਨੂੰ ਗਵਰਨਮੈਂਟਾਂ ਫਿਰ ਇਦਾਂ ਦੀ ਚੀਜ਼ ਕਰਨੀ ਚਾਹੀਦੀਆਂ ਤੇ ਕੁਛ ਨਾ ਕੁਛ ਕਾਨੂੰਨ ਲਾਗੂ ਕਰਨੇ ਪੈਂਦੇ ਆ ਵੀ ਲੈ ਵੀ ਇੱਕ ਬੰਦਾ ਇੱਕ ਪ੍ਰਾਪਰਟੀ ਰੱਖ ਸਕਦਾ, ਦੂਜੀ ਉਹਦੀ ਫਿਰ ਕਹ ਲਓ ਵੀ ਉਹ ਜਾਂ ਤਾਂ ਵੇਚੇ ਜਾਂ ਵੇਚ ਕੇ ਤਾਂ ਹੋਰ ਲਵੇ। ਤੇ ਜੀ ਬਿਲਕੁਲ ਮੈਂ ਜਵਾਬ ਦੇਵਾਂਗਾ ਸਰ, ਬਿਲਕੁਲ ਠੀਕ ਹੈ ਸਰ। ਰਾਮ ਸਿੰਘ ਨਾਲ ਗੱਲ ਕਰਨੇ ਆ, ਬਿਲਕੁਲ ਇੱਥੇ ਰੂਲ ਹੈਗਾ ਇੱਕੋ ਬੰਦਾ ਇੱਕੋ ਪ੍ਰਾਪਰਟੀ ਲੈ ਸਕਦਾ ਸਰ, ਇੱਥੇ ਤਾਂ ਹੈ ਹੀ। ਬਾਕੀ ਉੱਤੇ ਕੈਪੀਟਲ ਗੇਨ ਹੈਗਾ, ਇੱਕ ਪ੍ਰਾਪਰਟੀ ਤੁਹਾਡਾ ਪ੍ਰਿੰਸੀਪਲ ਪ੍ਰਾਪਰਟੀ ਹੈਗੀ ਐਂਡ ਨੋਬਡੀ ਕੈਨ ਸਟਾਪ ਐਨੀਬਡੀ ਫਰਮ ਬਾਇੰਗ ਮੋਰ ਹੋਮਸ, ਬਟ ਦੇयर इज अ कैपिटल गेन ऑन टॉप ऑफ इट, यू हैव टू फाइल रिटर्न एंड एवरीथिंग। ਤੇ ਇਸ ਕਰਕੇ ਇਹ ਤੇ ਹੈ ਹੀ ਨਹੀਂ ਕਿ ਉਹ ਤੇ ਨਹੀਂ ਦੇ ਰਿਹਾ। ਮੈਂ ਤਾਂ ਕਿ ਸਪੋਜ਼ ਕਰੋ ਮੈਂ ਕੋਈ ਪ੍ਰਾਪਰਟੀ ਮੰਨ ਲਈ 4 ਲੱਖ ਦੀ ਲਿੱਤੀ ਸੀ ਔਰ ਮੈਂ ਮਿਲੀਅਨ ਦੀ ਵੇਚ ਰਿਹਾ ਤੇ ਸਰ ਉਹਦੇ ਉੱਤੇ ਜਿਹੜਾ 6 ਲੱਖ ਦੇ ਉੱਤੇ ਮੈਨੂੰ ਜਿਹੜਾ ਹੈਗਾ ਲਗਭਗ $1.5 ਲੱਖ ਟੈਕਸ ਦੇਣਾ ਪੈਂਦਾ ਹੈਗਾ ਤੇ ਉਹ ਟੈਕਸ ਇਸੇ ਕਰਕੇ ਦੇਣਾ ਪੈਂਦਾ, ਡਿਸਕਰੇਜ ਕਹਿ ਲਓ, ਜੋ ਮਰਜ਼ੀ ਕਹਿ ਲਓ ਸਰ। ਇਹ ਪਹਿਲੀ ਵਾਰ ਰਾਮ ਸਿੰਘ ਜੀ ਹੋ ਰਿਹਾ, ਯੂਪੀ ਜੀ ਤੁਹਾਨੂੰ ਵੀ ਦੱਸਾਂ, ਪਹਿਲੀ ਵਾਰ ਮੇਰੇ ਨਾਲ ਵੀ ਹੋ ਰਿਹਾ ਕਈ ਸਾਲਾਂ ਬਾਅਦ ਕਿ ਮੈਨੂੰ ਆਪਣੀ ਕਮਰਸ਼ੀਅਲ ਪ੍ਰਾਪਰਟੀ ਜਿਹੜੇ ਮੈਂ ਰੈਂਟ ਟੈਨੈਂਟ ਨੇ ਮੈਨੂੰ ਤਾਲਾ ਲਗਾਉਣਾ ਪੈ ਰਿਹਾ। ਰਾਮ ਸਿੰਘ ਜੀ ਨੇ ਬਹੁਤ ਚੰਗਾ ਕਿਹਾ कि विचकार आवाज आई थिंक कोई डिफरेंट आ रही है, किधरों कोई वगैरह आ रही है। हो गया, मैंने थोड़ी सी गल कर लेंगे। हाँ जी, हाँ जी, करो जी, करो। लाइन नहीं कट रहे तो फोन बस म्यूट कर लो। म्यूट कर लो, मैं अपनी गल कंप्लीट करना, कह देना, ठीक है ना जी। युद्धवीर जी पहली बार ऐसा होया कई सालों के बाद कि मैनू एक अपने रेंटल यूनिट किसी कमर्शियल के उत्ते ताला लगाना पिया, लगा नोटिस भेज के लॉक करना पिया। 15 दिन का असं कमर्शियल के अंदर नोटिस देकर लॉक लगा सकते हैं, लेकिन वो तंग कर रहा है। और एक और कोई बच्चे वगैरह ने सारे
उन्होंने भी एक लेटर जरा गया, लेकिन वो प्रॉब्लम सॉल्व हो जाएगी कुछ सालों के बाद। कि इस वक्त कमर्शियल्स वाले राम सिंह जी ने बिल्कुल ठीक किया, कमर्शियल्स वाले अपना लॉसेज जा रहे हैं, पूरे पैसे अपने नहीं कर पा रहे, दे आर फेसिंग ट्रबल। जी राम सिंह जी ਤੁਸੀਂ ਕੁਝ ਕਹਿ ਰਹੇ ਸੀਗੇ? ਹਾਂਜੀ ਰਾਮ ਸਿੰਘ ਜੀ ਤੁਸੀਂ ਆਪਣੀ ਗੱਲ ਕਰੋ। ਹਾਂਜੀ ਹਾਂਜੀ ਹੁਣ ਮੈਂ ਅਨਮਿਊਟ ਕਰ ਲਿਆ ਫੋਨ। ਤੇ ਹਾਂਜੀ ਕਿਉਂਕਿ ਮੈਂ ਤੇ ਸਾਨੂੰ 10-12 ਸਾਲ ਹੋ ਗਏ ਕਿਉਂਕਿ ਪੋਲੀਟਿਕਸ ਦੇ ਵਿੱਚ ਇੱਥੇ ਕੈਨੇਡੀਅਨ ਪੋਲੀਟਿਕਸ ਤੇ ਇਨਵੋਲਵ ਹੁੰਦਿਆਂ ਨੂੰ, ਤੇ ਕਿਉਂਕਿ ਸਾਡੇ ਮਨ 'ਚ ਇਹੀ ਹੁੰਦਾ ਸੀਗਾ ਤੇ ਅਸੀਂ ਸਾਰੇ ਐਮਪੀ ਨੂੰ ਸਾਰਿਆਂ ਨੂੰ ਬਲੇਮ ਕਰਦੇ ਸੀ ਤੇ ਕੀ ਚੱਕਰ ਹੈ ਵੀ ਕੰਮ ਹੁੰਦੇ ਕਾਹਤੇ ਨਹੀਂ। ਤੇ ਫਿਰ ਅਸੀਂ ਮੂਹਰੇ ਹੋ ਕੇ ਆਪ ਕੀਤਾ। ਸਾਡੇ ਇਸ ਵੇਲੇ ਟਰੱਕਿੰਗ ਦੇ ਵਿੱਚ ਚੱਲਦੀ ਜਦੋਂ ਵੀ ਇੱਥੇ ਕੰਪੀਟੀਸ਼ਨ ਦੀ ਡਿਮਾਂਡ ਇੰਨੀ ਆ, ਟਰੱਕ ਇੰਨੇ ਹੋ ਗਏ ਆ, ਰੇਟ ਨਹੀਂ ਵਾਧੂ ਹੋ ਸਕਦਾ। ਤੇ 2007 ਦੇ ਵਿੱਚ ਵੀ ਤੇ 2014 ਦੇ ਵਿੱਚ ਵੀ ਅਸੀਂ ਰੇਟ ਵੀ ਲਏ ਤੇ ਟਾਈਮ ਵੀ ਠੀਕ ਹੋਇਆ ਤੇ ਉਹ ਸਾਰਾ ਕੁਝ ਹੀ ਹੋ ਜਾਂਦਾ। ਤੇ ਥੋੜਾ ਜਿਹਾ ਸਿਸਟਮ ਨੂੰ ਠੀਕ ਕਰਨਾ ਪੈਂਦਾ ਤੇ ਨਾਲ ਲੋਕਾਂ ਨੂੰ ਵੀ ਥੋੜਾ ਸਾਥ ਦੇਣਾ ਪੈਂਦਾ, ਫੇਰ ਹੀ ਗੱਲ ਬਣਦੀ ਆ। ਥੈਂਕ ਯੂ ਜੀ। ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ हिमांशु जी ਤੁਸੀਂ ਆਉਂਦੇ ਰਹੋ। हिमांशु जी को है। हाँ जी सर जी, आपको मोंगा जी को और पीके साहब को नमस्कार। नमस्कार सर। हाँ जी सर जी, मैं मतलब ऑलमोस्ट काफी टाइम से ये बात सुन रहे हैं अफोर्डेबिलिटी की, घर नहीं मिल रहे, गवर्नमेंट की पॉलिसियां। मैंने थोड़ा कंपैरिजन इंडिया के साथ करना है, चाहे वो अभी जो मोदी साहब ने ये नई स्कीम लेके जो गरीबों को घर देना है, वो ऐसा कौन सा स्कीम है, वो कैसे दे रहे हैं वो लोगों को फ्री घर या कम पैसे में घर? ऐसे कोई पॉलिसी यहाँ पे बन सकती है? अगर नहीं बन सकती तो क्यों नहीं बन सकती? बनती है जी, बन रही है, लोगों को मिले भी है, पर इतने कम है डिमांड के हिसाब से कि वो एक दिखावा ही मैं तो कहूँगा। सिंपल सी बात है। मैं तो यहाँ पर एक बात कहनी चाहूंगा, इतना कुछ कहने के बावजूद, लेकिन हमारा भी कुछ हक बनता है, हम भी कुछ क्रिएटिव बने, थोड़ा सा हम भी कुछ क्रिएटिव बने। सिर्फ जैसे कहते हैं ना, मक्खी पे मक्खी ना मारे, जैसे कहते हैं चलो पेरेंट्स के साथ थोड़ा ज्यादा लाके जरा उसको सेव कर लो, अपनी इनकम में से थोड़ा सेव कर लो, फ्रेंड के साथ मिलकर कोई घर ले लो, बहुत छोटे छोटे क्रिएटिव आइडियाज हो जाते हैं। लेकिन हम अगर हम करना चाहें तो ये मैं अभी अपनी कमी बता रहा हूँ सर। मैं पहले तो सरकार की बता रहा था ना, फिर मैं अपनी कमी बताता हूँ। मेरे पास कुछ ऐसे भी आते हैं बैठ के जो कम्प्रोमाइज करने को तैयार ही नहीं है। 14 साल से बैठे हुए, 14 साल से रेंट में बैठे हुए और 2 बेडरूम में बैठे हुए, और अब जब लेने की बात आती है तो जिसे कहते हैं किसी बात से कम्प्रोमाइज करने को तैयार ही नहीं है। वो कहते हैं नहीं जी उसमें लॉन, मेरी तो जिंदगी बीत गई 14 साल नीचे रह के, अब तो मुझे लॉन चाहिए। मेरी तो जिंदगी बीत गई 14 साल ऐसे करते करते, अभी तो मुझे ऐसा किचन चाहिए। तो मैंने कहा कि ऐसे करो बहन जी, अगले 14 साल फिर और किराए में बैठे रहो। मतलब थोड़ा सा क्रिएटिव हमें भी होना पड़ेगा। मिल के ले लो, ज्वाइंट में ले लो, फैमिली से ले लो। अगर फैमिली की अगर पेरेंट्स अगर हेल्प कर सकते हैं थोड़ी सी बच्चों के लिए इक्विटी में से, वो थोड़ी हेल्प करके ले लो। ये सब कुछ है, ये सब कुछ हो सकता है, लेकिन समझ नहीं आ रही। मुझे तो लग रहा है कि अब तो घर लेने के बजाय एक कमरा लेना भी मुश्किल हो रहा है। हाँ जी, वो एक कमरा लेना भी। हाँ जी सर जी, सॉरी टू बॉदर लाइक इंटरव्यू, बट मैं एक सर्वे की बात कर रहा हूँ जो लास्ट वीक आया है, जिसमें सर्वे ये हुआ है कि आज एक एवरेज 25 साल के ह्यूमन बीइंग को अगर घर लेना है कनाडा में, तो उसको सिर्फ आज की कीमत के डाउन पेमेंट के लिए 30 साल तक काम करना पड़ेगा, तब जाके ये पैसा सेव कर सकेगा। हाँ, ये तो साल हो चुके हैं बात, बिल्कुल ठीक कह रहे हैं आप। वो तो सेव करने की बात अलग हो रही है ना सर। लेकिन मैं यहाँ बताऊँ आपको, एक यहाँ पर जो इनके जो स्पेंडिंग ट्रेंड है ना, उसको देखते हुए आपका स्टैट्स आया था स्पेंडिंग ट्रेंड। हम स्पेंडिंग ट्रेंड को चेंज कर सकते हैं, क्यों नहीं कर सकते? हम 4 पैंट या 3 पैंट रख सकते हैं, 2 जूतों की जगह 1 पहन सकते हैं, हम कॉफी कम कर सकते हैं। अच्छा, आप युद्धू जी बोलोगे कि मेरा मूड इतना खराब क्यों है? लास्ट वीक जो शो किया था हमने 17 तारीख को, वो हमारा नेशनल रियल एस्टेट डे था। वो 17 तारीख को मनाया जाता है, 2016 से शुरू हुआ था। और वो नेशनल रियल एस्टेट डे सेलिब्रेट, देयर इज नथिंग टू सेलिब्रेट यार। क्या सेलिब्रेट करेंगे नेशनल रियल एस्टेट डे के अंदर? कि जब एक आदमी का एक जो होम ओनरशिप की ड्रीम जो है वो लाइफ स्पोर्ट में चल रही है, और मैं कहूँ जी मैं सेलिब्रेट कर रहा हूँ। कुछ एक्शन शुरू हो, ये सारा डे ही खत्म कर देना चाहिए मेरे हिसाब से तो। थैंक यू सर। थैंक यू जी, थैंक यू। हाँ जी, नसीब संधू साहब ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ ਯੋਧਵੀਰ ਜੀ, ਤੁਹਾਨੂੰ ਔਰ ਪੀਕੇ ਸੋਭਰਵਾਲ ਸਾਹਿਬ ਨੂੰ, ਮੰਤਰੀ ਮੁੱਖਾ ਸਾਹਿਬ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਯੋਧਵੀਰ ਜੀ, ਜਿਵੇਂ ਪਹਿਲਾਂ ਗੱਲ ਕਰ ਹੀ ਰਹੇ ਸੀ, ਪੀਕੇ ਸੋਭਰਵਾਲ ਇਹਨਾਂ ਪ੍ਰੋਗਰਾਮ ਸੁਣਦਾ ਹੀ ਰਹਿਣਾ ਮੈਂ, ਵੀ ਦੇਖੋ ਹੁਣ ਇਸ ਸਰਕਾਰ ਦਾ ਇੱਥੋਂ ਦੀ ਦਾ ਕੋਈ ਫਰਜ਼ ਨਹੀਂ ਬਣਦਾ। ਇੱਥੇ ਬੱਚੇ ਬੇਸਮੈਂਟਾਂ ਨਹੀਂ ਮਿਲਦੀਆਂ, ਰੈਂਟ ਦੀ ਤਾਂ ਗੱਲ ਛੱਡੋ, ਤੁਸੀਂ ਬੇਸਮੈਂਟਾਂ ਨਹੀਂ ਮਿਲਦੀਆਂ ਰਹਿਣ ਵਾਸਤੇ। ਯੋਧਵੀਰ ਜੀ, ਮੈਂ ਇੱਥੇ ਸੀਨੀਅਰਸ ਕਲੱਬ ਦਾ ਪ੍ਰੈਜ਼ੀਡੈਂਟ ਹਾਂ, ਇੱਥੇ ਜਾ ਕੇ ਅਸੀਂ ਬਹਿੰਦੇ ਪਾਰਟੀ 'ਚ ਬਹਿੰਦੇ ਹਾਂ। ਬੱਚਿਆਂ ਨੂੰ ਜਦੋਂ ਕੰਮ ਨਹੀਂ ਮਿਲਦਾ, ਬੇਸਮੈਂਟਾਂ ਨਹੀਂ ਮਿਲਦੀਆਂ, ਉਹ ਕਈ ਵਾਰੀ ਸਾਡੇ ਕੋਲ ਆਣ ਕੇ ਬਹਿ ਜਾਂਦੇ ਆ, ਅੰਕਲ ਜੀ ਸਾਡੀ ਕੋਈ ਮਦਦ ਕਰੋ। ਜਿਵੇਂ ਪੀਕੇ ਸੋਭਰਵਾਲ ਸਾਹਿਬ ਬੋਲਦੇ ਆ, ਸਾਨੂੰ ਵੀ ਬਹੁਤ ਤਰਸ ਹੁੰਦਾ। ਯੋਧਵੀਰ ਜੀ, ਕੀ ਹੋ ਗਿਆ ਹੈ? ਸਾਡੇ ਜਿਹੜੇ ਚੁਣੇ ਹੋਏ ਆ
ਜਦੋਂ ਤੁਸੀਂ ਧੜ ਮੰਗਾ ਰਹੇ ਹੋ ਫਿਰ ਇਹਨਾਂ ਨੇ ਰਹਿਣ ਵਾਸਤੇ ਵੀ ਜਾਂਦਾ ਕੋਈ ਇੰਤਜ਼ਾਮ ਕਰੋ, ਇਹਨਾਂ ਨੂੰ ਕੋਈ ਰਹਿਣ ਵਾਸਤੇ ਕੋਈ ਸਿਰ ਵੀ ਜਗ੍ਹਾ ਵੀ ਕੋਈ ਦਿਓ, ਕੰਮ ਵੀ ਦਿਓ। ਜਦੋਂ ਵੀ ਜੀ ਕੰਮਾਂ ਦਾ ਇੱਥੇ ਹੁਣ ਬੁਰਾ ਹਾਲ, ਰੈਂਟ ਤੇ ਤੁਸੀਂ ਰੈਂਟ ਤਾਂ ਛੱਡੋ ਜਿਹੜਾ ਕੁਛ, ਜਦੋਂ ਬੇਸਮੈਂਟਾਂ ਨਹੀਂ ਮਿਲ ਰਹੀਆਂ, ਇਹਨਾਂ ਨੂੰ ਰਹਿਣ ਵਾਸਤੇ ਕਿਤੇ ਥਾਂ ਨਹੀਂ ਮਿਲ ਰਿਹਾ, ਦੱਸੋ ਜਦੋਂ ਜੀ ਕੀ ਕਰਨਗੇ ਇਹ, ਕੀ ਸਾਡੇ ਇਸ ਕੈਨੇਡਾ ਦੇ ਵਿੱਚ ਕੀ ਕੁਛ ਹੋਈ ਜਾ ਰਿਹਾ। ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਇਹਨਾਂ ਕੋਲ ਗੱਲ ਵੀ ਕਰੀਦੀ ਹੈ, ਕੋਈ ਨਹੀਂ ਅਸੀਂ ਕਰਦੇ ਹਾਂ ਗੱਲ, ਦੱਸੋ ਕੀ ਕੀਤਾ ਜਾਵੇ, ਦੱਸੋ ਜਦੋਂ ਵੀ ਕੀ ਕੀਤਾ ਜਾਵੇ। ਸਰ ਜੀ ਮੇਰੇ ਕੋਲ ਮੈਸੇਜ ਆਉਂਦੇ ਨੇ ਰੋਜ਼ ਲਗਭਗ ਯੰਗ ਬੱਚਿਆਂ ਦੇ, ਇੰਟਰਨੈਸ਼ਨਲ ਜਿਹੜੇ ਸਟੂਡੈਂਟ ਨੇ। ਹੁਣ ਕੱਲ ਵੀ ਇੱਕ ਮੈਸੇਜ ਆਇਆ, ਆਈ ਵਾਜ਼ ਐਟ ਮਾਈ ਕਾਟੇਜ, ਆਈ ਵਾਜ਼ ਕਮਿੰਗ ਫਰॉम ਮਾਈ ਕਾਟੇਜ ਯੈਸਟरडे, ਤੇ ਉਹ ਮੈਸੇਜ आया तो मेरी वाइफ मेरे बैठी थी, मैं कहा देख पढ़, उसने लिखा है अंकल हम लोग 4 लड़की हैं, हमारा जहाँ रहते थे वहाँ पर हमारा उसने घर बेच दिया, तो अब हमारे को निकलना पड़ेगा, हमारे को जगह ही नहीं मिल रही। 1 मिनट अंकल आपके पास कोई घर है? पता नहीं मेरा कितों पता चल गया कि अंकल आपके पास कोई घर है, हम 4 लड़कियां रहना चाहती हैं, हमें 4 कमरे तो 2 कमरे दे दो। पिछले हफ्ते फिर ऐसे कोई मैसेज आया पैसे मेरे को, उससे पहले फिर मैसेज आई थी इंटरनेशनल स्टूडेंट बढ़ाई जा रहे हो, आई जा रहे हैं और रहने वास्ते कोई जगह ही नहीं है। बड़ी परेशानी खड़ी होती है बड़ी ज्यादा। सर जी ਉੱਥੋਂ ਵਾਲਾ ਸਿਸਟਮ ਸਾਰਾ ਇੱਥੇ ਚੱਲ ਪਿਆ, ਇਹ ਸਾਰੀਆਂ ਵੋਟਾਂ ਪੱਕੀਆਂ ਕਰ ਰਹੇ ਆ। ਜੇ ਅਸੀਂ ਆਪਦੀ ਸਰਕਾਰ ਦੇ ਨਾਲ ਅਸੀਂ ਮੰਗਾਵਾਂਗੇ, ਸਾਨੂੰ ਹੋਰ ਟਾਈਮ ਤੱਕ ਸਾਨੂੰ ਜਦੋਂ ਤੱਕ ਪੀਆਰ ਹੋਣਗੇ ਸਾਨੂੰ ਹੀ ਇਹ ਵੋਟਾਂ ਪਾਉਣਗੇ। ਇਹਨਾਂ ਨੇ ਤਾਂ ਆਪਦੀ ਵੋਟ ਸਿਸਟਮ ਇੰਡੀਆ ਨੂੰ ਵੇਖ ਲਿਆ, ਇਹਨਾਂ ਨੂੰ ਇੱਥੋਂ ਦਾ ਕੋਈ ਰਹਿਣ ਦਾ ਕਿੱਥੇ ਕਿਵੇਂ ਰਹਿਣ ਜਾਂ ਕੁਛ ਕਰਨ ਜਾਂ ਕੁਛ ਇਹਨਾਂ ਨੂੰ ਕੋਈ ਫਿਕਰ ਨਹੀਂ ਜੀ। देखो ना 4 महीने के अंदर युद्धवीर जी ने पिछली बार किया सीगा, थोड़ी न्यूज वाई मीडिया के अंदर भी आया सीगा, 4 महीने के अंदर 1,03,000 कीमत वध गई। अभी गल है सीरिया की रिपोर्ट हैगी, चलो ऐप पे जी कीमत वधी, लेकिन उसके अंदर रिकॉर्ड जो टुटिया, सिमको काउंटी के अंदर 22% कीमत वध गई यार 4 महीने के अंदर। ਨੈਗੇਟਿਵ ਹੈਗਾ ਡਫਰਿਨ ਕਾਊਂਟੀ ਦੇ ਅੰਦਰ, ਲੇਕਿਨ ਮਤਲਬ ਕਿ ਅਸੀਂ ਅਫੋਰਡੇਬਿਲਟੀ ਆਲਰੇਡੀ ਕਰੀ ਜਾ ਰਹੇ ਹਾਂ, ਇੱਥੇ ਕੀਮਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਨੇ। ਮਤਲਬ ਉਹ ਬੰਦਾ ਜਿਹਨੂੰ ਕਹਿੰਦੇ ਨੇ ਫਰੋਈ ਗੱਲ, ਮੈਂ ਬਾਰ-ਬਾਰ ਕਹੀ ਜਾਊਂਗਾ, ਲਾਈਫ ਸਪੋਰਟ ਤੇ ਚੱਲ ਰਹੇ ਇਸ ਵਕਤ, ਨਾ ਕਿਰਾਇਆ ਨਾ ਘਰ, ਬਸ ਬੈਠੇ ਹੋਏ ਆ। ਚਲੋ ਯੁੱਧ ਜੀ ਇੱਕ ਗੱਲ ਮੈਨੂੰ ਜਸਟ ਔਨ ਦਾ ਲਾਈਟਰ ਸਾਈਡ, ਸ਼ਾਇਦ ਚੰਗਾ ਨਹੀਂ, ਚੰਗੇ ਵਾਸਤੇ ਨਹੀਂ ਹੋ ਰਿਹਾ। ਔਨ ਦਾ ਲਾਈਟਰ ਸਾਈਡ ਮੈਂ ਦੁਖੀ ਬੜਾ ਹੈਗਾ, ਇਸੀ ਬਹਾਨੇ ਜੁਆਇੰਟ ਫੈਮਲੀਆਂ ਫਿਰ ਸ਼ੁਰੂ ਹੋ ਜਾਣਗੀਆਂ, ਬੱਚੇ ਮਾਪੇ ਇਕੱਠੇ ਰਹਿਣਾ ਸ਼ੁਰੂ ਕਰ ਦੇਣਗੇ। ਮੈਂ ਸੁਣਦਾ ਰਹਿਣਾ ਤੁਹਾਡਾ, ਤੁਸੀਂ ਮੈਨੂੰ ਪਤਾ ਬਹੁਤ ਮਦਦ ਵੀ ਕਰਦੇ ਬੱਚਿਆਂ ਦੀ, ਤੁਸੀਂ ਗੁਰੂ ਦੇ ਲੜ ਲੱਗੇ ਕਰਕੇ ਤੁਸੀਂ ਦੁੱਖ ਵੀ ਇਸੇ ਕਰਕੇ ਮੰਨਦੇ ਹੋ, ਤੁਸੀਂ ਬੱਚਿਆਂ ਦੀ ਮਦਦ ਵੀ ਬਹੁਤ ਕਰਦੇ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ। ਰਿਹਾ ਨਹੀਂ ਜਾਂਦਾ ਸਰ, ਰਿਹਾ ਨਹੀਂ ਜਾਂਦਾ, ਹੋਰ ਕੋਈ ਗੱਲ ਨਹੀਂ ਹੈਗੀ। ਥੈਂਕ ਯੂ ਪੀਕੇ ਜੀ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਹੋ ਰਹੀ ਹੈ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਆਲਰੇਡੀ ਹੋ ਰਹੀ ਹੈ। ਜਿਹੜੇ ਯੰਗ ਬੱਚੇ ਨੇ ਹੁਣ ਜਲਦੀ ਪੇਰੈਂਟਸ ਦਾ ਘਰ ਛੱਡ ਕੇ ਨਹੀਂ ਜਾਂਦੇ, ਜਿੰਨੀ ਪਹਿਲਾਂ ਤੇਜ਼ੀ ਨਾਲ ਨਿਕਲਦੇ ਸੀ। ਬਾਹਰ ਰੈਂਟ ਬੜਾ ਔਖਾ ਹੈ ਔਰ ਬਾਹਰ ਘਰ ਖਰੀਦਣਾ ਬੜਾ ਔਖਾ ਹੋਇਆ ਹੋਇਆ, ਜਿਹਦੇ ਕਾਰਨ ਕਿ ਬਹੁਤ ਸਾਰੇ ਬੱਚੇ ਹੁਣ ਉਹ ਪੇਰੈਂਟਸ ਦਾ ਘਰ ਜਲਦੀ ਛੱਡ ਕੇ ਨਹੀਂ ਜਾ ਰਹੇ। ਤੁਹਾਡੀ ਗੱਲ ਠੀਕ ਹੈ, ਜੁਆਇੰਟ ਫੈਮਿਲੀਜ਼ ਦੁਆਰਾ ਤੋਂ ਹੋ ਰਹੀ ਹੈ, ਲੇਕਿਨ ਸਰ ਇਹ ਸਵਾਲ ਪੀਕੇ ਜੀ ਅਸੀਂ ਬਹੁਤ ਸਾਲਾਂ ਤੋਂ ਪੁੱਛ ਰਹੇ ਹਾਂ, ਅੱਜ ਦੇ ਨਹੀਂ, ਪਿਛਲੇ ਤਕਰੀਬਨ 10-12 ਸਾਲਾਂ ਤੋਂ। ਮੇਰਾ ਇੱਕ ਹੀ ਸਵਾਲ ਹੈ, ਹਰੇਕ ਇਮੀਗ੍ਰੇਸ਼ਨ ਮਿਨਿਸਟਰ ਨੂੰ ਤਾਂ ਡੈਫੀਨੇਟਲੀ ਹੁੰਦਾ ਹੀ ਹੁੰਦਾ ਹੈ ਸਵਾਲ, ਹਰੇਕ ਇਮੀਗ੍ਰੇਸ਼ਨ ਮਿਨਿਸਟਰ ਨੂੰ, ਔਰ ਅਸੀਂ ਇਹ ਸਵਾਲ ਜਿਹੜਾ ਹਰੇਕ ਕੈਬਨਿਟ ਮੰਤਰੀ ਨੂੰ ਵੀ ਪੁੱਛ ਰਹੇ ਹਾਂ, ਚਾਹੇ ਤੁਸੀਂ 1 ਮਿਲੀਅਨ ਬੰਦੇ ਬੁਲਾਓ ਜਾਂ ਤੁਸੀਂ ਲੱਖ ਬੰਦੇ ਬੁਲਾਓ, ਲੇਕਿਨ ਮੇਰੇ ਸਵਾਲ ਦਾ ਇਹ ਜਵਾਬ ਦੇ ਦਿਓ ਕਿ ਉਹਨਾਂ ਲਈ ਤੁਹਾਡੇ ਕੋਲ ਇੱਥੇ ਹੈਲਥ ਕੇਅਰ ਦੇ ਵਿੱਚ ਵਰਡ ਕ੍ਰਾਈਸਿਸ ਮੈਂ ਬਹੁਤ ਜ਼ਿੰਮੇਵਾਰੀ ਨਾਲ ਯੂਜ਼ ਕਰਦਾ ਹੈ। ਹੈਲਥ ਕੇਅਰ ਦੇ ਵਿੱਚ ਕ੍ਰਾਈਸਿਸ ਹੈ, ਤੁਹਾਡੇ ਕੋਲ ਇਨਫਰਾਸਟ੍ਰਕਚਰ ਹਾਊਸਿੰਗ ਦਾ ਨਹੀਂ ਹੈ, ਘਰ ਤੁਹਾਡੇ ਕੋਲ ਨਹੀਂ ਹੈਗੇ ਇਸ ਵੇਲੇ, ਤੁਹਾਡੇ ਕੋਲ ਸੜਕਾਂ ਦੇ ਉੱਤੇ ਟ੍ਰੈਫਿਕ ਜੈਮ ਇਸ ਵੇਲੇ ਬੜਾ ਵੱਧ ਗਿਆ ਹੈ, ਕ੍ਰਾਈਮ ਇੰਨਾ ਜ਼ਿਆਦਾ ਵੱਧਦਾ ਚਲਾ ਜਾ ਰਿਹਾ, ਕ੍ਰਾਈਮ ਤੁਹਾਡੇ ਕੋਲ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਹੈ। ਤੁਹਾਡੇ ਸਕੂਲਾਂ ਦੀ ਹਾਲਤ ਦੇਖੋ ਕੀ ਹੈ, ਹਰ ਮਿਊਨਿਸਪੈਲਿਟੀ ਇਨਫਰਾਸਟ੍ਰਕਚਰ ਡੈਫਿਸਿਟ ਦੇ ਨਾਲ ਜੂਝ ਰਹੀ ਹੈ, ਹਰ ਮਿਊਨਿਸਪੈਲਿਟੀ ਨੂੰ ਪੈਸਾ ਚਾਹੀਦਾ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅੱਛਾ ਫਿਰ ਉਹ ਇੱਕ ਡਿਫਰੈਂਟ ਸਮੱਸਿਆਵਾਂ ਹੋਰ ਵੀ ਹੈ, ਉਹ ਹੈਗੀਆਂ ਜਿੱਦਾਂ ਇੰਟੀਗ੍ਰੇਟ ਤੁਸੀਂ ਕਿੱਦਾਂ ਕਰ ਰਹੇ ਹੋ ਉਹਨਾਂ ਨੂੰ। ਸੋ ਜਿੰਨੀ ਤੇਜ਼ੀ ਨਾਲ ਇੱਥੇ ਆਟੇ 'ਚ ਲੂਣ ਚੱਲਦਾ ਹੈ, ਤੁਸੀਂ ਕੀ ਕੀਤਾ, ਤੁਸੀਂ ਲੂਣ ਦੇ ਵਿੱਚ ਆਟਾ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਕੋਈ ਨਹੀਂ ਖਾ ਸਕੇਗਾ, ਕਿਸੇ ਨੂੰ ਹਜਮ ਨਹੀਂ ਹੋਣਾ। ਲੂਣ ਦੇ ਵਿੱਚ ਆਟਾ ਸਰਵ ਕਰ ਰਹੇ ਇਹ, ਆਟੇ ਦੇ ਵਿੱਚ ਲੂਣ ਹੋਏ ਤਾਂ ਸਵਾਦ ਲੱਗਦਾ ਹੈ, ਲੇਕਿਨ ਤੁਸੀਂ ਲੂਣ ਦੇ ਵਿੱਚ ਆਟਾ ਪਾ ਕੇ ਕਹਿੰਦੇ ਲੋਕਾਂ ਨੂੰ ਕਹੋ ਜੀ ਖਾ ਲਓ, ਲੋਕ ਕਿੱਦਾਂ ਖਾਣਗੇ। ਸੁਖਦੇਵ ਗਿੱਲ ਜੀ ਤੁਸੀਂ ਆਉਂਦੇ ਰਹੋ, ਫਿਰ ਇੰਦਰਜੀਤ ਜੀ ਤੁਸੀਂ ਆਉਣ। ਹਾਂਜੀ ਸੁਖਦੇਵ ਗਿੱਲ ਜੀ। ਜਤਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੁਖਦੇਵ ਜਤਵੀਰ ਜੀ, ਮੇਰੇ ਖਿਆਲ ਜਿਹੜੇ ਆਪਾਂ ਇਹ ਜਦ ਆਪਣੇ ਆਉਂਦੇ ਆ ਸੱਭਰਵਾਲ ਸਾਹਿਬ, ਮੇਰੇ ਖਿਆਲ ਮੈਂ ਵੀ ਪਿਛਲੇ 10-15 ਸਾਲ ਤੋਂ ਇਹੀ ਗੱਲਾਂ ਸੁਣ ਰਹੇ ਆ, ਘਰ ਦੀ ਸ਼ਾਰਟੇਜ ਚੱਲ ਰਹੀ ਆ। ਤਾਂ ਇਹ ਸਿਸਟਮ ਸਾਰਾ ਦੇਖੋ, ਜੇ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਕਰਾਂ, 410 ਦੇ ਉੱਤੇ ਇਹਨਾਂ ਨੇ ਐਕਸਟੈਂਸ਼ਨ ਕੀਤੀਆਂ ਲਾਈਨਸ, ਉਹ ਇਹਨਾਂ ਦਾ ਅਸੀਂ ਲੋਕ ਆਏ ਸੀ, ਮੈਂ 20 ਸਾਲ ਪਹਿਲਾਂ ਕੈਨੇਡਾ ਆਇਆ ਸੀ, ਵੀ ਇਹਨਾਂ ਦਾ ਫਿਊਚਰ ਡਿਵੈਲਪਮੈਂਟ 50 ਈਅਰਸ ਪਲਾਨ ਚੱਲਦੇ ਆ। ਉਹ ਬਰੰਟਨ ਦੇ ਵਿੱਚ ਜੇ ਤੁਸੀਂ 410 ਤੇ ਐਂਟਰ ਕਰਕੇ ਦੇਖੋ, ਇਹਨਾਂ ਨੇ ਐਕਸਟੈਂਸ਼ਨ ਲਿਆ ਕੇ ਕੁਈਨ ਰੋਡ ਤੇ ਬੰਦ ਕਰਤੀ। ਮਤਲਬ ਕੋਈ ਫਿਊਚਰ ਪਲਾਨ ਹੈ ਹੀ ਨਹੀਂ ਗਾ ਇਹਨਾਂ ਕੋਲੇ, ਕੋਈ ਹਾਊਸਿੰਗ ਦਾ ਨਹੀਂ ਹੈ ਫਿਊਚਰ ਪਲਾਨ, ਕੋਈ ਕਹਿ ਲਓ ਵੀ 10 ਈਅਰ ਪਲਾਨ ਆ, ਕੋਈ 20 ਈਅਰ ਪਲਾਨ ਆ, ਕੋਈ ਹੈ ਹੀ ਨਹੀਂ ਗਾ। ਸਿਸਟਮ ਸਾਰਾ ਕੋਲੈਪਸ ਹੋਇਆ। ਤੇ ਮੈਂ ਸੱਭਰਵਾਲ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ ਮਾੜੀ। ਦੇਖੋ ਕਈ ਬਾਹਰ ਦੀਆਂ ਪ੍ਰੋਵਿੰਸਿਸ ਹੈਗੀਆਂ ਸੱਭਰਵਾਲ ਸਾਹਿਬ,
ਉਹ ਜਿਵੇਂ ਕੈਲਗਰੀ ਦੀ ਗੱਲ ਕਰਾਂ, ਚਲੋ ਮੈਂ ਕਰਾਂ, ਉਹ ਇੰਡਸਟਰੀਅਲ ਪਾਰਕ ਡਿਵੈਲਪ ਕਰਦੇ ਆ, ਕੋਈ 2000 ਏਕੜ ਦਾ ਇੰਡਸਟਰੀਅਲ ਪਾਰਕ ਡਿਵੈਲਪ ਕਰ ਰਿਹਾ, ਕੋਈ ਕੁਛ ਕਰ ਰਿਹਾ। ਸਾਡੇ ਜਿਹੜੇ ਅੰਟਾਰੀਓ ਵਾਲੇ ਆ, ਇਹਨਾਂ ਦਾ ਤਾਂ ਕੋਈ ਫਿਊਚਰ ਪਲਾਨ ਹੀ ਨਹੀਂ ਇੰਡਸਟਰੀਅਲ ਡਿਵੈਲਪਮੈਂਟ ਪਾਰਕ ਦਾ। ਉਹ ਕੋਈ 5 ਬੜਕਾਂ ਨੇ, ਵੱਡੀਆਂ ਬੜਕਾਂ ਨੇ, ਹੋਰ ਕੁਝ ਨਹੀਂ ਹੈਗਾ। ਵੈਸੇ ਟੋਟਲ ਮੈਂ ਤੁਹਾਨੂੰ ਦੱਸਦਾ 38 ਇੰਡਸਟਰੀਅਲ ਪਾਰਕ ਬਣੇ ਨੇ ਓਨਟਾਰੀਓ ਦੇ ਅੰਦਰ ਵੀ, ਵਿਚ ਇਜ਼ ਨਾਟ ਸਫੀਸ਼ੀਐਂਟ ਐਟ ਆਲ। ਸਰ 2000 ਏਕੜ 5000 ਏਕੜ ਦਾ ਹੁਣ 5 ਮਿਲੀਅਨ ਨੂੰ 6 ਮਿਲੀਅਨ ਨੂੰ ਟਰੱਕ ਪਾਰਕਿੰਗ ਲਾਟ, ਹਾਊ ਇਜ਼ ਫਿਜ਼ੀਬਲ? ਕਿੱਦਾਂ ਪੋਸੀਬਲ ਹੈਗਾ ਕਿ ਤੁਸੀਂ 5 ਮਿਲੀਅਨ ਨੂੰ 6 ਮਿਲੀਅਨ ਨੂੰ ਏਕੜ ਇੰਡਸਟਰੀਅਲ ਟਰੱਕਿੰਗ ਪਾਰਕਿੰਗ ਦਾ M2 ਜ਼ੋਨਿੰਗ ਦਾ ਹੋਇਆ? ਤੇ ਕਿਉਂ ਨਹੀਂ ਕੋਈ ਇਹ ਈਸਟ ਸਾਈਡ ਵੈਸਟ ਸਾਈਡ ਜਾਂ 2-2000 5-5000 ਏਕੜ ਦੇ ਕੋਈ ਇੰਡਸਟਰੀਅਲ ਪਾਰਕ ਕਿਉਂ ਨਹੀਂ ਡਿਵੈਲਪ ਕਰਦੇ ਹੈ? ਔਰ ਆਪਣੇ ਆਪ ਉੱਤੇ ਵੀ ਲੋਕੀ ਮੂਵ ਕਰਨਗੇ, ਆਪਣੇ ਆਪ ਵੀ ਸਾਰਾ। ਉਹਨੂੰ ਤਾਂ ਮੈਂ ਇਨਫਰਾਸਟ੍ਰਕਚਰ ਦੀ ਗੱਲ ਕਰ ਰਿਹਾ ਸੀ ਨਾ, ਹੈ ਹੀ ਮੈਂ ਇਨਫਰਾਸਟ੍ਰਕਚਰ ਦੀ ਗੱਲ ਕਰ ਰਿਹਾ ਸੀਗਾ ਕਿ ਤੁਸੀਂ ਇਮੀਗ੍ਰੈਂਟ ਬਣਾਏ ਜਾ ਰਹੇ, ਇਨਫਰਾਸਟ੍ਰਕਚਰ ਹੈ ਹੀ ਨਹੀਂ ਤੁਹਾਡੇ ਕੋਲ। ਨਹੀਂ ਤਾਂ ਫਿਰ ਮਤਲਬ ਸੁਣੋ ਨਾ ਕਿ 401 ਤੇ ਗੋਲਫ ਸਾਈਡ ਤੇ ਕੋਈ ਵੁੱਡਸਟਾਕ ਨੇੜੇ ਲੰਡਨ ਤੱਕ ਇੰਨੀ ਜਗ੍ਹਾ ਪਈ ਆ, ਤੁਸੀਂ 2000 ਏਕੜ ਦਾ 5000 ਏਕੜ ਦਾ ਕੋਈ ਟਰੱਕਿੰਗ ਖਾਤਰ ਲੌਜਿਸਟਿਕ ਹੱਬ ਕੋਈ ਕ੍ਰੀਏਟ ਕਰੋ, ਜਿੱਥੇ ਹੁਣ ਇੰਨੇ ਕੰਟੇਨਰ ਟ੍ਰੇਲਰਸ ਹੈਗੇ, ਉਹ ਕਿਤੇ ਤਾਂ ਪਾਰਕ ਹੋਣੀ ਨਹੀਂ ਨਾ। ਇਹ ਥੋੜ੍ਹਾ ਵੀ ਹੁਣ ਤੁਸੀਂ ਸਾਰੀ ਇੱਥੇ ਇੰਡਸਟਰੀ ਟਰੱਕਿੰਗ ਦੇ ਸਿਰ ਤੇ ਡਿਪੈਂਡੈਂਟ ਆ, ਉਹ ਟਰੱਕ ਪਾਰਕ ਕਰਨ ਲੋਕੀ ਲੰਡਨ ਥੋੜ੍ਹਾ ਜਾਏਗਾ ਕੋਈ। ਉਹਨਾਂ ਨੂੰ ਨੇੜੇ ਸਪੇਸ ਚਾਹੀਦਾ ਜੀ, ਜੇ ਪਾਪੂਲੇਸ਼ਨ ਇੱਥੇ ਹੈਗੀ ਆ। ਕੋਈ ਪਲਾਨ ਹੀ ਨਹੀਂ ਹੈਗਾ, ਕੋਈ ਪਾਰਟੀਕੂਲਰ ਇੰਡਸਟਰੀਅਲ ਜ਼ੋਨਿੰਗ ਦਾ ਤਾਂ ਕੋਈ ਬਿਲਕੁਲ ਹੀ ਪਲਾਨ ਨਹੀਂ ਹੈ ਜੀ ਇਹਨਾਂ ਕੋਲ ਕੋਈ। ਬਿਲਕੁਲ ਜੀ, ਸਾਡੀ ਜਿਹੜੀ ਲੀਡਰਸ਼ਿਪ ਹੈਗੀ ਹੈ ਜੀ, ਬੜਾ ਵੱਡਾ ਫੇਲੀਅਰ ਰਿਹਾ। ਜਿਸ ਤਰ੍ਹਾਂ ਪੀਕੇ ਜੀ ਵੀ ਕਹਿ ਰਹੇ ਨੇ ਕਿ ਫੈਡਰਲ, ਪ੍ਰੋਵਿੰਸ਼ੀਅਲ ਔਰ ਮਿਊਨਿਸਪਲ ਤਿੰਨੇ ਲੈਵਲਸ ਆਫ ਗਵਰਨਮੈਂਟ ਜਿਹੜੇ ਨੇ, ਉਹਨਾਂ ਦਾ ਬਹੁਤ ਬੜਾ ਫੇਲੀਅਰ ਰਿਹਾ ਹੈ। ਸਿਸਟਮ ਜਿਹੜਾ ਹੈ ਜੀ ਆਲਮੋਸਟ ਕੋਲੈਪਸ ਕਰ ਗਿਆ। ਤੁਸੀਂ ਕਿਤੇ ਜਾ ਕੇ ਦੇਖੋ ਇਸ ਵੇਲੇ, ਚਾਹੇ ਉਹ ਹੈਲਥ ਕੇਅਰ ਦਾ ਕ੍ਰਾਈਸਿਸ ਇੰਨਾ ਵੱਡਾ ਆਇਆ ਹੋਇਆ, ਐਜੂਕੇਸ਼ਨ ਸੈਕਟਰ ਹੈ, ਤੁਸੀਂ ਕ੍ਰਾਈਮ ਦੇਖੋ ਕਿੰਨਾ ਵੱਧ ਗਿਆ। ਲੋਕ ਨਵੀਂ ਗੱਡੀ ਖਰੀਦ ਨਹੀਂ ਰਹੇ ਅੱਜ ਕੱਲ੍ਹ। ਉਹ ਕਹਿੰਦੇ ਨਵੀਂ ਗੱਡੀ ਖਰੀਦ ਕੇ ਐਵੇਂ ਸਿਰਦਰਦੀ ਲੈਣੀ ਹੈ। ਗੱਡੀ ਜਿਨ੍ਹਾਂ ਦੀ ਬਾਹਰ ਖੜੀ ਹੈ ਰੋਜ਼ ਸਵੇਰੇ ਉੱਠ ਕੇ ਦੇਖਦੇ ਆ। ਮੈਨੂੰ ਕੋਈ ਬੰਦਾ ਦੱਸ ਦੇਵੇ, ਖਾਸ ਕਰ ਜਿਹੜੇ ਲੋਕ ਬਰੈਂਪਟਨ 'ਚ ਰਹਿੰਦੇ ਆ, ਮੈਨੂੰ ਕੋਈ ਬੰਦਾ ਦੱਸ ਦੇਵੇ ਕਿ ਅਸੀਂ ਬਾਹਰ ਗੱਡੀ ਖੜੀ ਕਰਦੇ ਔਰ ਸਵੇਰੇ ਉੱਠ ਕੇ ਧਿਆਨ ਦੇ ਨਾਲ ਨਹੀਂ ਦੇਖੀ ਦੀ ਗੱਡੀ ਬਾਹਰ ਖੜੀ ਹੈ ਕਿ ਗਾਇਬ ਹੋ ਗਈ ਰਾਤੋਂ ਰਾਤ, ਜਾਂ ਗੱਡੀ ਕੋਈ ਤੁਹਾਡੀ ਟੱਕਰ ਮਾਰ ਚੁੱਕਾ ਹੋਏਗਾ, ਜਾਂ ਕੋਈ ਗੱਡੀ ਤੁਹਾਡੀ ਚੱਕ ਕੇ ਲੈ ਗਿਆ ਹੋਏਗਾ। ਸੋ ਔਰ ਕੋਈ ਉਹਦੀ ਫਿਰ ਬੰਦਾ ਕੋਈ ਉਹਦੀ ਪੁੱਛਗਿੱਛ ਨਹੀਂ ਹੈ, ਕੋਈ ਉਹਦੀ ਇਨਕੁਆਇਰੀ ਨਹੀਂ ਹੈ, ਕੋਈ ਪਤਾ ਨਹੀਂ ਵੀ ਹੈਲਥ ਕੇਅਰ ਦਾ ਕਿੱਧਰ ਸਿਸਟਮ ਜਾ ਰਿਹਾ ਹੈ, ਰਹਿਣ ਲਈ ਕਿੱਧਰ ਜਾ ਰਿਹਾ ਹੈ। ਸਰ ਉਹ ਕਹਿੰਦੇ ਨੇ ਜਾਓ ਪੁਲਿਸ ਸਟੇਸ਼ਨ ਜਾਓ, ਰਿਪੋਰਟ ਲਿਖਾਓ, ਪੁਲਿਸ ਸਟੇਸ਼ਨ ਜਾਓ ਤਾਂ ਕਹਿੰਦੇ ਨੇ ਇੰਸ਼ੋਰੈਂਸ ਕੰਪਨੀ ਕਹਿ ਦਿਓ ਤੁਹਾਨੂੰ, ਬਸ ਕਲੇਮ ਕਰ ਲਓ, ਦੈਟਸ ਆਲ। ਕਾਰ ਚੋਰੀ ਹੋ ਗਈ ਤੇ ਸਰ ਮੇਰੀ ਗ੍ਰੈਂਡ ਡਾਟਰ ਉਹ ਥੋੜੀ ਜਿਹੀ ਗਿਰ ਗਈ ਤੇ ਮਾਮੂਲੀ ਜਿਹੇ ਸਿਰ ਤੋਂ ਥੋੜਾ ਜਿਹਾ ਬਲੱਡ ਆਇਆ ਤੇ ਮੇਰੇ ਬੇਟਾ ਤੇ ਮੇਰੀ ਡਾਟਰ ਲਾ ਉਹਨੂੰ ਹਸਪੀਟਲ ਲੈ ਗਏ। ਯੂ ਵਿਲ ਬੀ ਸਰਪ੍ਰਾਈਜ਼ਡ 7 ਘੰਟੇ ਸਰ ਸਾਰੀ ਰਾਤ ਉੱਤੇ ਬੈਠੇ ਰਹੇ, ਸਾਰੀ ਰਾਤ ਉੱਤੇ ਬੈਠੇ ਰਹੇ। ਸਵੇਰੇ ਉਹਨਾਂ ਨੇ ਉਹਦੇ ਉੱਤੇ ਥੋੜੀ ਜਿਹੀ ਕੋਈ ਅਪਾਇੰਟਮੈਂਟ ਲਗਾਈ, ਕਹਿੰਦੇ ਜਾਓ ਕਰ ਆਪਣੇ, ਬਸ ਗੱਲ ਖਤਮ ਹੋ ਗਈ। ਉਹ ਤਾਂ ਚਲੋ 7 ਘੰਟੇ ਬੈਠਣ ਦੇ ਬਾਅਦ ਕਿਉਂ? ਬੜਾ ਦੁਖੀ। ਪਿਛਲੇ ਹਫ਼ਤੇ ਦੀ ਗੱਲ ਹੈ ਸਰ, ਤੁਹਾਡੀ ਜਿਹੜੀ ਦੋਨੋਂ ਗੱਲਾਂ ਨੇ, ਜਿਹੜੀ ਹਸਪੀਟਲ ਵਾਲੀ, ਇਹ ਸਭ ਜਿਹਨੂੰ ਕਹਿੰਦੇ ਨੇ ਕਿਸਮ ਨਾਲ ਇੱਕ ਫੇਲਿਅਰ ਹੈ। ਯੂ ਆਰ ਵੈਰੀ ਰਾਈਟ ਵੀਰ ਜੀ। ਨੈਕਸਟ ਕਾਲ ਜੀ। ਹਾਂਜੀ ਤੁਸੀਂ ਆਉਂਦੇ ਰਹੋ ਜੀ। ਹਾਂਜੀ ਕਿਉਂ ਨਹੀਂ ਸਰ ਕੋਈ ਇੱਥੇ ਸਾਡੀ ਕਮਿਊਨਿਟੀ ਇੰਨੀ ਜ਼ਿਆਦਾ ਹੈਗੀ, ਹਾਊਸਿੰਗ ਦੇ ਵਿੱਚ ਮਾਫੀਆ ਬੜਿਆ, ਕਿਉਂ ਨਹੀਂ ਕੋਈ ਪ੍ਰੈਸ਼ਰ ਗਰੁੱਪ ਬਣ ਰਿਹਾ ਜੀ? ਸਰ ਗੱਲ ਤੇ ਹੁੰਦੀ ਹੈ ਸਰ, ਜਸਟ ਲਾਈਕ ਮਾਫੀਆ ਦੀ ਗੱਲ ਕਰ ਰਹੇ ਹੋ ਸਰ, ਜਸਟ ਲਾਈਕ ਕਾਰਡਸ ਗਿਰ ਰਹੇ ਨੇ। ਮੈਂ ਤੁਹਾਨੂੰ ਦੱਸ ਦਿਆਂ, ਛੋਟੀ ਬ੍ਰੋਕਰੇਜਿਸ ਜਿਹਦੇ ਬ੍ਰੋਕਰ ਆਫ ਰੈਕਡ ਵਗੈਰਾ ਡਿਪੈਂਡ ਕਰ ਰਹੇ ਨੇ ਰੀਅਲਟਰਸ ਦੇ ਉੱਤੇ, ਬੰਦ ਹੋ ਰਹੇ ਨੇ ਸਰ। ਇੱਕ ਦੋ ਮੇਰੇ ਕੋਲ ਵੀ ਹੈਗੇ ਨੇ, ਮੇਰੇ ਕਿਰਾਏ ਨਹੀਂ ਆ ਰਹੇ ਸਰ। ਮੈਂ ਤੁਹਾਨੂੰ ਦੱਸ ਦਿਆਂ, ਇਹ ਉਹ ਬ੍ਰੋਕਰੇਜਿਸ ਜਿਹੜੀ ਬ੍ਰੋਕਰੇਜ ਆਪਣੇ ਰੀਅਲਟਰਸ ਦੇ ਉੱਤੇ ਡਿਪੈਂਡ ਕਰ ਰਹੀ ਹੈ ਨਾ, ਉਹਨਾਂ ਦਾ ਹਾਲਤ ਖਸਤਾ ਹੋਈ ਵੀ ਇਸ ਵਕਤ। ਮਾਫੀਆ ਮੁਫੀਆ ਕੁਝ ਨਹੀਂ ਹੈਗਾ ਸਰ। ਮੈਂ ਤੁਹਾਨੂੰ ਦੱਸ ਦਿਆਂ, ਇਹ ਦੂਰ ਦੇ ਪਾਰ ਸੌਣੇ ਵਾਲੀ ਗੱਲ ਹੈਗੀ। ਕਿਰਾਏ ਤੱਕ ਨਹੀਂ ਦਿੱਤੇ ਜਾ ਰਹੇ। ਮੈਂ ਫਿਰ ਬਾਰ-ਬਾਰ ਕਹਾਂਗਾ, ਉਹ ਬ੍ਰੋਕਰੇਜ ਜਿਹੜੇ ਆਪਣੇ ਰੀਅਲਟਰਸ ਦੇ ਉੱਤੇ ਡਿਪੈਂਡ ਕਰਦੇ ਨੇ, ਇਹ ਹੋ ਰਿਹਾ ਤੇ ਮੈਂ ਮੇਰੇ ਸਾਹਮਣੇ ਮੈਨੂੰ ਕਿਰਾਇਆ ਨਹੀਂ ਆ ਰਿਹਾ ਕਿ ਇੱਕ ਦੋ ਜਗ੍ਹਾ ਤੋਂ, ਜਿਹੜੇ ਮੈਂ ਆਪਣੀ ਪ੍ਰਾਪਰਟੀ ਰੈਂਟ ਤੇ ਦਿੱਤੀ ਹੋਈ ਹੈ ਬ੍ਰੋਕਰੇਜ ਨੂੰ, ਕਿਰਾਇਆ ਦੁਖੀ ਹੋ ਰਿਹਾ। ਔਰ ਪਰ ਕੋਈ ਨਾ ਕੋਈ ਰਿਲੇਸ਼ਨ ਨਿਕਲ ਆਉਂਦਾ ਤੇ ਫਿਰ ਬੰਦਾ ਚੁੱਪ ਕਰ ਜਾਂਦਾ ਹੈਗਾ ਜੀ। ਨੈਕਸਟ ਕਾਲ ਜੀ ਇੰਦਰਜੀਤ ਜੀ ਤੁਹਾਡੀ ਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਪਹਿਲਾਂ ਮੋਂਗਾ ਜੀ ਹੈਗੇ ਕਿ ਚਲੇ ਗਏ? ਹਾਂਜੀ ਮੋਗਾ ਜੀ ਬਿਲਕੁਲ ਹੈਗਾ ਜੀ। ਹਾਂਜੀ ਨਹੀਂ, ਮੈਂ ਪੁੱਛਣਾ ਸੀ, ਜਿਹਦਾ ਹੁਣੇ ਨਿਊਜ਼ ਆਈ ਸੀ ਕੈਨੇਡੀਅਨ ਪੈਨਸ਼ਨ ਵਾਲੇ ਉੱਥੇ ਚਾਈਨਾ 'ਚ ਆਪਣਾ ਪੈਨਸ਼ਨ ਫੰਡ ਜਿਹੜਾ ਇਨਵੈਸਟ ਕਰ ਰਹੇ ਸੀ, ਉਹਦੇ ਲਈ ਥੋੜਾ ਕੇਅਰਫੁਲ ਹੋ ਰਹੇ ਆ, ਅੱਗੇ ਤੋਂ ਇਨਵੈਸਟਮੈਂਟ ਬੰਦ ਕਰ ਰਹੇ ਆ, ਕੁਝ ਡਾਊਟ ਸੀ ਚੱਲ ਰਿਹਾ ਮਾਮਲਾ, ਕੁਝ ਪਤਾ ਉਹਦੀ ਬਾਰੇ? ਦੇਖੋ ਗੱਲ ਇਹ ਹੈ ਕਿ ਇਹ ਤਾਂ ਹਰ ਕੰਪਨੀ ਹੁਣ ਥੋੜਾ ਬਹੁਤ ਡਾਊਟ 'ਚ ਹੈਗੀ ਹੈ ਜੀ। ਸੋ ਇਹ ਸਿਰਫ ਕੈਨੇਡੀਅਨ ਪੈਨਸ਼ਨ ਹੀ ਨਹੀਂ, ਬਾਕੀ ਵੀ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ, ਕਾਰਪੋਰੇਸ਼ਨਸ ਨੇ, ਜਿਹੜੀਆਂ ਚਾਈਨਾ ਤੋਂ ਥੋੜਾ ਜਿਹਾ ਦੂਰ ਹਟਣਾ ਚਾਹ ਰਹੀਆਂ ਨੇ। ਤੁਸੀਂ ਐਪਲ ਨੂੰ ਹੀ ਲੈ ਲਓ। ਐਪਲ ਨੇ ਕੱਲ ਪਰਸੋਂ ਅਨਾਊਂਸਮੈਂਟ ਕੀਤੀ ਹੈ ਜੀ, ਚਿਪ ਜਿਹੜੀ ਬ੍ਰੌਡਕਾਮ ਹੈ ਉਹ US 'ਚ ਬਣਾਉਣਾ ਚਾਹ ਰਹੇ ਨੇ, ਜਿੱਥੇ ਚਾਈਨਾ 'ਚ ਬਣਦੀ ਸੀ। ਸੋ ਦੇ ਵਾਂਟ ਉਹਨਾਂ ਦਾ ਜਿਹੜਾ ਡੋਮੀਨੈਂਸ ਹੈ ਉਹਨੂੰ ਖਤਮ ਕਰਨਾ ਚਾਹ ਰਹੇ ਨੇ, ਆਪਦੇ ਆਪ ਨੂੰ ਬਾਹਰ ਕੱਢਣਾ ਚਾਹ ਰਹੇ ਨੇ। ਸੋ ਹਰ ਕੰਪਨੀ ਕਰ ਰਹੀ ਹੈ ਜੀ, ਸਿਰਫ CPP ਨਹੀਂ। हर तरह ਜਿਹੜੀ ਵੀ कंपनी थोड़ी जी भी स्टेबल है और थोड़ा कॉशियस रहना चाह रही है, तो इन्वेस्टमेंट बाहर करना चाह रही है ताकि कितने कंट्रोल ना हो जाए।
ਅੱਛਾ ਪੀਕੇ ਸਬਰਵਾਲ ਜੀ ਤੋਂ ਪੁੱਛਣਾ ਸੀ ਜਿੱਦਾਂ ਚਾਈਨਾ ਚ ਜਿੱਦਾਂ ਬਹੁਤ ਪੋਪੂਲੇਸ਼ਨ ਸੀਗੀ, ਵਰਲਡ ਨੰਬਰ 1 ਸੀਗਾ, ਤਾਂ ਉੱਥੇ ਵੀ ਕਾਫੀ ਵੱਡੀ ਉੱਚੀ ਬਿਲਡਿੰਗਾਂ ਬਣਾਈਆਂ ਹੋਈਆਂ। ਉਹਨਾਂ ਦੀ ਕਿੰਨੀ ਸਟੋਰੀ ਬਿਲਡਿੰਗ ਅਲਾਓ ਹੈ, ਜਾਂ ਆਪਣੇ ਇੱਧਰ ਜਾਂ ਵਰਲਡ ਦੇ ਜਿੰਨੇ ਵੀ ਵੱਡੇ ਮੈਟਰੋ ਸ਼ਹਿਰ ਹੈ ਤਾਂ ਆਪਣੇ ਟੋਰਾਂਟੋ ਚ ਕਿਉਂ ਕੋਈ ਲਿਮਿਟ ਹੈ, ਕੋਈ ਸਿਟੀ ਦੇ ਸਾਹਮਣੇ ਲਿਮਿਟ? ਨਹੀਂ ਸਰ, ਬਹੁਤ ਚੰਗੇ। ਸਾਡੇ ਇੱਥੇ ਵੀ ਸਰ 101 ਫਲੋਰ ਦੀ ਵੀ ਬਿਲਡਿੰਗ ਬਣੀ ਹੈ, ਐਸੀ ਗੱਲ ਨਹੀਂ। ਡਿਪੈਂਡਿੰਗ ਔਨ ਦਾ ਏਰੀਆ, ਇਹ ਨਹੀਂ ਹੋ ਸਕਦਾ ਕਿ ਜਿੱਥੇ ਜਿਹਨੂੰ ਕਹਿੰਦੇ ਨੇ ਸਾਰੇ ਲੋ ਰਾਈਜ਼ ਕਰ ਰਹੇ ਉੱਥੇ ਤੁਸੀਂ ਅਚਾਨਕ ਬੋਲੋ ਜੀ 60 ਫਲੋਰ ਦੀ ਮੈਂ ਬਿਲਡਿੰਗ ਬਣਾ ਦੇਗਾ। ਇਹਨੂੰ ਇੱਕ ਬੜਾ ਚੰਗੇ ਤਰੀਕੇ ਨਾਲ ਇਹਨਾਂ ਨੂੰ ਮਰਜ ਕਰ ਦਿੰਦੇ ਨੇ ਅਲੱਗ ਵਿਦ ਦ ਡਿਫਰੈਂਟ ਸਿਟੀਜ਼। ਟੋਰਾਂਟੋ ਅੰਦਰ 100 ਫਲੋਰ ਦੀ ਵੀ ਹੈਗੀ, ਪਰ ਕਈ ਜਗ੍ਹਾ ਤੁਸੀਂ ਲੰਡਨ ਚਲੇ ਜਾਓ, ਉੱਥੇ ਇਸ ਕਿਸਮ ਦੀ ਡੈਮੋਗ੍ਰਾਫਿਕਸ ਜਾਂ ਇਸ ਕਿਸਮ ਦੇ ਉੱਥੇ ਮਕਾਨ ਹੈਗੇ ਨੇ ਕਿ ਤੁਹਾਨੂੰ ਬਹੁਤ ਹਾਈ ਰਾਈਜ਼ ਉੱਥੇ ਲਾਓ ਨਹੀਂ ਕਰਦੇ 22-23 ਫਲੋਰ ਤੋਂ ਜ਼ਿਆਦਾ, ਪਰ ਧੀਰੇ ਧੀਰੇ ਵੱਧ ਰਿਹਾ, ਐਸੀ ਗੱਲ ਨਹੀਂ ਹੈਗੀ। ਲੇਕਿਨ ਇਹ ਡਿਪੈਂਡ ਕਰਦਾ ਡਿਫਰੈਂਟ ਸਿਟੀਜ਼ ਐਂਡ ਡਿਫਰੈਂਟ ਮਿਊਨਿਸਪੈਲਿਟੀਜ਼ ਦੇ ਉੱਤੇ, ਅਦਰਵਾਈਜ਼ ਐਸੀ ਕੋਈ ਗੱਲ ਨਹੀਂ ਹੈਗੀ ਸਰ। ਤੇ ਉੱਥੇ ਜਿਹੜਾ ਚਾਈਨਾ ਦੀ ਗੱਲ ਕਰ ਰਹੇ ਹੋ, ਉੱਥੇ ਪਾਪੂਲੇਸ਼ਨ ਜਿਹੜੀ ਹੈਗੀ ਉਹਦੀ ਗਰੋਥ ਘਟਣੀ ਸ਼ੁਰੂ ਹੋਈ ਹੈ, ਇੱਥੇ ਵਧਣੀ ਸ਼ੁਰੂ ਹੋਈ ਹੈ, ਇਹ ਵੀ ਬੜਾ ਵੱਡਾ ਫਰਕ ਹੈ। ਓਕੇ, ਥੈਂਕ ਯੂ ਸਰ, ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਵਰਮਾ ਜੀ। ਹਾਂਜੀ ਜਗਤਾਰ ਜੀ ਤੁਸੀਂ ਆਉਂਦੇ ਹੋ, ਜਗਤਾਰ ਜੀ ਗੋ ਹੈਡ। ਠੀਕ ਹੈ ਜੀ, ਜਗਤਾਰ ਮਿੱਤਰ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਪੰਕਜ ਜੀ ਨੂੰ ਵੀ ਸਰ ਸੁਣਦੇ ਰਹੇ ਤੇ ਇੱਕ ਐਡਮਾਇਰ ਤੁਸੀਂ ਗੱਲ ਕਰ ਰਹੇ ਹੋ ਨਾ ਜੀ, ਅਸੀਂ ਵੀ ਇਸੇ ਦੁੱਖ ਚ ਨਿਕਲੀ ਦਾ ਰੋਜ਼ ਇਹ ਘਰ ਕਿਹਨੂੰ ਦਿਲਾਈਏ ਨਾ ਦਿਲਾਈਏ, ਇਟ ਹਰਟਸ। ਤੇ ਹਰ ਸਾਲ ਜਿਹੜੀ ਪੇਨ ਹੈਗੀ ਹੈ ਨਾ ਜੀ ਵੱਧਦੀ ਜਾ ਰਹੀ ਹੈ। ਉਹ ਸੋਚੀਦਾ ਵੀ ਸ਼ਾਇਦ ਰਿਲੀਫ ਆਏਗੀ, ਨਹੀਂ ਆ ਰਹੀ। ਇਹਦੇ ਤੇ ਮੈਂ ਕਈ ਵਾਰੀ ਗੱਲ ਕੀਤੀ ਹੈ, ਆਫ ਦੀ ਟਾਪ ਆਫ ਦੀ ਏਅਰ ਵੀ ਕਰੀ ਦੀ ਹੈ ਕਿ ਐਟ ਦੀ ਮੋਮੈਂਟ ਸਰਕਾਰ ਨੂੰ ਇਮੀਗ੍ਰੇਸ਼ਨ ਤੇ ਪੌਜ਼ ਲਾਉਣਾ ਪੈਣਾ ਜੀ। ਪੌਜ਼ ਮਤਲਬ ਕਿਉਂਕਿ ਜਦ ਤੱਕ ਜਿਹੜਾ ਘਰ ਦੇ ਹਾਲਾਤ ਸੁਧਰਦੇ ਨਹੀਂਗੇ, ਹੋਰ ਨਵੇਂ ਨਾ ਲੈ ਕੇ ਆਉਣ, ਇਦੋਂ ਖਾਲਾ ਕੰਮ ਕੋਈ ਹੈ ਨਹੀਂ ਇਹਨਾਂ ਵਾਸਤੇ, ਘਰ ਛੇਤੀ ਬਣਨੇ ਵੀ ਨਹੀਂ ਗਏ। ਪਰ ਜਿਹੜੀ ਮੇਰੀ ਬਿਗੇਸਟ ਕੰਸਰਨ ਹਮੇਸ਼ਾ ਰਹੀ ਹੈਗੀ ਹੈ ਕਿ ਬਿਲਡਰਾਂ ਤੋਂ ਜਿਹੜੇ ਇੰਨੀ ਰੈਡ ਟੇਪ ਲੱਗੀ ਹੈਗੀ ਇਹ ਘਟਾ ਦੇਣਗੇ, ਚੰਗੇ ਰਹਿਣਗੇ। ਦੂਸਰੀ ਗੱਲ, ਮੇਰੀ ਬਲੀਫ ਹੈ ਜੀ, ਆਈ ਮੇ ਬੀ ਰੋਂਗ, ਕਿ ਜਿਸ ਤਰ੍ਹਾਂ ਪੁਰਾਣੀਆਂ ਬਿਲਡਿੰਗਾਂ ਤੁਸੀਂ ਦੇਖਦੇ ਟੀਕੇ ਚ ਸਾਰੀਆਂ ਸਾਈਜ਼ ਬੜੇ ਡੀਸੈਂਟ ਹੁੰਦੇ ਸੀਗੇ, ਤੇ ਆਈ ਥਿੰਕ ਬਿਲਡਰਸ ਸ਼ੁੱਡ ਨਾਟ ਬੀ ਅਲਾਉਡ ਟੂ ਬਿਲਡ ਟਾਈਨੀ ਯੂਨਿਟਸ, ਬਿਕੋਜ਼ ਫਿਰ ਉਹ ਕੱਲਿਆਂ ਵਾਸਤੇ ਰਹਿ ਜਾਂਦੇ ਆ। ਦੇयर ਸ਼ੁੱਡ ਬੀ ਮੋਰ 2 ਬੈਡਰੂਮਸ ਔਰ 3 ਬੈਡਰੂਮਸ। ਐਂਡ ਇਹਨਾਂ ਦੀ ਜਿਹੜੀ ਕਾਸਟ ਹੈਗੀ ਹੈ ਨਾ, ਮੈਂ ਹਲੇ ਵੀ ਕਈ ਵਾਰੀ ਸੋਚਦਾ ਹੁੰਦਾ ਕਿ ਕੋਂਡੋ ਇੱਥੇ ਹੀ ਬਣ ਰਿਹਾ, ਕੋਂਡੋ ਕੈਲਗਰੀ ਬਣ ਰਿਹਾ, ਕੋਂਡੋ US ਚ ਬਣ ਰਹੇ ਹੈਗੇ ਆ। ਇਹਨਾਂ ਦੀ ਪ੍ਰਾਈਸ ਦੀ ਬਿਲਡਿੰਗ ਕਾਸਟ ਹੈ ਵੀ ਸਾਰੇ ਸੇਮ ਹੈਗੀ ਹੈ। I'm talking about labor, construction cost, material cost, ਸਾਰੀ ਸੇਮ ਹੈ। ਕੱਲੀ ਲੈਂਡ ਵੈਲਿਊ ਇੰਨੀ ਮਹਿੰਗੀ ਕਿੱਦਾਂ ਹੋ ਸਕਦੀ ਹੈ? ਦੂਸਰੀ ਗੱਲ ਹੈ ਕਿ ਜਿਵੇਂ ਹੁਣ ਆਪਣਾ ਤੁਹਾਨੂੰ ਪਤਾ ਕਿ ਵਾਉਣ ਦੇ ਵਿੱਚ ਵੀ ਇਹਨਾਂ ਨੇ 40-50 ਬਿਲਡਿੰਗਾਂ ਹੋਣੀਆਂ। ਦੇ ਨੀਡ ਟੂ ਬ੍ਰਿੰਗ ਮੋਰ ਹਾਈ ਰਾਈਜ਼ ਬਿਲਡਿੰਗ। ਜਿੱਦਾਂ ਪੁਰਾਣੇ ਵੇਲੇ ਵਿੱਚ ਕੀ ਹੁੰਦਾ ਸੀਗਾ, ਬਹੁਤ ਇਲਾਕੇ ਸੀ, ਜੇਨ ਫ੍ਰਿੰਚ ਦਾ ਇਲਾਕਾ ਸੀ, ਬੜੀਆਂ ਬਿਲਡਿੰਗਾਂ ਬਣੀਆਂ ਸੀ ਉੱਥੇ। ਕਿਪਲਿੰਗ ਸਟਰੀਟ ਦਾ ਇਲਾਕਾ ਸੀ, ਬੜੀਆਂ ਬਿਲਡਿੰਗਾਂ ਬਣੀਆਂ ਸੀ ਉੱਥੇ। ਦੇ ਨੀਡ ਟੂ ਮੇਕ ਮੋਰ ਬਿਲਡਿੰਗ। ਜਾਂ ਜਿਹੜੀ ਛੋਟੀਆਂ 4-5 ਫਲੋਰ ਦੀਆਂ ਬਿਲਡਿੰਗਾਂ ਹੁੰਦੀਆਂ ਜਿਹੜੀਆਂ ਪੁਰਾਣੀਆਂ ਹੁੰਦੀਆਂ ਸੀਗੀਆਂ, ਉਹ ਬੰਦ ਹੋ ਗਈਆਂ ਤਾਂ। ਦੇ ਨੀਡ ਟੂ ਬਿਲਡ ਦੋਜ਼ ਕਾਈਂਡ ਆਫ ਹਾਊਸਿੰਗਸ ਜਿਹਨਾਂ ਵਿੱਚ 2-2 ਬੈਡਰੂਮ 3 ਬੈਡਰੂਮ ਦੇ ਯੂਨਿਟ ਹੋਣ, ਜਿਹੜਾ ਕਿ ਆਮ ਐਵਰੇਜ ਬੰਦਾ ਜਿਹੜਾ ਹੈ ਉਹਦੇ ਲਈ ਅਫੋਰਡੇਬਿਲਿਟੀ ਆ ਸਕੇ। ਉਹ ਇਹਦੇ ਬਾਰੇ ਤੁਸੀਂ ਕੀ ਆਫਰ ਕੇ ਸਟੇ ਹੁੰਦਾ? ਇਹੀ ਤਾਂ ਪਲਾਨ ਹੈ ਨਾ ਸਰ। ਇੰਟੈਰੀਅਰ ਇਹੀ ਤਾਂ ਜੋ ਤੁਸੀਂ ਗੱਲਾਂ ਕਰ ਰਹੇ ਹੋ, ਇਹੀ ਇੰਟੈਰੀਅਰ ਪਲਾਨ ਹੈ। 1.5 ਮਿਲੀਅਨ ਨਿਊ ਹੋਮਸ ਜਿਹਨੂੰ ਅਸੀਂ ਕਹਿੰਦੇ ਆ ਮੋਰ ਹੋਮਸ ਬਿਲਡ ਫਾਸਟਰ, ਬਿਲਡ 23, ਜਿਹਦੇ ਅੰਦਰ ਉਹਨੇ ਕਿਹਾ ਕਿ ਓਪਨ ਅਪ ਗ੍ਰੀਨ ਬੈਲਟ, ਜਿਹੜਾ ਮਿਸਮੈਚ ਹੋਇਆ ਪਿਆ ਉਹਨੂੰ ਪੂਰਾ ਕਰਨ ਵਾਸਤੇ 4 ਮਲਟੀਪਲੈਕਸ 5 ਮਲਟੀਪਲੈਕਸ ਡੈਂਸਿਟੀ ਵਧਾਉਣ ਵਾਸਤੇ। ਇਹ ਸਾਰੀ ਗੱਲਾਂ ਕਹਿ ਰਹੇ ਨੇ। ਇਹੀ ਤੇ ਗੱਲ ਕੀਤੀ ਓਨਟਾਰੀਓ ਪਲਾਨ ਬਟ ਹਟਾ ਕੇ ਕਦਮ ਸ਼ੁਰੂ ਹੋਏਗਾ। ਇਹ ਗੱਲ ਤੇ ਇਹ ਆ ਰਹੀ ਹੈ ਸਾਰੀ ਨਾ ਜੀ। ਇਮੀਗ੍ਰੇਂਟ ਦੀ ਜਿਹੜੀ ਗੱਲ ਹੈ ਸਰ, ਮੇਰੇ ਖਿਆਲ ਨਾਲ ਮੈਂ ਬਿਲਕੁਲ ਅਗੇਂਸਟ ਆ। ਇਮੀਗ੍ਰੇਂਟ ਤੇ ਰੋਕ ਹੀ ਨਹੀਂ ਸਕਦੇ ਤੁਸੀਂ, ਸਾਡੀ ਇਕਨੋਮੀ ਉਲਟੀ ਚੱਲ ਪਏਗੀ। ਮੈਂ ਇਮੀਗ੍ਰੇਂਟ ਰੋਕਣ ਦੀ ਬਜਾਏ ਮੈਂ ਇਨਫਰਾਸਟ੍ਰਕਚਰ ਤੇ ਲੜਾਈ ਕਰਾਂਗਾ, ਜੋ ਕਿ ਮੋਗਾ ਜੀ ਤੁਹਾਨੂੰ ਯਾਦ ਹੈਗਾ ਸੀ ਟੀਵੀ ਦੇ ਉੱਤੇ ਵੀ ਇਹ ਗੱਲ ਇੱਕ ਵਾਰ ਕੀਤੀ ਸੀਗੀ ਕਿ ਇਹ ਇਨਫਰਾਸਟ੍ਰਕਚਰ ਚਾਹੀਦਾ ਹੈ। ਉਹ ਕਰ ਸਕਦੇ ਨੇ, ਸਿਟੀ ਨੂੰ ਬਾਉਂਡ ਕਰ ਸਕਦੇ ਨੇ, ਉਹਨਾਂ ਨੂੰ ਫੰਡਿੰਗ ਦੇ ਸਕਦੇ ਨੇ। ਇਨਫਰਾਸਟ੍ਰਕਚਰ ਜਿਹੜਾ ਉਹ ਕਹਿ ਰਹੇ ਸੀਗੇ ਕਮਰਸ਼ੀਅਲ ਹਬਸ ਵਗੈਰਾ ਜਿਸ ਤਰ੍ਹਾਂ ਬਣਨਗੇ, ਸਿਟੀਜ਼ ਵਗੈਰਾ ਅਲੱਗ-ਅਲੱਗ ਬਣਨਗੀਆਂ ਜਿਸ ਤਰ੍ਹਾਂ, ਤੇ ਉਹਦੇ ਅੰਦਰ ਆਪਣੇ ਆਪ ਹੀ ਉੱਥੇ ਰੈਜ਼ੀਡੈਂਸ ਬਣਨੇ ਸ਼ੁਰੂ ਹੋ ਜਾਣਗੇ, ਆਪਣੇ ਆਪ ਜੌਬ ਸ਼ੁਰੂ ਹੋ ਜਾਣਗੀਆਂ। ਉਹ ਮੁੜ ਚੜ ਕੇ ਗੱਲ ਉੱਥੇ ਆ ਜਾਂਦੀ ਹੈ ਕਿ ਕੋਆਰਡੀਨੇਸ਼ਨ ਹੈ ਹੀ ਨਹੀਂ ਤੇ ਇਹਨਾਂ ਦਾ, ਬਸ ਗੱਲ ਖਤਮ। ਫੈਡਰਲ ਸਰਕਾਰ ਕਹੇ ਜੀ ਮੈਂ ਤੁਹਾਨੂੰ ਇੰਨੇ ਤਰ੍ਹਾਂ ਫੰਡ ਦੇ ਰਿਹਾ, ਔਰ ਪ੍ਰੋਵਿੰਸ਼ੀਅਲ ਕਹੇ ਜੀ ਅਸੀਂ ਨਹੀਂ ਦੇ ਰਿਹਾ, ਮਿਊਨਿਸਪੈਲਿਟੀ ਨੂੰ ਬਾਉਂਡ ਕਰ ਦੇਣ ਉੱਥੇ, ਲੇਕਿਨ ਇਹ ਕੰਮ ਹੋਏਗਾ। ਲੇਕਿਨ ਇਮੀਗ੍ਰੇਂਟ ਨੇ ਤੁਸੀਂ ਨਹੀਂ ਰੋਕ ਸਕਦੇ ਮੇਰੇ ਸਾਹਮਣੇ। ਮੋਂਗਾ ਜੀ ਤੁਸੀਂ ਕੀ ਕਹਿੰਦੇ ਹੋ? ਹਾਂਜੀ ਮੈਂ ਮਿਊਟ ਕਰ ਲਿਆ ਸੀਗਾ, ਸੌਰੀ। ਹਾਂ ਮੋਂਗਾ ਜੀ ਤੁਸੀਂ ਕੀ ਕਹਿੰਦੇ ਇਸ ਬਾਰੇ, ਇਮੀਗ੍ਰੇਂਟ ਦੇ ਬਾਰੇ? ਬਿਲਕੁਲ ਪੀਕੇ ਜੀ, ਮੈਂ 100% ਐਗਰੀ ਕਰਦਾ ਇਸ ਚੀਜ਼ ਤੇ। ਅਸੀਂ ਇਮੀਗ੍ਰੇਸ਼ਨ ਨਹੀਂ ਰੋਕ ਸਕਦੇ ਹਾਂ ਕਿਉਂਕਿ ਅਸੀਂ ਬਹੁਤ ਪਿੱਛੇ ਚਲੇ ਜਾਵਾਂਗੇ ਅਗਰ ਰੋਕ ਦਿੱਤਾ ਤਾਂ। ਇਕੱਠੇ ਲਿਆਣੇ ਬਹੁਤ ਮੁਸ਼ਕਿਲ ਹੋ ਜਾਣਗੇ। ਲੇਕਿਨ ਇਨਫਰਾਸਟ੍ਰਕਚਰ ਚਾਹੀਦਾ ਜੋ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਹੈ ਜੀ। ਹਾਂਜੀ ਹੈਲੋ। ਪਰ ਗੱਲ ਕੀ ਹੈ, ਇਨਫਰਾਸਟ੍ਰਕਚਰ ਪਹਿਲਾਂ ਹੀ ਸ਼ਾਰਟ ਫਾਲ ਹੋਈ ਪਈ ਹੈ। ਪੀਕੇ ਜੀ ਨੇ ਆਖਿਆ ਨਾ, ਸਾਨੂੰ ਵੀ ਇੰਨੇ ਸਟੂਡੈਂਟ ਦੀ ਕਹਿੰਦੀ ਹੈ ਕਿ ਅੰਕਲ ਘਰ ਲੈ ਦੋ, ਬੇਸਮੈਂਟ ਲੈ ਦੋ। ਜਿਹੜੇ ਪੁਰਾਣੇ ਰਹਿ ਗਏ ਆ ਉਹ ਜਿੰਨਾ ਵੀ ਜਿਹੜੇ ਬੈਠੇ ਤੇ ਉਹਨਾਂ ਕੋਲ ਰਹਿਣ ਨੂੰ ਜਗ੍ਹਾ ਹੈ ਨਹੀਂ, ਹੋਰ ਲਈ ਆ ਰਹੇ ਸੀ
ਜਦ ਤੱਕ ਜਿਹੜੇ ਪਹਿਲਾਂ ਆਏ ਹੈ ਉਹਨਾਂ ਨੂੰ ਅਕੋਮੋਡੇਸ਼ਨ ਦੇ ਲਈਏ, ਦੁਬਾਰਾ ਫਿਰ ਰੀਬੋਲ ਸ਼ੁਰੂ ਕਰ ਲਾਂਗੇ। ਮੈਂ ਕਿਹਾ ਬੰਦ ਤਾਂ ਕਹੀ ਨਹੀਂ, ਮੈਂ ਕਿਹਾ ਪੌਜ਼ ਕਰਨ ਦੀ ਲੋੜ ਹੈ। ਤੇ ਉਹ ਕਹਿੰਦੇ ਨੇ ਵੀ we can't have it running at same time। ਜੋ ਪਹਿਲਾਂ ਹੀ ਸ਼ਾਰਟੇਜ ਹੋਈ ਪਈ ਹੈ, it needs to be paused, ਤਾਂ ਕਿ ਜੋ ਆਪਾਂ ਪਹਿਲਾਂ ਜੋ ਪਿਆ ਪਲੇਟ ਦੇ ਵਿੱਚ ਉਹਨੂੰ ਸਮੇਟ ਲਈਏ, then we can restart again। ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਸੀ, ਕਿੰਨੀ ਦੇਰ ਲਈ ਤੁਸੀਂ ਜਦੋਂ ਪੌਜ਼ ਕਹਿੰਦੇ ਹੋ, ਕਿੰਨੀ ਦੇਰ ਲਈ ਪੌਜ਼ ਕਰਨੀ ਚਾਹੀਦੀ ਹੈ ਇਮੀਗ੍ਰੇਸ਼ਨ, ਜੇ ਤੁਸੀਂ ਪੌਜ਼ ਕਹਿੰਦੇ ਹੋ? ਪੌਜ਼ ਨਹੀਂ ਕਿਹਾ ਇਹਦੇ ਵਿੱਚ ਕੀ ਬਿਲਕੁਲ ਬੰਦ ਨਹੀਂ ਹੁੰਦੀ ਗੀ। ਪੌਜ਼ ਦਾ ਮਤਲਬ ਕਿ ਜਿਸ ਲੈਵਲ ਤੇ ਇਸ ਵੇਲੇ ਆ ਰਹੇ ਹਨ ਜੀ, ਮਤਲਬ ਸਲੋ ਕਰਨੀ ਚਾਹੀਦੀ ਹੈ। ਤੁਸੀਂ ਕਹਿ ਰਹੇ ਹੋ ਸਲੋ ਕਰਨੀ ਚਾਹੀਦੀ ਹੈ। ਵਰਡ ਤੁਸੀਂ ਸਲੋ, ਕਿਉਂਕਿ ਪੌਜ਼ ਦਾ ਮਤਲਬ ਤਾਂ ਰੋਕਣਾ ਹੁੰਦਾ, ਪੌਜ਼ ਦਾ ਮਤਲਬ ਰੋਕਣਾ ਹੈ, ਤਾਂ ਇਮੀਗ੍ਰੇਸ਼ਨ ਤੁਸੀਂ ਰੋਕਣ ਦੀ ਗੱਲ ਨਹੀਂ ਕਰ। ਹਾਂਜੀ ਹਾਂ, ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਔਰ ਪੀਕੇ ਜੀ, ਤੁਸੀਂ ਸਾਰੀ ਗੱਲਬਾਤ ਸੁਣ ਰਹੇ ਹੋ, ਤੁਹਾਡੇ कमेंट कीजिए बस। जिन्हें कहते ने इधर कुआं उधर खाई, बस इधर कुआं उधर खाई, ऐ करो तो वो प्रॉब्लम है, वो करो तो यह प्रॉब्लम है। मैं तो कहूँगा कि कुछ भी ना होए, प्रोटेस्ट किया जाए बड़ा बड़ा कि तीनों सरकार बह जाओ और एक रूल लेके आओ, सिस्टम बनाओ। फेडरल सरकार कोई ऐलान करेगी, उस तो ऐलान करो तो पहले एटलीस्ट 2 years बिफोर वो प्रोविंशियल फिर म्यूनसिपैलिटी को बताएगी, ताकि वो अपने हिसाब से प्लान कर। अच्छा, अचानक इमिग्रेंट आके बैठ गया, अचानक ऐलान करता, इन्हें आने ना प्रोविंशियल सरकार तैयार है ना म्यूनसिपैलिटी तैयार है, इन्होंने तो ऐलान करता। पर घर बनाने वास्ते क्या थोड़ा कोई कंट्रोल है म्यूनसिपैलिटी उत्ते? नहीं है। म्यूनसिपैलिटी कहती सानू की पता जी। तो इस करके मेरे हिसाब नाल इक्को ही गल है मुड़ छुड़ के कि कोऑर्डिनेशन, एंड आई वुड आल्सो से more funding for the people who are in need and more funding for the immigrants, like उन्होंने कुछ किराए दे फॉर फर्स्ट ईयर कुछ सस्ते मकान दिते जान, या उन्होंने बाइंग के उत्ते कुछ किया जाए। मैं तो बाइंग के उत्ते गल ही नहीं कर रहा, मैं तो कंस्ट्रक्शन वास्ते गल कर रहा। सप्लाई वास्ते कुछ ना कुछ किया जाए, मोर कंस्ट्रक्शन वर्कर बुलाए जान, मोर पीपल रिलेटेड प्रोफेशनल्स हु आर रिलेटेड लिंक टू द कंस्ट्रक्शन सेक्टर, उन्होंने ज्यादा बुलाया जाए। यह कुछ करनी गल्लां बहुत जरूरी है, ना कि वड्डे वड्डे प्लान बना के बैठ जाओ जी। सर एक चीज है वैसे, ਹਾਂਜੀ ਪੰਕਜ ਜੀ, ਜੋ मैं एक चीज ऐसे जो स्टूडेंट्स की गल हो रही थी ना, मेरे ख्याल नाल पता की होना चाहिए, स्टूडेंट एडमिशन लेंदे ने लेक हेड यूनिवर्सिटी च, नायगरा फॉल यूनिवर्सिटी च, सारनिया च, लैम्पटन ते ਉਹ ਸਾਰੇ ਪੜ੍ਹਦੇ ਬ੍ਰੈਂਪਟਨ ਚ ਪਏ ਨੇ। ਉਹ ਇੱਥੇ ਕਿਉਂ ਪੜ੍ਹਦੇ ਪਏ ਨੇ? ਜਿੱਥੇ ਉਹਨਾਂ ਨੇ ਐਡਮਿਸ਼ਨ ਲਿੱਤਾ ਹੈ ਉਹਨਾਂ ਸ਼ਹਿਰਾਂ ਚ ਕਿਉਂ ਨਹੀਂ ਜਾਂਦੇ? वेरी नाइस ਮੇਰੇ ਕੋਲ ਵੀ ਕੇਸ ਹੈਗਾ जी। हाँ, अगर स्टूडेंट एने आ रहे ने तो उन्होंने डिवाइड करना है तो कर दियो, तुहाडे हत्थ च है। ये तो प्रोविंस के हत्थ च, क्यों नहीं भेजते कि ऐसे खोल ही नहीं सकते तुसीं ਜਿਹੜੀ जगह ते एडमिशन लिता सिर्फ उत्थे ही पढ़ सकते हो। बहुत वधिया गल है, बहुत वड्डी प्रॉब्लम स्टूडेंट दे साल होंदी है इस वक्त, क्योंकि उन्होंने एडमिशन नहीं मिल रहा होंदा। जिथे एडमिशन मिलता लैके आ जाओ, इत्थे आके अंदर मूव कर जाएंगे और की नहीं। ऐसे आके की करते ने, वो नायगरा फॉल वाली यूनिवर्सिटी ने, लेक एड यूनिवर्सिटी ने छोटे छोटे ऐसे प्लाजा च कमरे लै रखे ने, ਉਹ ਡਿਗਰੀਆਂ ਇੱਥੇ ਮਿਲਦੀਆਂ ਨੇ ਉਹਨਾਂ ਨੂੰ, ਕਿਉਂ ਉੱਥੇ ਕਿਉਂ ਨਹੀਂ ਪੜ੍ਹਦੇ ਜਾ ਕੇ? ਸੋ ਮੇਰੇ ਹਿਸਾਬ ਨਾਲ ਸਟੂਡੈਂਟਸ ਨੂੰ ਡਿਵਾਈਡ ਕਰ ਦੇਣਾ ਚਾਹੀਦਾ ਇਹਨਾਂ ਨੂੰ, ਜਿੱਥੇ ਤੁਸੀਂ ਐਡਮਿਸ਼ਨ ਲਿੱਤਾ ਉੱਥੇ ਪੜ੍ਹੋ। ਤੁਹਾਡੀ ਗੱਲ ਬਿਲਕੁਲ ਠੀਕ ਹੈ ਸਰ। ਉਹ ਇਸ ਤਰ੍ਹਾਂ ਹੈ ਕਿ ਕਈ ਛੋਟੇ ਮੋਟੇ ਕਾਲਜ ਜਿਨ੍ਹਾਂ ਕੋਲ ਰੈਕਗਨਾਈਜੇਸ਼ਨ ਨਹੀਂ ਹੈਗੀ, ਠੀਕ ਹੈ, ਉਹ ਕੀ ਕਰਦੇ ਨੇ, ਜਿਨ੍ਹਾਂ ਯੂਨੀਵਰਸਿਟੀ ਜਿਹੜੀਆਂ ਰੈਕਗਨਾਈਜ਼ਡ ਨੇ, ਜਿਨ੍ਹਾਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਬੁਲਾਉਣ ਦੀ ਇਜਾਜ਼ਤ ਹੈ, ਉਹਨਾਂ ਤੋਂ ਨਾਲ ਉਹਨਾਂ ਦੇ ਨਾਲ ਐਫੀਲੀਏਸ਼ਨ ਜੋੜ ਕੇ ਇੱਥੇ 2 ਕਮਰੇ ਦਾ ਉਹ ਯੂਨੀਵਰਸਿਟੀ ਖੋਲ੍ਹ ਲੈਂਦੇ, 2 ਕਮਰੇ ਦੀ, 2 ਕਮਰੇ ਇੱਥੇ 4 ਕਮਰੇ ਖੜੇ ਕਰ ਲਏ ਔਰ ਉਹ 'ਚੋਂ ਇਹਨਾਂ ਨੇ ਵਧੀਆ ਪੈਸਾ ਬਣਾ ਲਿਆ। ਠੀਕ ਹੈ ਸਰ, ਸਵਾਲ ਇਹ ਹੈ ਕਿ ਜਦੋਂ ਸ਼ੈਰੀਡਨ ਕਾਲਜ ਤੋਂ ਸ਼ੁਰੂਆਤ ਕਰਦਾ ਹੈ, ਮੈਂ ਨਾਮ ਲੈ ਕੇ ਗੱਲ ਕਰ ਰਿਹਾ, ਜਦੋਂ ਸ਼ੈਰੀਡਨ ਕਾਲਜ ਨੇ ਮਿਲੀਅਨਸ ਆਫ ਡਾਲਰ ਹਰ ਸਾਲ ਮਿਲੀਅਨਸ ਆਫ ਡਾਲਰ ਸ਼ੈਰੀਡਨ ਕਾਲਜ ਨੇ ਬਣਾਏ ਹੈ, ਸਟੂਡੈਂਟਸ ਇੱਥੇ ਆ ਰਹੇ ਨੇ, ਇੰਨੀ ਫੀਸ ਉਹਨਾਂ ਨੂੰ ਮਿਲੀ ਹੈ, ਤੇ ਸਰਕਾਰ ਦਾ ਫਰਜ਼ ਬਣਦਾ ਸੀ ਸ਼ੈਰੀਡਨ ਕਾਲਜ ਨੂੰ ਇਹ ਅਕਾਊਂਟੇਬਲ ਠਹਿਰਾਉਂਦੇ। ਸਾਡੀ ਫੈਡਰਲ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਗਵਰਨਮੈਂਟ ਦੀ ਨਲਾਇਕੀ ਰਹੀ ਹੈ ਕਿ ਉਹਨਾਂ ਨੇ ਇਹਨਾਂ ਨੂੰ ਅਕਾਊਂਟੇਬਲ ਨਹੀਂ ਠਹਿਰਾਇਆ ਇਹਨਾਂ ਕਾਲਜਿਸ ਨੂੰ ਕਿ ਤੁਸੀਂ ਹਾਊਸਿੰਗ ਕਿੱਦਾਂ ਪ੍ਰੋਵਾਈਡ ਕਰੋਗੇ, ਤੁਸੀਂ ਹੋਸਟਲ ਕਿੱਦਾਂ ਬਣਾਓਗੇ, ਉਹਨਾਂ ਦੇ ਰਹਿਣ ਦਾ ਕੀ ਇੰਤਜ਼ਾਮ ਹੈ, ਸਟੂਡੈਂਟ ਜਿਹੜੇ ਪੜ੍ਹਨ ਆ ਰਹੇ ਨੇ। ਸੋ ਇਹ ਨਲਾਇਕੀ ਰਹੀ ਹੈ ਸਾਡੀ ਸਰਕਾਰਾਂ ਦੀ, ਸਾਡੀ ਫੈਡਰਲ ਪ੍ਰੋਵਿੰਸ਼ੀਅਲ ਔਰ ਮਿਊਨਿਸਪਲ ਗਵਰਨਮੈਂਟ ਦੀ, ਔਰ ਸਾਡੀ ਉਸ ਤੋਂ ਵੱਧ ਨਲਾਇਕੀ ਰਹੀ ਹੈ ਕਿ ਅਸੀਂ ਐਸੇ ਨਲਾਇਕ ਲੀਡਰ ਅਸੀਂ ਇਲੈਕਟ ਕਰ ਭੇਜ ਰਹੇ ਹਾਂ, ਬੜੇ ਨਲਾਇਕ ਲੀਡਰ ਅਸੀਂ ਇਲੈਕਟ ਕਰ ਭੇਜ ਰਹੇ ਹਾਂ। ਮੈਂ ਬੜੀ ਜ਼ਿੰਮੇਵਾਰੀ ਨਾਲ ਵਰਡ ਦੁਬਾਰਾ ਯੂਜ਼ ਕਰ ਰਿਹਾ ਕਿ ਐਸੇ ਨਲਾਇਕ, ਐਸੇ ਇਨਕੰਪੀਟੈਂਟ ਲੀਡਰ ਜਿਨ੍ਹਾਂ ਨੂੰ ਅਸੀਂ ਦਫ਼ਤਰ ਦੇ ਬਾਹਰ ਚਾਹ ਸਰਵ ਕਰਨ ਲਈ ਰੱਖੀਏ, ਤੁਸੀਂ ਉਹਨਾਂ ਨੂੰ ਚੱਕ ਕੇ ਕੈਬਨਿਟ ਮਿਨਿਸਟਰ ਬਣਾਤਾ। ਇਹਨਾਂ ਲੋਕਾਂ ਨੂੰ ਦਫ਼ਤਰ ਦੇ ਬਾਹਰ ਚਾਹ ਸਰਵ ਕਰਨੀ ਨਹੀਂ ਆਉਂਦੀ ਕਿ ਇੱਕ ਬੰਦਾ ਬਾਹਰ ਬੈਠਾ ਹੋਵੇ ਜੀ ਜਿਹੜਾ ਅੰਦਰ ਆ ਕੇ ਚਾਹ ਸਰਵ ਕਰ ਸਕਦਾ ਹੈ। ਇਹਨਾਂ ਨੂੰ ਉਹਨਾਂ ਕੰਮ ਵੀ ਨਹੀਂ ਆਉਂਦਾ ਇਹਨਾਂ ਲੋਕਾਂ ਨੂੰ, ਲੇਕਿਨ ਉਹਨਾਂ ਬੰਦਿਆਂ ਨੂੰ ਅਸੀਂ ਕੈਬਨਿਟ ਮੰਤਰੀ ਬਣਾ ਦਿੰਦੇ ਹਾਂ। ਉਹ ਫਿਰ ਸਾਡੀ ਆਪਣੀ ਵੀ ਕਿਤੇ ਨਾ ਕਿਤੇ ਗਲਤੀ ਹੈ, ਸਾਨੂੰ ਸੋਚਣਾ ਪਏਗਾ ਕਿ ਇਹੋ ਜਿਹੇ ਬੰਦੇ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਜਿਹਦੇ ਕਾਰਨ ਕਿ ਅੱਜ ਹਰ ਚੀਜ਼ ਦੇ ਵਿੱਚ ਚੈਲੰਜ ਹੈ। ਤੁਸੀਂ ਇੱਕ ਮੈਨੂੰ ਸਰ ਜਿੰਨੇ ਵੀ ਸਾਡੇ ਕਾਲਰਸ ਨੇ ਜਾਂ ਸਾਡੇ ਪੈਨਲ ਮੈਂਬਰਸ ਨੇ ਇਸ ਵੇਲੇ, ਗੁਰਦੀਪ ਜੀ ਤੁਸੀਂ ਦੱਸ ਦਿਓ, ਗੁਰਦੀਪ ਜੀ ਪੈਨਲ ਤੇ ਬੈਠੇ ਨੇ, ਪੀਕੇ ਸੱਭਰਵਾਲ ਸਾਹਿਬ ਪੈਨਲ ਤੇ ਬੈਠੇ ਨੇ,
ਪੰਕਜ ਜੀ ਪੈਨਲ ਤੇ ਬੈਠੇ ਨੇ, ਮੈਨੂੰ ਇੱਕ ਮੁੱਦਾ ਦੱਸ ਦਿਓ ਜੀ ਇਹਨਾਂ ਨੇ ਸੋਲਵ ਕੀਤਾ ਹੋਵੇ। ਕੋਈ ਕ੍ਰਾਈਮ ਸੋਲਵ ਕਰ ਦਿੱਤਾ ਹੈ ਕਿ ਜੀ ਕ੍ਰਾਈਮ ਬੜਾ ਘਟ ਗਿਆ ਜੀ, ਉਹ ਸਾਡੀ ਲੀਡਰਸ਼ਿਪ ਨੇ ਸੋਲਵ ਕਰਤਾ ਹੈ। ਇਹਨਾਂ ਨੇ ਜੀ ਮਹਿੰਗਾਈ ਠੀਕ ਕਰ ਦਿੱਤੀ ਹੈ ਜਨਾਬ, ਚਲੋ ਅਸੀਂ ਮੰਨ ਲਈਏ। ਇਹਨਾਂ ਨੇ ਜਨਾਬ ਹਾਊਸਿੰਗ ਕ੍ਰਾਈਸਿਸ ਠੀਕ ਕਰ ਦਿੱਤਾ ਹੈ, ਹੁਣ ਘਰਾਂ ਦੀ ਉਹ ਦਿੱਕਤ ਨਹੀਂ ਰਹੀ, ਹਾਊਸਿੰਗ ਕ੍ਰਾਈਸਿਸ ਠੀਕ ਕਰ ਦਿੱਤਾ ਹੈ। ਇਹਨਾਂ ਨੇ ਜੀ ਹੈਲਥ ਕੇਅਰ ਬੜੀ ਵਧੀਆ ਕਰ ਦਿੱਤੀ ਹੈ, ਹੁਣ ਪਹਿਲਾਂ ਨਾਲੋਂ ਐਮਰਜੈਂਸੀ 'ਚ ਵੇਟ ਟਾਈਮ ਬੜਾ ਘਟ ਗਿਆ ਹੈਗਾ। ਇਹਨਾਂ ਨੇ ਐਜੂਕੇਸ਼ਨ ਸਿਸਟਮ ਬੜਾ ਵਧੀਆ ਕਰ ਦਿੱਤਾ ਹੋਵੇ ਕਿ ਜੀ ਐਜੂਕੇਸ਼ਨ, ਕੋਈ ਇੱਕ ਤਾਂ ਮੁੱਦਾ ਦੱਸੋ ਤੁਸੀਂ ਨਲਾਇਕ ਲੀਡਰ ਕਰਦੇ ਕੀ ਪਏ ਹੋ? ਮੇਰੀ ਤਾਂ ਇਹੀ ਨਹੀਂ ਸਮਝ ਆ ਰਿਹਾ ਕਿ ਤੁਸੀਂ ਨਲਾਇਕ ਲੀਡਰ ਕਰਦੇ ਕੀ ਪਏ ਹੋ, ਕਿ ਕਿਸ ਗੱਲ ਦੀ ਤੁਸੀਂ ਤਨਖਾਹਾਂ ਲੋਕਾਂ ਤੋਂ ਲਈ ਜਾਂਦੇ ਹੋ। ਇਹ ਐਸੇ ਨਲਾਇਕ ਲੀਡਰ ਅਸੀਂ ਭਰਤੀ ਕੀਤੇ ਜਿਨ੍ਹਾਂ ਨੂੰ ਬਾਹਰ ਚਾਹ ਪਿਲਾਉਣ ਲਈ ਨਹੀਂ ਬੰਦਾ ਰੱਖੇ, ਉਹ ਕੈਬਨਿਟ ਮੰਤਰੀ ਬਣ ਕੇ ਘੁੰਮ ਰਹੇ ਨੇ ਇੱਥੇ। ਇਹੋ ਜਿਹੇ ਨਲਾਇਕ ਲੀਡਰ ਜੀ। ਗੋ ਹੈਡ ਜੀ, ਨੈਕਸਟ ਕਾਲ ਸੁਖਵਿੰਦਰ ਜੀ, ਗੋ ਹੈਡ। ਸਤਿ ਸ਼੍ਰੀ ਅਕਾਲ ਜੀ। ਜਦ ਵੀ ਜੀ ਇੱਦਾਂ ਨਾ ਕਰੋ, ਨਲਾਇਕ ਨਹੀਂ, ਇਹ ਬੜੇ ਸਮਾਰਟ ਆ ਜੀ। ਸਭ ਤੋਂ ਸਮਾਰਟ ਜਿਹੜੀ ਕੈਟਾਗਰੀ ਹੁੰਦੀ ਉਹ ਪੋਲੀਟੀਸ਼ੀਅਨ ਦੀ ਹੁੰਦੀ ਆ। ਦੇਖੋ ਇਹ ਚੁਣੇ ਅਸੀਂ ਹੁੰਦੇ, ਪਰ ਸਾਡੇ ਲਈ ਥੋੜ੍ਹਾ ਇਹ ਡੈਮੋਕ੍ਰੇਸੀ ਜਿਹੜੀ ਆ ਉਹਦੀ ਡੈਫੀਨੇਸ਼ਨ ਜਿਹੜੀ ਆਈਡੀਅਲ ਹੈਗੀ ਉਹ ਨਹੀਂ ਹੈਗੀ। ਜਿਹੜੀ ਰੀਅਲਿਸਟਿਕ ਡੈਮੋਕ੍ਰੇਸੀ ਆ ਉਹ ਇਹ ਹੀ ਆ ਕਿ ਚੁਣਨੇ ਅਸੀਂ ਆ, ਪਰ ਕੰਮ ਇਹਨਾਂ ਨੇ ਕੈਪੀਟਲ ਜਿਹੜੇ ਹੈਗੇ ਲੋਕ, ਅਮੀਰ ਲੋਕ, ਉਹਨਾਂ ਲਈ ਕਰਨਾ। ਤੁਸੀਂ ਦੇਖੋ ਸੱਭਰਵਾਲ ਸਾਹਿਬ ਕਹਿੰਦੇ ਕਿ ਧਰਨੇ ਲਾਓ, ਇਹ ਕਹਿੰਦੇ ਹੁੰਦੇ ਸਰਕਾਰ ਲੋਕਾਂ ਦੀ ਤੇ ਕੰਮ ਉਹਨਾਂ ਲਈ ਧਰਨੇ ਲੋਕ ਲਾਉਣ। ਤੁਸੀਂ ਦੇਖੋ ਮਹਿਰਵਾਨਾ ਨੂੰ ਪਾਸ ਕਰਾਉਣਾ ਸੀ, ਤੁਸੀਂ ਦੇਖਿਆ ਜੀ ਕਿਸੇ ਨੇ ਧਰਨੇ ਲਾਏ ਸੀ, ਕਿਹਾ ਸੀ ਪਾਸ ਕਰੋ, ਕਿਸੇ ਨੇ ਕਿਹਾ ਸੀ ਕੋਈ ਡਿਮਾਂਡ ਸੀਗੀ ਕਿ ਮੈਰਿਜੂਆਨਾ ਨੂੰ ਕਰੋ ਓਪਨ, ਕਿੰਨੀ ਡਿਮਾਂਡ ਸੀ ਕਿ ਇਹਨੂੰ ਡੀਕ੍ਰਿਮੀਨਲਾਈਜ਼ ਕਰ ਦਿਓ। ਦੇਖੋ ਜਿਹੜਾ ਕੰਮ ਪੈਸੇ ਵਾਲੇ ਬੰਦੇ, ਟੈਚੀਆਂ ਵਾਲੇ ਬੰਦੇ, ਉਹਨਾਂ ਦੇ ਕੰਮ ਕਰਨੇ, ਹੁਣ ਉਹ ਆਪਣੇ ਆਪ ਮਿਨਿਸਟਰ ਸਾਹਿਬ ਸਾਰਾ ਕੁਝ ਫਰੇਮ ਕਰਕੇ ਲਿਆਉਂਦੇ ਆ ਔਰ ਓਵਰਹੈਮਲੀ ਉਹਦੀ ਵੋਟਿੰਗ ਕਰਕੇ ਉਹਨੂੰ ਸਾਰਾ ਪਾਸ ਕਰਤਾ ਜਾਂਦਾ। ਸਾਰੇ ਕੰਮ ਹੀ ਇੱਦਾਂ ਹੁੰਦੇ। ਹੁਣ ਇਹ ਜਿਹੜੀ ਆਪਾਂ ਕਾਲਜਿਸ ਦੀ ਗੱਲ ਕਰ ਰਹੇ ਹਾਂ, ਇਹ ਤਾਂ ਬੜਾ ਵੱਡਾ ਸਕੈਮ ਹੈਗਾ ਜੀ। ਇਹ ਜਿਹੜੀ ਹਰ ਸਮਾਰਟ ਬੰਦਾ ਚਾਹੁੰਦਾ, ਤੁਸੀਂ ਐਜ ਏ ਬਿਜ਼ਨਸਮੈਨ, ਮੈਂ ਵੀ ਐਜ ਏ ਕੋਈ ਬਿਜ਼ਨਸਮੈਨ ਕਰਦਾ ਹੋਵਾਂ ਤੇ ਮੈਂ ਵੀ ਚਾਹੁੰਦਾ ਮੇਰਾ ਕੰਮ ਆਟੋ ਮੋਡ ਤੇ ਚੱਲੇ, ਮੈਨੂੰ ਮਿਹਨਤ ਨਾ ਕਰਨੀ ਪਏ, ਇੱਦਾਂ ਦਾ ਕੁਛ ਹੋ ਜਾਏ, ਆਪਣੇ ਆਪ ਹੀ ਕੰਮ ਤੁਰਿਆ ਜਾਏ, ਮੈਂ ਐਜ ਏ ਮੈਨੇਜਰ ਜਸਟ ਮੈਂ ਬਸ ਪੈਸੇ ਗਿਣਾ। ਔਰ ਇਹਨਾਂ ਦਾ ਵੀ ਇਹੀ ਆ, ਇੰਨੀ ਪਬਲਿਕ ਆ ਰਹੀ ਆ, ਇਹਨਾਂ ਨੂੰ ਕੰਮ ਕਰਨ ਦੀ ਲੋੜ ਕੀ ਹੈ? ਇਹਨਾਂ ਦਾ ਪੂਰਾ ਇਹਨਾਂ ਨੂੰ ਸ਼ੋਰਟੀ ਹੋਣੀ ਚਾਹੀਦੀ ਕਿ ਯਾਰ ਇਲੈਕਸ਼ਨ ਅਸੀਂ ਜਿੱਤਣਾ। ਔਰ ਇਸੇ ਲਈ ਇਹ ਕੋਈ ਕੰਮ ਨਹੀਂ ਕਰਦੇ। ਪਿੱਛੇ ਇਹਨਾਂ ਦੇ ਝੋਲਿਆਂ ਵਾਲੇ ਪੈਸੇ ਲੈ ਲੈ, ਟੈਚੀਆਂ ਵਾਲੇ, ਇਹਨਾਂ ਸਾਰੇ ਕਾਲਜ ਵਾਲਿਆਂ ਨੂੰ ਦਿਸ ਇਜ਼ ਆਲ ਮਨੀ ਸਪਿਨਿੰਗ ਗੇਮ ਜਿਹੜੀ ਚੱਲ ਰਹੀ ਆ। ਇਹ ਜਿਹੜੇ ਤੁਸੀਂ ਕਹਿ ਰਹੇ ਆ ਸਟੂਡੈਂਟ ਸਾਰੇ, ਇਹਨਾਂ ਨੂੰ ਸਾਰਾ ਪਤਾ, ਇਹਨਾਂ ਨੂੰ ਕੀ ਨਹੀਂ ਪਤਾ ਹੁੰਦਾ। ਸਾਡੇ ਤੁਹਾਡੇ ਕੋਲ ਤਾਂ ਇੰਨੇ ਰਿਸੋਰਸਿਸ ਹੈ ਨਹੀਂ, ਇਹਨਾਂ ਕੋਲ ਤੇ ਸਾਰੇ ਰਿਸੋਰਸਿਸ ਹੁੰਦੇ, ਦੇ ਹੈਵ ਆਲ ਦਾ ਨੌਲੇਜ। ਜੇ ਤੁਹਾਨੂੰ ਤੁਸੀਂ ਵਾਕਿਆ ਇਹ ਕੰਮ ਕਰਨਾ ਹੋਵੇ ਜਿਹੜੀ ਤੁਸੀਂ ਗੱਲ ਕਹਿ ਰਹੇ ਆ, ਫਿਰ ਤਾਂ ਬੰਦੇ ਇਮੀਗ੍ਰੇਸ਼ਨ ਜਿਹੜੀ ਇੰਨੀ ਲੋੜ ਹੈਗੀ ਆ, ਤੁਹਾਨੂੰ ਲੋੜ ਹੈਗੀ ਆ ਹੈਲੀਫੈਕਸ ਵਿੱਚ ਤੁਸੀਂ ਬੰਦੇ ਇੱਥੇ ਬ੍ਰਾਂਪਟਨ 'ਚ, ਤੁਹਾਨੂੰ ਲੋੜ ਹੈਗੀ ਵਿਨੀਪੈਗ ਵਿੱਚ ਬੰਦੇ ਇੱਥੇ, ਤੁਹਾਨੂੰ ਲੋੜ ਐਡਾ ਵੱਡਾ ਕੰਟਰੀ ਆ ਜਿੱਥੇ ਜਿਸ ਸੂਬੇ ਨੂੰ ਜਿੰਨੇ ਲੋਕ, ਜਿਹੜੇ ਸ਼ਹਿਰ ਨੂੰ ਜਿੰਨੇ ਚਾਹੀਦੇ ਉਹਨੇ ਉੱਥੇ ਡੈਡੀਕੇਟਡ ਭੇਜੋ। ਉੱਥੇ ਕੁਛ ਇੰਸ਼ੋਰ ਕਰੋ ਕਿ 4-5 ਸਾਲ ਉੱਥੇ ਰਹਿਣ, ਉਹਨਾਂ ਦੀ ਉੱਥੇ ਕੀਤਾ ਜਾਏ। ਥੋੜ੍ਹਾ ਜਿਹਾ ਇੱਕ ਫੋਕਲ ਪੁਆਇੰਟ ਬਣਾ ਕੇ ਇੱਥੇ ਹੀ ਸਾਰੇ ਆਈ ਜਾਣੇ। ਡਿਮਾਂਡ ਜਿਹੜੀ ਆ, ਡਿਮਾਂਡ ਤਾਂ ਜਨਰੇਟ ਹੁੰਦੀ ਸਾਰੇ ਆਲ ਓਵਰ ਕੈਨੇਡਾ, ਤੇ ਅਸੀਂ ਸਾਰੇ ਬੰਦੇ ਲੈ ਕੇ ਇੱਥੇ ਸਿੱਟੀ ਜਾਂਦੇ ਹਾਂ। ਉਹ ਡਿਮਾਂਡ ਕਾਰਪੈਂਟਰ ਦੀ, ਅਸੀਂ ਡਾਕਟਰ ਮੰਗਾਈ ਜਾਂਦੇ, ਡਾਕਟਰ ਮੰਗਾਈ ਜਾਂਦੇ, ਕੋਈ ਕਾਰਪੈਂਟਰ ਕਰ। ਡਿਮਾਂਡ ਕਿਸੇ ਹੋਰ ਚੀਜ਼ ਦੀ, ਮੰਗਾਈ ਕੁਛ ਹੋਰ ਜਾਂਦੇ ਆ। ਮਤਲਬ ਅਸੀਂ ਇੱਕ ਖੁੱਲ੍ਹਾ ਜਿੱਦਾਂ ਖੋਲ ਦਿੰਦੇ ਕਿ ਆ ਜਾਓ ਸਾਰੇ। ਸਾਡੇ ਡਿਮਾਂਡ ਜਿਹੜੀ ਆ ਉਹਦੇ ਹਿਸਾਬ ਦੇ ਨਾਲ ਜੇ ਆਪਾਂ ਉੱਥੋਂ ਬੰਦੇ ਮੰਗਾਏ ਜਾਣ ਜਿੰਨੇ ਚਾਹੀਦੇ, ਨਰਸਿੰਗ ਲਈ ਚਾਹੀਦੇ, ਡਾਕਟਰ ਚਾਹੀਦੇ, ਹੋਰ ਜੋ ਵੀ ਚਾਹੀਦਾ ਤੁਹਾਨੂੰ ਜਿਸ ਤਰ੍ਹਾਂ ਦੇ ਵੀ ਚਾਹੀਦੇ ਉਸ ਤਰ੍ਹਾਂ ਦੇ ਬੰਦੇ ਮੰਗਾਓ। ਜਿਸ ਰੀਜਨ 'ਚ ਚਾਹੀਦੇ ਉਸ ਥਾਂ 'ਤੇ ਭੇਜੋ, ਥੋੜ੍ਹੀ ਬਹੁਤੀ ਸੈਕਸ਼ਨ ਕਰੋ, 4-5 ਸਾਲ ਉੱਥੇ ਰਹਿਣ, ਉਹਨਾਂ ਨੂੰ ਉੱਥੇ ਵਸਾਓ ਤਾਂ ਕਿ ਬਾਕੀ ਰੀਜਨ ਵੀ ਡਿਵੈਲਪ ਹੋਣਗੇ। ਤੇ ਫਿਰ ਇੱਕ ਥਾਂ 'ਤੇ ਆਉਣਗੇ ਤੇ ਫਿਰ ਇੱਥੇ ਤੇ ਪ੍ਰੈਸ਼ਰ ਹੋਣਾ ਹੀ ਆ। ਇਹਦੇ ਵਿੱਚ ਸਾਰੀਆਂ ਗੌਰਮੈਂਟਸ ਨੂੰ ਇਨਵੋਲਵ ਹੋਣਾ, ਪਰ ਇਹ ਹੁੰਦਾ ਨਹੀਂ ਕਿਉਂਕਿ ਇਹ ਜਿਹੜੀਆਂ ਗੌਰਮੈਂਟਸ ਹੁੰਦੀਆਂ ਇਹ ਖਾਸ ਕਰਕੇ ਵੈਸਟਰਨ ਸੁਸਾਇਟੀਜ਼ ਦੇ ਵਿੱਚ ਤਾਂ ਇਹ ਸਾਰੇ ਕੈਪੀਟਲਿਸਟ ਲਈ ਕੰਮ ਕਰ ਰਹੇ ਆ। ਇੱਕ ਲਿਪ ਸਰਵਿਸ ਹੁੰਦੀ ਆ ਆਮ ਲੋਕਾਂ ਲਈ। ਦੇਖੀ ਆ ਧਰਨੇ ਦੋ, ਧਰਨੇ ਦਿੰਦੇ ਲੋਕੀ ਕਿੱਦਾਂ ਦੇ ਧਰਨੇ ਦਿੰਦੇ ਇੰਡੀਆ 'ਚ, ਧਰਨੇ ਥੋੜ੍ਹੀ ਉੱਥੇ ਤੇ ਸੜਕ ਤੋਂ ਉਹਨੇ ਦੱਸੇ ਕੋਈ ਰੁਕਦਾ ਨਹੀਂ ਕਿਉਂਕਿ ਲੋਕਾਂ ਨੂੰ ਖਾਣ ਪੀਣ ਨੂੰ ਮਾੜਾ ਮੋਟਾ ਹੀ ਦੇਈ ਜਾਂਦੇ, ਤੁਰਿਆ ਜਾਂਦਾ ਮਾੜਾ ਮੋਟਾ। ਔਰ ਆਪਣੀ ਇਹਨਾਂ ਦੀ ਵਿਕਟਰੀ ਇੰਸ਼ੋਰੈਂਸ ਹੁੰਦੀ। ਸਾਡੇ ਇੱਥੇ ਤੁਸੀਂ ਦੇਖ ਲਓ ਕਿਸੇ ਮੈਂਬਰ ਪਾਰਲੀਮੈਂਟ ਨੂੰ ਕੰਮ ਕਰਨ ਦੀ ਲੋੜ ਨਹੀਂ। ਪਤਾ ਹੀ ਆ ਕਿ ਪਿਛਲੀ ਵਾਰੀ ਵੀ ਜਿੱਤੇ ਸੀ ਬਿਨਾਂ ਕੰਮ ਕੀਤੇ, ਅੱਜ ਕੀ ਫਿਰ ਜਿੱਤੇ ਨਾ। ਸੋ ਇਹਨਾਂ ਲਈ ਦੇ ਆਰ ਵੈਰੀ ਸਮਾਰਟ, ਇਹਨਾਂ ਨੂੰ ਕੰਮ ਕਰਨ ਦੀ ਲੋੜ ਕੀ ਹੈ? ਬਸ 4 ਕੰਮ ਇੱਦਾਂ ਦੇ ਕਰ ਛੱਡੋ ਤੇ ਤੁਹਾਡਾ ਫਿਊਚਰ ਜਿਹੜਾ ਬਰਾਈਟ ਆ। ਲੋਕਾਂ ਲਈ ਕੰਮ ਕਰਨ ਦੀ ਲੋੜ ਹੀ ਕੋਈ ਨਹੀਂ। ਮੇਰਾ ਤੇ ਕਹਿਣਾ ਜੀ। ਥੈਂਕ ਯੂ ਜੀ, ਥੈਂਕ ਯੂ। ਨੈਕਸਟ ਹਾਂਜੀ, ਅਗਲੀ ਕਾਲ ਜੀ ਅਮਨਦੀਪ ਜੀ, ਤੁਸੀਂ ਆਉਂਦੇ ਰਹੋ। ਅਮਨਦੀਪ ਜੀ ਗੋ ਹੈਡ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਜੁਗਲ ਜੀ ਦੇਖੋ ਤੁਹਾਡੀ ਗੱਲ ਦੇ ਨਾਲ ਪੀਕੇ ਸਾਹਿਬ ਦੀ ਗੱਲ ਤੇ ਜੋ ਮੰਗਲ ਸਾਹਿਬ ਕਰਦੇ ਨਾ, ਸਾਨੂੰ ਇਮੀਗ੍ਰੇਸ਼ਨ ਦੀ ਰੋਕਣੀ ਚਾਹੀਦੀ। ਇਸ ਨਾਲ ਮੈਂ ਟੋਟਲੀ ਸਹਿਮਤ ਹਾਂ। ਸਾਨੂੰ ਮੇਨ ਚੀਜ਼ ਦੀ ਲੋੜ ਆਏਗੀ ਆ ਇਨਫਰਾਸਟਰਕਚਰ ਦੀ। ਸਾਨੂੰ ਚਾਹੀਦੇ ਨੇ ਹਾਈਵੇਜ਼। ਜਿੱਦਾਂ ਦੇਖੋ ਵੀ ਅਮਰੀਕਾ ਤੇ ਕੈਨੇਡਾ ਆਲਮੋਸਟ ਸੇਮ ਹੈ, ਉੱਥੇ ਵੀ ਉਨੀ ਠੰਡ ਪੈਂਦੀ ਹੈ। ਉਹਨਾਂ ਨੇ ਦੇਖੋ ਹਾਈਵੇਜ਼ ਦਾ ਜਾਮ ਵਿਛਾਇਆ ਹੋਇਆ ਉੱਥੇ।
ਜਿੱਥੇ ਵੀ ਬੰਦੇ ਨੇ ਜਾਣਾ, ਜਿਹਦੇ ਕਰਕੇ ਉਹ ਈਜ਼ੀਲੀ ਉੱਥੇ ਕੰਪਿਊਟ ਕਰ ਸਕਦੇ ਆ। ਸਾਡੇ ਜਿਹੜੇ ਬੰਦੇ ਹੈਗੇ ਮੋਸਟਲੀ ਦੇਖੋ GTA ਦੇ ਵਿੱਚ ਆ ਜਾਂਦੇ, ਉਹਨਾਂ ਨੂੰ ਪਤਾ ਵੀ ਇੱਥੇ ਕਮਿਊਟਿੰਗ ਈਜ਼ੀ ਆ, ਜੋਬਸ ਇੱਥੇ ਮਿਲਣੀਆਂ। ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਉਹ ਵੀ ਪ੍ਰੈਫਰ ਕਰਦੀਆਂ ਨੇ GTA 'ਚ ਜਾਈਏ, ਕਿਉਂਕਿ ਉਹਨਾਂ ਨੂੰ ਪਤਾ ਇੱਥੇ ਲੋਕ ਈਜ਼ਲੀ ਆ ਸਕਦੇ ਹੋ। ਪਿੰਡਾਂ ਦੇ ਵਿੱਚ ਕਿਸੇ ਲਈ ਤੁਸੀਂ ਦੇਖੋ ਨੌਰਦਰਨ ਓਨਟਾਰੀਓ ਚੱਲ ਜਾਓ, ਕਿਸੇ ਥਾਂ 'ਤੇ ਸਨੋ ਪੈ ਜਾਵੇ ਤਾਂ ਉੱਥੇ ਕਿਸੇ ਲਈ ਸਾਰੇ ਹਾਈਵੇ ਜਾਮ ਹੋ ਜਾਂਦੇ। ਕਿਹੜਾ ਬੰਦਾ ਉੱਥੇ ਜਾ ਕੇ ਆਪਣੀ ਇੰਡਸਟਰੀ ਲਾਏਗਾ? ਜਿਹੜਾ ਮੇਨ ਇਹਨਾਂ ਨੂੰ ਫੋਕਸ ਚਾਹੀਦਾ ਨਾ ਵੀ ਇਮੀਗ੍ਰੇਸ਼ਨ 'ਤੇ ਬਣਾਉਣ, ਪਰ ਉਹਨਾਂ ਪੈਸਿਆਂ ਦੇ ਨਾਲ ਲੋਕਾਂ ਦਾ ਵੀ ਕੁਝ ਭਲਾ ਕਰਨ ਤੇ ਹਾਈਵੇ ਬਣਾਉਣ। ਇੱਕੋ ਦੇਖੋ ਸਾਡੇ ਕੋਲ ਹਾਈਵੇ ਆ 401 ਜਿਹੜਾ ਹਮੇਸ਼ਾ ਹੀ ਜਾਮ ਰਹਿੰਦਾ, ਤੇ ਜਿਹੜਾ ਸਾਡਾ ਨਵਾਂ ਹਾਈਵੇ ਬਣਨ ਲੱਗਾ ਉਹ ਪੋਲੀਟੀਸ਼ੀਅਨ ਜਿਹੜੀ ਹੈਗੀ ਆ ਉਹਨਾਂ ਨੇ ਆਪਣੀ ਪੋਲਿਟਿਕਸ ਸ਼ੁਰੂ ਕਰ ਦਿੱਤੀ ਜੀ ਇੱਥੇ ਇੰਨਾ ਖਰਚਾ ਹੋਣਾ, ਇਹਨੂੰ ਬਣਨ ਨਹੀਂ ਦੇਣਾ। ਪਰ ਜਿਹੜੇ ਪੋਲੀਟੀਸ਼ੀਅਨ ਆ ਨਾ ਇਹ ਵੀ ਲੋਕਾਂ ਦਾ ਭਲਾ ਨਹੀਂ ਚਾਹੁੰਦੇ। ਕੋਈ ਮੋਸਟਲੀ ਹੈਗੇ ਰਿਆਲਟਰੀ ਦੇ ਵਿੱਚ ਜਿਨ੍ਹਾਂ ਨੇ ਆਪਣੀ ਜਗ੍ਹਾ ਲਈ ਹੈ ਤੇ ਉਹ ਨਹੀਂ ਚਾਹੁੰਦੇ ਵੀ ਹਾਂ ਵੀ ਲੋਕਾਂ ਦਾ ਭਲਾ ਹੋ ਜਾਵੇ, ਤੇ ਜੇ ਅੱਗੇ ਹੋਰ ਹਾਈਵੇ ਬਣ ਗਏ ਜਿਹੜੇ ਸਾਡੀਆਂ ਪ੍ਰੋਪਰਟੀਆਂ ਉਹਨਾਂ ਦੇ ਪ੍ਰਾਈਸ ਘੱਟ ਜਾਣਗੇ। ਇਹ ਕਾਫੀ ਜ਼ਿਆਦਾ ਇਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਇਹਨਾਂ ਨੂੰ, ਸਪੈਸ਼ਲੀ ਇੰਫਰਾਸਟ੍ਰਕਚਰ ਦੇ ਵਿੱਚ। ਬਿਲਕੁਲ ਸਰ, ਪਰ ਇੰਫਰਾਸਟ੍ਰਕਚਰ ਬਣਾਉਣ ਦਾ ਉਹ ਵਿਜ਼ਨ, ਇੰਫਰਾਸਟ੍ਰਕਚਰ ਬਣਾਉਣ ਦੀ ਉਹ ਤੇਜ਼ੀ ਨਾਲੋਂ ਜ਼ਿਆਦਾ ਕਈ ਲੋਕਾਂ ਨੂੰ ਸਿਰਫ ਆਪਣੀ ਕੁਰਸੀ ਦਾ ਪਈ ਹੋਈ ਹੈ। ਉਹ ਇਹ ਹੁੰਦਾ ਵੀ ਠੀਕ ਹੈ ਜੀ ਮੇਰੀ ਹੁਣ ਆਹ ਕੁਰਸੀ ਮੈਨੂੰ ਮਿਲ ਗਈ ਹੈ, ਹੁਣ ਅਗਲੇ 4 ਸਾਲ ਬਾਅਦ ਕੁਰਸੀ ਕਿੱਦਾਂ ਮਿਲੇ? ਸੋ ਉਹਦੇ ਲਈ ਜੇ ਤੁਸੀਂ ਇੰਫਰਾਸਟ੍ਰਕਚਰ ਤਿਆਰ ਕਰਨਾ ਹੈ, ਕਿਉਂਕਿ ਇੰਫਰਾਸਟ੍ਰਕਚਰ ਤੇ ਹਰ ਪਾਸੇ ਡਿਮਾਂਡ ਹੈ। ਡਿਮਾਂਡ ਇਸ ਵੇਲੇ ਬੈਟਰ ਹਾਊਸਿੰਗ, ਅਫੋਰਡੇਬਲ ਹਾਊਸਿੰਗ ਦੀ ਹੈ। ਡਿਮਾਂਡ ਇਸ ਵੇਲੇ ਕਿ ਮਹਿੰਗਾਈ ਘਟਾਈ ਜਾਵੇ। ਡਿਮਾਂਡ ਤੇ ਹਰ ਤਰ੍ਹਾਂ ਦੀ ਹੈ ਕਿ ਕ੍ਰਾਈਮ ਕਿੱਦਾਂ ਘਟਾਇਆ ਜਾਵੇ। ਡਿਮਾਂਡ ਇਹ ਹੈ ਕਿ ਟ੍ਰਾਂਜ਼ਿਟ ਕਿੱਦਾਂ ਵਧੀਆ ਕੀਤਾ ਜਾਏ, ਇਨਵਾਇਰਨਮੈਂਟ ਨੂੰ ਅਸੀਂ ਕਿੱਦਾਂ ਪ੍ਰੋਟੈਕਟ ਕਰੀਏ, ਹੈਲਥ ਕੇਅਰ ਦੇ ਵਿੱਚ ਜਿਹੜਾ ਕ੍ਰਾਈਸਿਸ ਆਇਆ ਸੀ ਉਹਨੂੰ ਕਿੱਦਾਂ ਸੋਲਵ ਕਰੀਏ, ਬੈਟਰ ਪੇਇੰਗ ਜੌਬਸ ਤੇ ਹੈ ਪਰ ਬੈਟਰ ਪੇਇੰਗ ਜੌਬਸ ਕਿੱਦਾਂ ਅਸੀਂ ਕ੍ਰੀਏਟ ਕਰੀਏ। ਜਿਹੜੇ ਸਮਾਲ ਬਿਜ਼ਨਸਿਸ ਇਸ ਵੇਲੇ ਸਟਰਗਲ ਕਰ ਰਹੇ ਨੇ, ਬਹੁਤ ਸਾਰੇ ਸਮਾਲ ਬਿਜ਼ਨਸ, ਤੁਸੀਂ ਸਮਾਲ ਬਿਜ਼ਨਸ ਓਨਰਸ ਨੂੰ ਪੁੱਛੋ ਉਹਨਾਂ ਦੀ ਆਪਣੀ ਸਟਰਗਲ ਹੈ। ਤੁਸੀਂ ਜਿਹੜਾ ਬੰਦਾ ਜੌਬ ਕਰ ਰਿਹਾ ਉਹਦੀ ਆਪਣੀ ਸਟਰਗਲ ਇਸ ਵੇਲੇ ਚੱਲ ਰਹੀ ਹੈਗੀ ਹੈ। ਸੋ ਦੋਨੋਂ ਬੰਦੇ ਸੈਟਿਸਫਾਈ ਕਿੱਦਾਂ ਕਰਨੇ ਆ ਤੁਸੀਂ? ਇਹਨਾਂ ਸਾਰੀਆਂ ਚੀਜ਼ਾਂ ਲਈ ਤੁਹਾਨੂੰ ਇੱਕ ਵਿਜ਼ਨ ਚਾਹੀਦਾ ਹੈ ਕਿ ਇਮੀਗ੍ਰੇਸ਼ਨ ਵੀ ਨਾ ਅਸੀਂ ਬੰਦ ਕਰੀਏ, ਇਮੀਗ੍ਰੇਸ਼ਨ ਬੰਦ ਕਰਕੇ ਵੀ ਸਾਡਾ ਕੰਮ ਨਹੀਂ ਚੱਲੇਗਾ। ਇਮੀਗ੍ਰੇਸ਼ਨ ਵੀ ਬੰਦ ਨਾ ਕਰੀਏ, ਪਰ ਜਿਹੜੇ ਇਮੀਗ੍ਰੈਂਟਸ ਅਸੀਂ ਲੈ ਕੇ ਆਈਏ ਉਹਨਾਂ ਨੂੰ ਇੱਥੇ ਕੁਆਲਿਟੀ ਆਫ ਲਾਈਫ ਕਿੱਦਾਂ ਉਹਨਾਂ ਦਾ ਬੈਟਰ ਹੋਵੇ। ਜਿਹੜੇ ਐਗਜ਼ਿਸਟਿੰਗ ਲੋਕ ਇਸ ਵੇਲੇ ਰੈਜ਼ੀਡੈਂਟਸ ਨੇ ਕੈਨੇਡਾ ਦੇ, ਜਿਹੜੇ ਆਲਰੇਡੀ ਸਿਟੀਜ਼ਨ ਨੇ, ਜਿਹੜੇ ਇੰਨੇ ਸਾਲਾਂ ਦੇ ਰਹਿ ਰਹੇ ਨੇ, ਉਹਨਾਂ ਦੇ ਕੁਆਲਿਟੀ ਆਫ ਲਾਈਫ ਅਸੀਂ ਕਿੱਦਾਂ ਇੰਪਰੂਵ ਕਰੀਏ। ਦੈਟ ਇਜ਼ ਵਾਟ ਵੀ ਨੀਡ ਟੂ ਡੂ। ਸੋ ਇਹ ਲਗਾਤਾਰ ਬੜੀ ਇਹਨਾਂ ਨੇ ਇਮੀਗ੍ਰੇਸ਼ਨ ਲੈ ਕੇ ਆਏ ਨੇ ਤਾਂ ਕਿ ਆਮ ਬੰਦਾ ਤੇ ਉਹਦੇ ਕੋਲ ਤਾਂ ਟਾਈਮ ਹੀ ਨਹੀਂ ਹੈ। ਉਹ ਸਵੇਰੇ ਉੱਠਦਾ ਹੈ ਵਿਚਾਰਾ ਆਪਣੇ ਇੱਕ ਚੱਕੀ ਦੇ ਵਿੱਚ ਪਿਸਿਆ ਆ, ਉਹ ਸਵੇਰੇ ਉੱਠਦਾ ਹੈ, ਜੌਬ ਤੇ ਜਾਂਦਾ ਹੈ, 8-8 10-10 ਘੰਟੇ ਕੰਮ ਕਰ ਰਿਹਾ। ਆਮ ਬੰਦੇ ਕੋਲ ਟਾਈਮ ਥੋੜੀ ਹੈ। ਉਹਨੂੰ ਤਾਂ ਇਹ ਨਹੀਂ ਪਤਾ ਕਿ ਇਲੈਕਸ਼ਨ, ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਹੁਣੇ ਸਰਵੇ ਕਰਾ ਲਓ ਬਰੈਂਪਟਨ, ਮਿਸਿਸਾਗਾ, ਵੌਨ, ਮਾਰਕਹਮ, ਮੈਂ ਤੁਹਾਨੂੰ ਨੰਬਰ ਹੁਣੇ ਦੱਸ ਦਿੰਦਾ ਹੈ। ਜੇ ਤੁਹਾਨੂੰ 80% ਲੋਕ ਇਹ 4 ਕੁਐਸਚਨ ਦਾ ਜਵਾਬ ਦੇ ਜਾਣ, 80% ਲੋਕ ਤੁਹਾਨੂੰ 4 ਕੁਐਸਚਨ ਦਾ ਜਵਾਬ ਨਹੀਂ ਦੇ ਸਕਣਗੇ। ਸਾਡੇ ਸਕੂਲ ਬੋਰਡ ਦਾ ਟਰਸਟੀ ਕੌਣ ਹੈ, ਸਾਡਾ ਕਾਉਂਸਲਰ ਕੌਣ ਹੈ, ਸਾਡਾ ਰੀਜਨਲ ਕਾਉਂਸਲਰ ਕੌਣ ਹੈ, ਸਾਡਾ MPP ਕੌਣ ਹੈ ਤੇ ਸਾਡਾ MP ਕੌਣ ਹੈ, ਤੇ ਮੇਰੀ ਕਨਸਟੀਟੂਐਂਸੀ ਕਿਹੜੀ ਪੈਂਦੀ ਹੈ ਔਰ ਮੇਰਾ ਵਾਰਡ ਕਿਹੜਾ ਬਣਦਾ ਹੈ। ਤੁਹਾਨੂੰ 80% ਲੋਕਾਂ ਨੂੰ ਇਹੀ ਨਹੀਂ ਪਤਾ ਹੋਏਗਾ, ਕਿਉਂਕਿ ਔਰ ਇਹ ਪੋਲੀਟੀਸ਼ੀਅਨ ਚਾਹੁੰਦੇ ਨੇ, ਇਹਨਾਂ ਨੂੰ ਪਤਾ ਵੀ ਨਾ ਲੱਗੇ 20% 30% ਲੋਕ ਵੋਟਾਂ ਪਾਣ, ਅਸੀਂ ਆਰਾਮ ਦੇ ਨਾਲ ਚੁੱਪਚਾਪ ਜਿੱਤ ਜਾਈਏ, ਚੁੱਪਚਾਪ ਨਾ ਸਾਨੂੰ ਮੀਡੀਆ ਵਾਲਾ ਕੋ ਪੁੱਛੇ, ਮੀਡੀਆ ਵਾਲੇ ਸਾਨੂੰ ਕੋ ਪੁੱਛੇ ਨਾ ਸਵਾਲ, ਤੇ ਆਮ ਲੋਕ ਸਾਨੂੰ ਪੁੱਛ ਨਹੀਂ ਰਹੇ, ਅਸੀਂ ਚੁੱਪਚਾਪ ਆਪਣੀ ਕੁਰਸੀ ਦੇ ਆਪਣੇ। ਔਰ ਸਰ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਸਿਵਾਏ ਬਹੁਤ ਸਾਰੇ ਲੀਡਰਸ, ਕੁਝ ਲੀਡਰਸ ਕੰਮ ਜ਼ਰੂਰ ਕਰਦੇ ਨੇ ਦਿਲੋਂ, ਪਰ ਜ਼ਿਆਦਾਤਰ ਜਿਹੜੇ ਲੀਡਰਸ ਨੇ ਜੋ ਅਸੀਂ ਦੇਖ ਰਹੇ ਹਾਂ ਉਹ ਸਿਰਫ ਇਸ ਗੱਲ ਤੇ ਫੋਕਸ ਹੈ ਕਿ ਹੁਣ ਆਹ ਕੁਰਸੀ ਮੈਨੂੰ ਮਿਲ ਗਈ ਹੈ, 4 ਸਾਲ ਬਾਅਦ ਕਿੱਦਾਂ ਮਿਲੇ, ਜਾਂ ਮੈਂ ਅਗਲੀ ਹੋਰ ਵੱਡੀ ਕੁਰਸੀ ਕਿੱਦਾਂ ਲੈ ਲਵਾਂ। ਜੇ ਮੈਂ ਇਸ ਵੇਲੇ ਸਕੂਲ ਬੋਰਡ ਟਰਸਟੀ ਹਾਂ, ਉਹ ਸਕੂਲ ਬੋਰਡ ਟਰਸਟੀ ਦਾ ਤਾਂ ਕੰਮ ਹੀ ਨਹੀਂ ਕਰ ਰਿਹਾ। ਜੇ ਉਹ ਸਕੂਲ ਬੋਰਡ ਟਰਸਟੀ ਆ, ਉਹ ਕਹਿੰਦਾ ਜੀ ਕਾਉਂਸਲਰ ਦੀ ਕੁਰਸੀ ਤੇ ਨਿਗਾਹ ਉਹਦੀ ਰਹਿੰਦੀ ਹੈ ਕਿ ਕਾਉਂਸਲਰ ਦੀ ਅਗਲੇ ਇਸ ਤੋਂ ਬਾਅਦ ਮੈਂ ਕਾਉਂਸਲਰ। ਉਹ ਸਕੂਲ ਬੋਰਡ ਦਾ ਤਾਂ ਤੁਹਾਨੂੰ ਚੁਣਿਆ ਗਿਆ ਸਕੂਲ ਬੋਰਡ ਟਰਸਟੀ, ਤੁਸੀਂ ਆਹ ਕੰਮ ਤਾਂ ਕਰੋ। ਨਹੀਂ, ਪੈਸੇ ਸਕੂਲ ਬੋਰਡ ਟਰਸਟੀ ਦੇ ਲੈ ਰਹੇ ਨੇ, ਨਿਗਾਹ ਕਾਉਂਸਲਰ ਤੇ ਲੱਗੀ ਹੈ। ਜਦ ਤੱਕ ਬੰਦਾ ਕਾਉਂਸਲਰ ਬਣਦਾ ਹੈ ਉਹ ਕਹਿੰਦਾ ਪੈਸੇ ਕਾਉਂਸਲਰ ਦੇ ਲੈ ਰਿਹਾ, ਨਿਗਾਹ ਮੇਅਰ ਦੀ ਕੁਰਸੀ ਤੇ ਲੱਗੀ ਹੋਈ ਹੈ। ਜਦ ਤੱਕ ਬੰਦਾ ਮੇਅਰ ਬਣਦਾ ਹੈ ਨਿਗਾਹ ਦੀ ਕਿਸੇ ਹੋਰ ਹਾਇਰ ਪੋਸਟ ਤੇ ਲੱਗੀ ਹੋਈ ਹੈ। ਮੈਂ ਤੁਹਾਨੂੰ ਕਹਿ ਰਿਹਾ ਇਹਨਾਂ ਜਿਹੜਾ ਪੋਲੀਟੀਸ਼ੀਅਨ ਆ ਨਾ ਇਹ ਸੇਵਾ ਕਰਨ ਨਹੀਂ ਆਉਂਦੇ, ਇਹ ਇੱਕ ਬਿਜ਼ਨਸ ਦੇ ਹਿਸਾਬ ਨਾਲ ਆਉਂਦੇ ਆ। ਇਹ ਦੇਖਦੇ ਆ ਜੀ ਮੈਂ ਹੁਣ ਇਸ ਪੋਸਟ ਤੇ ਪਹੁੰਚ ਗਿਆ ਕਿ ਮੈਂ ਆਪਣੀ ਪੋਸਟ ਉੱਪਰ ਕਿੱਦਾਂ ਕਰਨੀ, ਮੇਰੀ ਇਨਕਮ ਕਿਸ ਤਰ੍ਹਾਂ ਵਧੇ। ਕਿਤੇ ਸੇਵਾ ਕਰਨੀ ਆ ਦੇਖੋ ਤੇ ਹੋਰ ਵਲੰਟੀਅਰ ਵਰਕ ਬੜਾ ਹੈ। ਪੋਲੀਟੀਸ਼ੀਅਨ ਵੀ ਇੱਕ ਜਿਹਨੂੰ ਕਹਿੰਦੇ ਨਾ ਜੋਬ ਬਣ ਚੁੱਕੀ ਆ, ਉਹ ਬਸ ਤੁਹਾਡੀ ਗੱਲ ਠੀਕ ਹੈ ਜੀ, ਉਹ ਦੇਖਦੇ ਵੀ ਉਹਦੇ ਵਿੱਚ ਪੈਸੇ ਜ਼ਿਆਦਾ ਹੈ, ਉਹਦੇ ਵਿੱਚ ਮੈਨੂੰ ਹੋਰ ਰਿਸਪੈਕਟ ਮਿਲ ਜਾਣੀ ਹੈ, ਮੋਟੇ ਹੋਰ ਜ਼ਿਆਦਾ ਨਾਲ ਜੋੜ ਲਵਾਂਗਾ, ਉਹ ਉਸ ਹਿਸਾਬ ਦੇ ਨਾਲ ਅੱਗੇ ਵੱਧਦੇ ਜਾਂਦੇ। ਅਸੀਂ ਇਹ ਜਿਹੜੀ ਚੀਜ਼ ਹੈਗੀ ਆ ਸਿਰਫ ਇੰਡੀਆ ਕਮਿਊਨਿਟੀ ਨਹੀਂ ਸਾਰਿਆਂ ਦੇ ਵਿੱਚ ਹੀ ਆ। ਦੇਖੋ ਪਹਿਲਾਂ ਗੋਰੇ ਇੱਥੇ ਕੰਮ ਕਰਦੇ ਹੁੰਦੇ ਸੀ, ਹੁਣ ਗੋਰੇ ਵੀ ਜੇ ਦੇਖਿਆ ਜਾਵੇ ਉਹ ਵੀ ਬਸ ਪੋਲੀਟਿਕਸ ਕਰਦੇ ਨੇ ਸਾਰੀ, ਕੋਈ ਕੰਮ ਕਰਕੇ ਕੋਈ ਵੀ ਰਾਜੀ ਨਹੀਂ। ਤੇ ਜੇ ਤਾਂ ਦੇਖੋ ਇਹ ਮੈਂ ਫਿਰ ਉਹੀ ਗੱਲ ਕਰਾਂਗਾ, ਜੇ ਕੈਨੇਡਾ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪ ਹੋ ਜਾਵੇ, ਸਾਡੀ ਹਾਊਸਿੰਗ ਸਸਤੀ ਹੋ ਜੂਗੀ। ਜੇ ਹਾਊਸਿੰਗ ਸਸਤੀ ਹੁੰਦੀ ਹੈ
ਉਹਦੇ ਕਰਕੇ ਲੋਕਾਂ ਦੇ ਕੋਲ 4 ਪੈਸੇ ਬਚਣਗੇ, 4 ਪੈਸੇ ਬਚੇ ਤੇ ਲੋਕਾਂ ਦੀ ਉਹ ਵੀ ਡਿਮਾਂਡ ਘੱਟ ਜਾਏਗੀ, ਸਾਡੇ ਪੈਸੇ ਵਧਾਓ। ਜਦੋਂ ਬਿਜ਼ਨਸਮੈਨ ਨੂੰ ਘੱਟ ਪੈਸੇ ਦੇਣੇ ਪੈਣਗੇ ਤਾਂ ਉਹ ਵੀ ਸਰਵਾਈਵ ਕਰ ਸਕਦਾ। ਅਲਟੀਮੇਟਲੀ ਜਿਹੜੀ ਹਾਊਸਿੰਗ ਬਿਗ ਪ੍ਰੋਬਲਮ ਹੋਈ ਪਈ ਹੈ ਅਸੀਂ ਕੈਨੇਡਾ ਦੇ ਵਿੱਚ, ਹਾਊਸਿੰਗ ਤੇ ਹੈ। ਠੀਕ ਹੈ ਜੀ, ਥੈਂਕ ਯੂ ਅਮਨਦੀਪ ਜੀ, ਬਹੁਤ ਤੁਸੀਂ ਆਪਣੇ ਵਧੀਆ ਵਿਚਾਰ ਰੱਖੇ ਨੇ। ਲਾਸਟ ਕਾਲ ਲਵਾਂਗੇ, ਫਿਰ ਰੈਪ ਅਪ ਕਰਨ ਦੇ ਹੁਕਮ ਆ ਗਏ ਨੇ। ਕਰਮਵੀਰ ਸ਼ੇਰਗਿੱਲ ਸਾਹਿਬ, ਲਾਸਟ ਕਾਲ ਫॉर द ਸ਼ੋ। ਹਾਂਜੀ, ਸਤਿ ਸ਼੍ਰੀ ਅਕਾਲ ਜਦਵੀਰ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੋਂਗਾ ਸਾਹਿਬ। ਸਤਿ ਸ਼੍ਰੀ ਅਕਾਲ ਜਦਵੀਰ ਜੀ, ਜਦੋਂ ਗੱਲ ਚੱਲਦੀ ਇਮੀਗ੍ਰੇਸ਼ਨ ਦੀ, ਮੋਂਗਾ ਸਾਹਿਬ ਨੇ ਵੀ ਕਿਹਾ ਤੇ ਪੀਕੇ ਸਾਹਿਬ ਨੇ ਵੀ ਕਿਹਾ ਵੀ ਆਪਣੀ ਤਾਂ ਜਿਹੜੀ ਬਹੁਤ ਇਕੋਨਮੀ ਡਿੱਗ ਹੀ ਜਾਊਗੀ, ਹਨਾ। ਮੈਂ ਪੁੱਛਣਾ ਚਾਹੁੰਦਾ ਆ ਵੀ ਜਿੱਦਣ 1 ਲੱਖ ਜਾਂ 1.25 ਲੱਖ ਬੰਦਾ ਆਉਂਦਾ ਸੀ ਉਦਣ ਕੈਨੇਡਾ ਬੈਟਰ ਸੀ ਜਾਂ ਆ ਪਿਛਲੇ ਸਾਲ ਇਹਨਾਂ ਨੇ 1 ਮਿਲੀਅਨ ਤੋਂ ਉੱਪਰ ਬੰਦਾ ਸੱਦ ਲਿਆ, ਹੁਣ ਕੈਨੇਡਾ ਬੈਟਰ ਆ? ਸਰ ਮੈਂ ਮੋਗਾ ਸਾਹਿਬ ਇੱਕ ਮਿੰਟ, ਮੈਂ ਇੱਕ ਛੋਟਾ ਜਿਹਾ ਜਵਾਬ ਦੇ ਦਿਆਂ। ਉਸ ਵਕਤ ਕੈਨੇਡਾ ਦੇ ਅੰਦਰ ਯੰਗ ਜਨਰੇਸ਼ਨ ਸੀ, ਅੱਜ 올ਡ ਜਨਰੇਸ਼ਨ ਹੈ। ਅੱਜ ਸਾਨੂੰ ਯੰਗ ਦੀ ਲੋੜ ਹੈ। ਮੋਗਾ ਸਾਹਿਬ ਕਰੈਕਟ ਮੀ ਇਫ ਆਈ ਐਮ ਰੋਂਗ। 100% ਸਹੀ ਹੋ ਸਰ। ਉਸ ਲਈ ਸਾਡੇ ਕੋਲ ਇਹਦੇ ਤੇ ਮੇਰਾ ਇੱਕ ਹੋਰ ਕੁਐਸਚਨ ਆ, ਜਿਹੜੇ ਗਵਰਨਮੈਂਟ ਦੇ ਆંકੜੇ ਆਂਦੇ ਆ, ਮੈਂ ਤਾਂ ਇਹਨਾਂ ਤੇ ਯਕੀਨ ਕਰਨਾ ਵੀ ਛੱਡਤਾ ਹੁਣ, ਹਨਾ। ਤੁਸੀਂ ਕੀ ਕਹਿੰਦੇ ਆ, ਜਿਹੜਾ ਇਨਫਲੇਸ਼ਨ 1 ਪੁਆਇੰਟ ਵਧਾ ਕੇ ਇਹਨਾਂ ਨੇ ਇਹ ਦੱਸਿਆ ਵੀ ਅਸੀਂ ਇਨਫਲੇਸ਼ਨ ਵੱਧ ਗਈ ਆ ਸਾਡੀ ਤੇ ਅਸੀਂ ਇੰਟਰਸਟ ਰੇਟ ਚੱਕਣਾ, ਇਹ ਕੋਈ ਇਸ਼ੂ ਨਹੀਂਗਾ। ਇਹਨਾਂ ਨੇ ਚੱਕਣਾ ਹੀ ਸੀਗਾ, ਇਹਨਾਂ ਨੂੰ ਇੱਕ ਬਹਾਨਾ ਚਾਹੀਦਾ ਸੀ। 1% ਉੱਪਰ ਕਰਕੇ ਮਾਈਂਡ ਲੋਕਾਂ ਦਾ ਚੇਂਜ ਕੀਤਾ, ਜਦ ਕਿ ਆਪਣੇ ਤੋਂ ਉੱਪਰ US ਨੇ ਇੰਟਰਸਟ ਰੇਟ ਆਲਰੇਡੀ ਚੱਕਿਆ ਹੋਇਆ ਸੀ ਤੇ ਇਹਨਾਂ ਨੂੰ ਚੱਕਣਾ ਪੈਣਾ ਸੀ। ਤਾਂ ਕਰਕੇ ਇਹਨਾਂ ਨੇ ਇੱਕ ਆંકੜਾ ਇੱਕ ਨੰਬਰ ਉੱਪਰ ਕਰਕੇ ਪਬਲਿਕ 'ਚ ਇਹ ਦੱਸਤਾ ਵੀ ਹੁਣ ਅਸੀਂ 25 ਕੁਆਟਰ ਚੱਕਾਂਗੇ। ਮੈਂ ਤਾਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਦੇ ਆંકੜਿਆਂ ਤੇ। ਜਿਹੜੀ ਥਰਡ ਪਾਰਟੀ ਹੈ ਜੀ, ਥਰਡ ਪਾਰਟੀ ਇਨਫਲੇਸ਼ਨ ਕਰਦੀ ਹੈ, ਸਿੱਧਾ ਬੈਂਕ ਆਫ ਕੈਨੇਡਾ ਨਹੀਂ ਕਰਦਾ ਸਰ। ਦੋਨੋਂ ਪਾਰਟੀਆਂ ਅਲੱਗ ਅਲੱਗ ਨੇ ਸਰ, ਜਾਣਬੁੱਝ ਕੇ ਨਹੀਂ ਹੋता। +1% ਨਹੀਂ ਸੀ ਸਰ, 0.1 ਸੀਗਾ ਜੀ ਔਰ ਕਲੀਅਰ ਆ ਗਿਆ ਸੀ, ਇਹਦਾ ਕੋਈ ਅਸਰ ਇੰਨਾ ਪੈਣ ਵਾਲਾ ਨਹੀਂ ਹੈ। ਹਾਂ, 7 ਜੂਨ ਨੂੰ ਅਗਰ ਫਿਰ ਵੱਧਦਾ ਤਾਂ ਉਹਦਾ ਅਸਰ ਹੋਣ ਵਾਲਾ ਹੈਗਾ, ਪਰ ਉਸ 0.1% ਨਾਲ ਇੰਨਾ ਵੱਡਾ ਅਸਰ ਹੋਣ ਵਾਲਾ ਨਹੀਂ ਹੈਗਾ ਜੀ। ਮੈਂ ਮੋਹਨ ਸਾਹਿਬ ਸੌਰੀ, ਤੁਹਾਡੇ ਤੋਂ ਪਹਿਲੇ ਮੈਂ ਬੋਲ ਪੈਣਾ। ਨਹੀਂ, ਮੇਰਾ ਪੂਰਾ ਹੋਲਣ ਦੋ, ਤੁਸੀਂ ਦੱਸਿਓ ਸਾਰਾ। ਮੈਂ ਜਿਹੜੀ ਹੈ ਨਾ, ਇਹ ਦੇਖੋ ਇਸ ਗਵਰਨਮੈਂਟ ਦਾ ਫੇਲੀਅਰ ਆ। ਮੈਂ ਤੁਹਾਨੂੰ ਦੱਸਦਾ ਆ ਵੀ ਜਿਹੜੀ ਚੀਜ਼ ਸਿਚੁਏਸ਼ਨ ਆ, ਅਸੀਂ ਇੰਨੇ ਬੰਦੇ ਨਹੀਂ ਸਾਂਭ ਸਕਦੇ। ਸਾਡਾ ਜੇ ਇਸ ਰਫਤਾਰ ਦੇ ਉੱਤੇ ਇਮੀਗ੍ਰੇਸ਼ਨ ਹੋਊਗੀ ਹੈ ਨਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਵੀ ਦੇਖੋਗੇ ਸਟਾਰਟ ਤਾਂ ਹੋ ਗਿਆ ਆ। ਇੱਥੋਂ ਹਰ ਇੱਕ ਕੰਟਰੀ ਦੇ ਵਿੱਚ ਵਾਪਸ ਜਾਣਾ ਵੀ ਸਟਾਰਟ ਹੋ ਚੁੱਕਾ ਆ। ਉਹ ਵੀ ਆંકੜੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਧਣੇ ਸ਼ੁਰੂ ਹੋ ਜਾਣਗੇ। ਜਿੱਥੇ ਰੋਟੀ ਕੱਪੜਾ ਮਕਾਨ ਦੇ ਹੀ ਥੰਦੇ ਪੈ ਜਾਣ, ਉਸ ਕੰਟਰੀ 'ਚ ਤੁਸੀਂ ਰਹਿ ਕੇ ਕੀ ਕਰੋਗੇ? ਇਹ ਜਿਹੜੀ ਸਿਚੁਏਸ਼ਨ 'ਚ ਅੱਜ ਆ ਕੇ ਕੈਨੇਡਾ ਖੜਾ ਆ, ਅੱਜ ਆ ਬੱਚੇ ਆ ਰਹੇ ਆ। ਮੈਂ ਇੱਕ ਦਿਨ ਜਦੋਂ ਪਹਿਲੀ ਵਾਰੀ ਇਹਨਾਂ ਦਾ ਬਹੁਤ ਜ਼ਿਆਦਾ ਸੀਗਾ ਕਰੇਜ ਵੀ ਟਰੂਡੋ ਸਾਹਿਬ ਜਿੱਤ ਜਾਣ, ਤੇ ਮੈਂ ਇੱਕ ਗੱਲ ਕਹੀ ਸੀ, ਮੈਂ ਕਿਹਾ ਇਹੀ ਟਰੂਡੋ ਸਾਹਿਬ ਨੇ ਤੁਹਾਡੇ ਮੂਹਰੇ ਕੰਢੇ ਬੀਜ ਕੇ ਜਾਣੇ ਆ। ਤੁਸੀਂ ਅੱਜ ਸਭ ਤੋਂ ਜ਼ਿਆਦਾ ਜਿਹੜੀਆਂ ਨਾ ਜੋ ਬੈਡ ਵਰਡ ਬੋਲੇ ਜਾਂਦੇ ਆ, ਉਹ ਸਟੂਡੈਂਟ ਹੀ ਟਰੂਡੋ ਸਾਹਿਬ ਲਈ ਬੋਲਦੇ ਆ, ਕਿਉਂਕਿ ਨਾ ਉਹਨਾਂ ਨੂੰ ਪੀਅਰ ਕਰ ਰਹੇ ਆ, ਠੀਕ ਆ, ਨਾ ਉਹਨਾਂ ਦੇ ਕੋਲ ਅੱਜ ਜੌਬ ਆ, ਤੇ ਨਾ ਹੀ ਉਹਨਾਂ ਕੋਲ ਅੱਜ ਰਹਿਣ ਲਈ ਆ, ਤੇ ਨਾ ਹੀ ਅੱਜ ਉਹਨਾਂ ਤੋਂ ਖਾਣ ਲਈ ਆ। ਇਹ ਸਿਚੁਏਸ਼ਨ ਦੇ ਵਿੱਚ ਖੜਾ ਕਿਹਨੇ ਕੀਤਾ? ਮੈਂ ਉਦੋਂ ਹੀ ਕਹਿੰਦਾ ਸੀ, ਮੈਂ ਕਿਹਾ ਇਨਫਰਾਸਟ੍ਰਕਚਰ ਇਹਨਾਂ ਤੋਂ ਹੈ ਨਹੀਂਗਾ, ਨਾ ਇਹਨਾਂ ਤੋਂ ਹਸਪੀਟਲ ਆ, ਨਾ ਇਹਨਾਂ ਤੋਂ ਰੋਡਾਂ ਆ, ਨਾ ਇਹਨਾਂ ਤੋਂ ਕੋਈ ਐਸੀਆਂ ਜਿਹੜੀਆਂ ਘਰ ਆ ਵੀ ਜਿੱਥੇ ਜਾ ਕੇ ਇਹ ਜੇ ਅੱਜ ਇੱਕ ਘਰ ਦੇ ਵਿੱਚ 20 ਜਾਣੇ ਰਹਿਣੇ ਨੂੰ ਮਜਬੂਰ ਹੋਏ ਪਏ ਆ, ਰਾਈਟ। ਇੱਕ ਰੂਮ ਦੇ ਵਿੱਚ 4 ਨਿਆਣੇ ਵਾੜੇ ਆ। ਇਹ ਲਿਵਿੰਗ ਸਟੈਂਡਰਡ ਸੀ ਕੈਨੇਡਾ ਦਾ। ਇਹ ਲਿਆ ਕੇ 10-8 ਸਾਲਾਂ ਦੇ ਵਿੱਚ ਕੰਟਰੀ ਨੂੰ ਕਿੱਥੇ ਖੜਾ ਕਰਤਾ ਆ। ਇਹ ਜਿਹੜੀ ਚੀਜ਼ ਆ ਇਮੀਗ੍ਰੇਸ਼ਨ, ਤੁਸੀਂ ਚਾਹੇ ਮੰਨੋ ਚਾਹੇ ਨਾ ਮੰਨੋ, ਇਹਨਾਂ ਨੂੰ 1.25 ਲੱਖ ਤੇ ਇਮੀਗ੍ਰੇਸ਼ਨ ਆਪਣੀ ਲਿਆਉਣੀ ਪੈਣੀ ਆ। ਜਿੰਨੇ ਬੰਦੇ ਆਏ, ਮੈਂ ਹਜੇ ਵੀ ਕਹਿਣਾ ਵੀ ਜਿੰਨੇ ਬੰਦੇ ਆਏ ਇਹਨਾਂ ਨੂੰ ਸੈਟਲ ਕਰੋ, ਆਪਣੇ ਇਨਫਰਾਸਟ੍ਰਕਚਰ ਤੇ ਧਿਆਨ ਦਿਓ। ਫੇਰ ਜਿੱਦਣ ਤੁਹਾਡੇ ਕੋਲ ਹਾਈਵੇਜ਼, ਤੁਹਾਡੇ ਕੋਲ ਬਾਹਰਲੀਆਂ ਸਿਟੀਆਂ ਦੇ ਵਿੱਚ ਵੀ ਜੋਬਾਂ ਪ੍ਰੋਪਰ ਹੋਣਗੀਆਂ, ਸੱਦ ਲਓ। ਸਾਡੇ ਵੱਲੋਂ ਤਾਂ ਸਾਰਾ ਇੰਡੀਆ ਹੀ ਸੱਦ ਲਓ, ਸਾਰਾ ਚਾਈਨਾ ਹੀ ਸੱਦ ਲਓ, ਪਰ ਤੁਸੀਂ ਪੁਰਾਣੇ ਰਹਿਣ ਵਾਲਿਆਂ ਦੇ ਅੱਜ ਹਾਲਾਤ ਦੇਖੋ ਕੀ ਬਣੇ ਪਏ ਆ। ਲੋਕਾਂ ਦੇ ਘਰਾਂ ਦੇ ਵਿੱਚ ਤਾਂ ਸਿੱਧੇ ਬੰਦੇ ਬਣਨੇ ਸ਼ੁਰੂ ਹੋ ਗਏ ਆ। ਕੋਈ ਸੇਫਟੀ ਆ ਇਹ? ਸੋ ਬਹੁਤ ਬੁਰੇ ਹਾਲ ਆ ਘਰਾਂ ਨੂੰ। ਤੇ ਅੱਜ ਤੁਹਾਡੇ ਘਰਾਂ ਦੇ ਤੇ ਇਕਨੋਮੀ ਤੇ ਨਹੀਂ ਟੌਪਿਕ ਚੱਲਿਆ, ਅੱਜ ਸਰਕਾਰਾਂ ਤੇ ਟੌਪਿਕ ਚੱਲਿਆ। ਲੋਕੀ ਦੁਖੀ ਆ ਇਸ ਚੀਜ਼ਾਂ ਤੋਂ। ਤਾਂ ਕਰਕੇ ਅੱਜ ਕਿਸੇ ਨੇ ਤੁਹਾਡੀ ਰੀਅਲ ਸਟੇਟ ਤੇ ਗੱਲ ਨਹੀਂ ਕੀਤੀ, ਅੱਜ ਕਿਸੇ ਨੇ ਇਕਨੋਮੀ ਤੇ ਗੱਲ ਨਹੀਂ ਕੀਤੀ। ਅੱਜ ਸਾਰਿਆਂ ਨੇ ਇਹ ਗੱਲ ਕੀਤੀ ਵੀ ਇੱਥੇ ਬਣ ਕੀ ਰਿਹਾ ਤੇ ਹੋ ਕੀ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਬਣੂਗਾ ਕੀ। ਸੋ ਵਿਚਾਰ ਇਹ ਕਰਨ ਦੀ ਲੋੜ ਆ। ਇੱਥੋਂ ਹੀ ਆਪਾਂ ਹਿਸਾਬ ਲਾ ਲਈਏ ਵੀ ਲੋਕੀ ਦੁਖੀ ਆ। ਅੱਜ ਕਿਸੇ ਦੀ ਸੇਫਟੀ ਦੇ ਨਾਲ ਪਰਿਵਾਰ ਬੰਦਾ ਅੱਜ ਕੰਮ ਤੇ ਨਿਕਲਦਾ, ਉਹਨੂੰ ਇਹ ਨਹੀਂ ਪਤਾ ਵੀ ਮੇਰਾ ਪਰਿਵਾਰ ਪਿੱਛੇ ਸੇਵ ਆ ਜਾਂ ਨਹੀਂ। ਜੋ ਹਾਲਾਤ ਹੋਏ ਅੱਜ, ਕਿੱਥੇ ਗੱਡੀ ਖੋਹ ਲੈਣੀ ਆ, ਕਿਹੜੇ ਬਾਲਮਾਰ 'ਚ ਖੋਹ ਲੈਣੀ ਆ, ਕਿੱਥੇ ਮਗਰ ਟੱਕਰ ਮਾਰ ਕੇ ਖੋਹ ਲੈਣੀ ਆ। ਕਿਡਨੈਪਿੰਗ ਤੱਕ ਕੇਸ ਆਉਣ ਲੱਗ ਪਏ ਆ। ਡਰੱਗ ਦੇ ਮਾਮਲੇ ਤਾਂ ਤੁਹਾਨੂੰ ਪਤਾ ਹੀ ਆ,
ਕਿਹੜੀਆਂ ਚੀਜ਼ਾਂ ਜਿਹੜੀ ਇੰਡੀਆ ਕਹਿੰਦੇ ਲੋਕੀ ਪੰਜਾਬ ਉੜਤਾ, ਪੰਜਾਬ ਇੱਥੇ ਦੇਖ ਲਓ ਉੜਤਾ ਕੈਨੇਡਾ, ਕਿਹੜੀ ਚੀਜ਼ ਨਹੀਂ ਲੱਭਦੀ ਇੱਥੇ। ਸੋ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਇਮੀਗ੍ਰੇਸ਼ਨ ਵਾਲੇ ਛੱਡੋ, ਇਕੋਨਮੀ ਕਿਤੇ ਨਹੀਂ ਜਾਣੀ ਹੈਗੀ, ਏਦਾਂ ਹੀ ਕੰਟਰੀ ਚੱਲਣੀ ਆ। ਪਰ ਹਜੇ ਇਸ ਵੇਲੇ ਇਹਨਾਂ ਨੂੰ ਇੰਨੇ ਬੰਦਿਆਂ ਦੀ ਲੋੜ ਨਹੀਂਗੀ, ਇਹ ਵਿਚਾਰ ਕਰਨਾ ਚਾਹੀਦਾ ਪੋਲੀਟੀਸ਼ੀਅਨਾਂ ਨੂੰ ਵੀ। ਬਾਕੀ ਜੁੱਧਵੀਰ ਜੀ ਤੁਸੀਂ ਸਾਰੇ ਵਿਚਾਰ ਇੱਥੇ ਦੇ ਦਿਓ। ਥੈਂਕ ਯੂ। ਹਾਂਜੀ पीके जी और पंकज जी आप बहुत चंगा बोलिया सर, बहुत चंगा इन्होंने बोला। मैं यहाँ पे दिल कर रहा जी मैं सुनता रहा हूँ। थैंक यू वेरी मच सर, तुसी बिल्कुल दिल की गल छुई है। लेकिन युद्धवीर जी वाकई इंटरेस्टिंग गल कही है, अज बजाय रियल एस्टेट इकोनॉमी बजाय असं सरकार वाल चल पे और मुद्दा ही एवं बन गया, शुरुआत ही एवं हो गई कि गल दी अज दे शो दी। आई थिंक दिस इज वन ऑफ योर बेस्ट शो ही घंटा जब जी लगाया इतने, दिस इज वन ऑफ योर बेस्ट शो जिंदा दिल नू टच होने वाली गल हुई ने कि यह किया की जाए। बड़ा बुरा हाल है। साढ़े एक दोस्त तुसी भी जानते हो शायद, उन्होंने लेक्चर चोरी होगी किसी सिनेप्लेक्स तो उन्होंने फटाफट कॉल की थी पुलिस ने कहा जी आ जाओ ले लो इंश्योरेंस लो जाओ। उन्होंने ट्रैक की अपनी गड्डी तो उन्होंने कहा जी ए घर के अंदर गैराज अंदर गड्डी खड़ी है, उन्होंने ट्रैक कर ली, कोई मशीन होती है आजकल। तो पुलिस ने कहा डोंट गो क्लोज टू देम, इट इज डेंजरस, जस्ट गो टू योर होम। है हाल है जी। अगले दिन पुलिस गई, तब तक कार उधर गायब हो चुकी सी। हाल होया पे थे इस कंट्री के अंदर, वो जान भी तैयार नहीं है किधरे भी। हॉस्पिटल की गल तो मैं पहले ही दस दी, स्टूडेंट की गल मैं डिस्कस कर ही बैठा। मैनू रियल्टर होते हुए मैनू सच्ची गल है मैनू मीटिंग करने का दिल ही नहीं करता। इस करके नहीं दिल करता कि जी चलो मिल के बिजनेस, इस करके दिल करता है मेरी 7 मीटिंग होंगी ने, उन्होंने अजकल 5 मीटिंग एवं हो रही ने जिन्होंने मैं शक्ल नहीं दिखा पाता, मतलब जिन्हों की शक्ल मैं नहीं देख पाता, जेडे मेरी भुख खत्म कर देंगे ने बेचारे वापिस जाते हैं। मैं दुखी हो जाना, इमोशनल हो जाना, यार मैं बंदे गल्लां कर रहे हैं पर खाते ला ही नहीं सकते। 5 आउट ऑफ 7 सर, 5 आउट ऑफ 7 मैं एवरेज तुहानू दस्सिया जेडे कि आंदे ने बड़ी विनर वापिस चले जाते हैं। की करिए दसो, की करिए दसो, माहौल खराब है। यह चीज बिल्कुल इन्होंने ठीक कही जी वीर जी। सर बिल्कुल जिद्दां तुसीं किहा ही है करमवीर शेरगिल जी, तुहाडी एक एक गल बिल्कुल सही है और तुहाडी गल दे अंदर जिहड़ा आम कनेडियन दा अज दा दर्द है वो झलक रहा है। और साडा जिहड़ा ये टॉपिक हुंदा है इत्थे कोई मैं एक गल जरूर जिक्र कर दवां कि पीके जी और पंकज जी ऑफ कोर्स असीं सारे बिजनेस हैगे आ, लेकिन ये जरूरी नहीं कि असीं सिर्फ अपना कोई सेल्स ही करना रहे हैं। साडी कोशिश हुंदी है कि एक ऑनेस्ट डायलॉग करिए, ऑनेस्ट डायलॉग ऑनेस्ट डिस्कशन करिए, वो फिर रियल स्टेट से है, इकोनॉमी से है। और जो भी अज असीं डिस्कशन कर रहे हैं बिल्कुल ये किते ना किते नो डाउट असीं सवाल इमीग्रेशन ते खड़े कर रहे हैं कि होनी चाहिए है, कितनी होनी चाहिए है, या साडे पॉलिटिशियंस की करना चाहिए, बट किते ना किते हाउसिंग दे नाल साडी रोज़ दीयां ज़रूरतां दे नाल जुड़िया होया है। ठीक है जी, नैक्सट वीक एक मैं चीज़ एड्रैस करना चाहांगा और पंकज जी और पीके जी तुसीं जरूर दसना कि ਸਾਡੇ ਨਾਲ ਦੀ ਗੁਆਂਢੀ ਕੰਟਰੀ ਅਮਰੀਕਾ ਦੇ ਵਿੱਚ ਜਿਹੜਾ ਘਰ ਇੱਥੇ 2 ਮਿਲੀਅਨ ਦਾ ਹੈ ਉਹ ਘਰ ਉੱਥੇ 5 ਲੱਖ 6 ਲੱਖ ਦਾ ਮਿਲ ਜਾਂਦਾ। ਹਾਂ ਇਹ ਤਾਂ ਦੁੱਖ ਦੀ ਗੱਲ ਹੈ ਬੜੀ ਵੱਡੀ ਸਰ। 5 ਲੱਖ ਦਾ ਘਰ ਹੈ ਜਿਹੜਾ ਇੱਥੇ 2 ਮਿਲੀਅਨ ਦਾ ਹੈਗਾ, ਅਗਰ ਤੁਸੀਂ ਕਰੰਸੀ ਐਕਸਚੇਂਜ ਵੀ ਕਰ ਲਓ ਤੇ ਜਿਹੜਾ 5 ਲੱਖ ਦਾ ਘਰ ਹੈ ਉਹ 6.5 ਲੱਖ ਦਾ ਬੰਦਾ ਹੈਗਾ ਤੇ ਇੱਥੇ 2 ਮਿਲੀਅਨ ਦਾ ਘਰ ਹੈ। ਗੱਲ ਹੀ ਨਹੀਂ ਸਮਝ ਉੱਥੇ ਆ ਕੇ ਸਾਨੂੰ ਲੱਗਦਾ ਕਿ ਇੱਥੇ ਮੋਜਾ ਹੀ ਮੋਜਾ ਨੇ। ਉੱਥੇ ਜਦੋਂ ਲੋਕ ਸੁਣਦੇ ਨੇ, ਇੱਥੇ ਮੇਰੇ ਦੋਸਤ ਹੈਗੇ ਨੇ ਉੱਥੇ ਸੁਣਦੇ ਨੇ 2 ਮਿਲੀਅਨ ਦਾ ਘਰ, ਕਮਾਲ ਹੋ ਗਈ। ਕਮਾਈ ਕਿ ਨਹੀਂ, ਅਸੀਂ ਕਹਿੰਦੇ ਕਮਾਈ ਤੁਹਾਡੇ ਤੋਂ ਘੱਟ ਹੈ। ਇਹ ਤੇ ਹਾਲ ਹੈ। ਯੂ ਆਰ ਵੈਰੀ ਰਾਈਟ ਯੁੱਧਵੀਰ ਜੀ। ਜੀ ਮੇਰੇ ਕਜ਼ਨ ਆਇਆ ਸਰ, ਅਸੀਂ ਦੋਨੋਂ ਜਣਿਆਂ ਨੇ ਇਕੱਠੇ ਇੰਜੀਨੀਅਰਿੰਗ ਕੀਤੀ ਹੈ ਔਰ ਉਹਦਾ ਨਾਮ ਯੁਗਿੰਦਰ ਸਿੰਘ ਚੌਹਾਨ ਹੈ, ਮੇਰਾ ਯੁੱਧਵੀਰ ਸਿੰਘ ਜਸਵਾਲ ਹੈ। ਸਾਡੇ ਰੋਲ ਨੰਬਰ ਵੀ ਕਿਉਂਕਿ ਦੋਨਾਂ ਦਾ ਨਾਮ ਵਾਈ ਤੋਂ ਸੀਗਾ, ਯੁੱਧਵੀਰ ਸਿੰਘ ਜਸਵਾਲ ਤੇ ਯੁਗਿੰਦਰ ਸਿੰਘ ਚੌਹਾਨ, ਤੇ ਸਾਡੇ ਰੋਲ ਨੰਬਰ ਵੀ ਬਿਲਕੁਲ ਅੱਗੇ ਪਿੱਛੇ ਸੀਗੇ। ਦੋਨੇ ਅਸੀਂ 4 ਸਾਲ ਇਕੱਠੇ ਰਹੇ ਹਾਂ, ਉੱਥੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ। ਉਹ US 'ਚ ਹੈ, ਮੈਂ ਇੱਥੇ ਕੈਨੇਡਾ 'ਚ। ਉਹ ਇੱਥੇ ਵੀਕਐਂਡ ਮੇਰੀ ਮਾਸੀ ਜੀ ਨੂੰ ਨਾਲ ਲੈ ਕੇ ਇੱਥੇ ਆਇਆ ਹੋਇਆ ਸੀਗਾ। ਉਹ ਮੇਰੇ ਕੋਲੋਂ 3 ਦਿਨੋਂ 21 ਸਵਾਲ ਮੈਨੂੰ ਪੁੱਛੀ ਜਾਵੇ, ਹਰ 10 ਮਿੰਟ ਬਾਅਦ ਅਸੀਂ ਗੱਡੀ 'ਚ ਬੈਠੀਏ, ਅਸੀਂ ਖਾਣਾ ਖਾਣ ਬੈਠੀਏ, ਅਸੀਂ ਉਹ ਕਹਿੰਦਾ ਬਸ ਸਾਰੇ US ਕਿਉਂਕਿ ਉਹ IT ਸੈਕਟਰ 'ਚ ਉਹਨੇ ਮਕੈਨੀਕਲ ਇੰਜੀਨੀਅਰਿੰਗ ਤੋਂ IT ਕਰ ਲਈ ਹੈ, ਉਹ ਬੜੀ ਉੱਥੇ ਵਧੀਆ ਕੰਮ ਕਰ ਰਿਹਾ। ਉਹ ਕਹਿੰਦਾ ਮੈਨੂੰ ਯਾਰ ਯੁੱਧਵੀਰ ਇਹ ਹਜੇ ਤੱਕ ਸਮਝ ਹੀ ਨਹੀਂ ਆ ਰਿਹਾ। ਕਹਿੰਦਾ ਮੈਂ ਬਹੁਤ ਸੋਚ ਕੀਤੀ ਹੈ, ਇੰਜੀਨੀਅਰ ਹੈ, ਵੈਰੀ ਇੰਟੈਲੀਜੈਂਟ, ਥਰੂ ਆਊਟ ਡਿਸਟਿੰਕਸ਼ਨ ਹੋਲਡਰ ਹੈ, ਹਰ ਸਮੈਸਟਰ ਡਿਸਟਿੰਕਸ਼ਨ ਹੈ ਉਹਦੀ, ਥਰੂ ਆਊਟ ਡਿਸਟਿੰਕਸ਼ਨ, ਬੜਾ ਇੰਟੈਲੀਜੈਂਟ ਆ ਉਹ। ਮੇਰੇ ਮਾਸੀ ਜੀ ਦਾ ਲੜਕਾ, ਅਸੀਂ ਇਕੱਠੇ ਰਹੇ ਉੱਥੇ ਵੀ ਹੁਣ ਵੀ। ਤੇ ਮੈਨੂੰ ਕਹਿੰਦਾ ਯਾਰ ਯੁੱਧਵੀਰ ਮੇਰੀ ਸਮਝ ਤੋਂ ਬਾਹਰ ਹੈ। ਕਹਿੰਦਾ ਵੀ ਇਹ ਕਿੱਦਾਂ ਤੁਹਾਡਾ, ਕਹਿੰਦਾ ਆਹ ਘਰ ਜੇ ਮੈਂ ਕੋਈ ਇਮੈਜਿਨ ਕਰਾਂ ਵੀ ਆਹ ਘਰ ਤੁਹਾਡਾ 2 ਮਿਲੀਅਨ ਦਾ, ਇਹ ਘਰ ਮੈਂ ਉੱਥੇ ਸੇਮ ਘਰ ਸੇਮ ਸਾਈਜ਼ਿੰਗ ਮੈਂ ਤੁਹਾਨੂੰ 6.5 ਲੱਖ ਦਾ ਦਵਾ ਦਾਂਗਾ। ਔਰ ਉਹਨੇ ਇਹ ਵੀ ਕਿਹਾ ਹੈਗਾ ਹੈ ਕਿ ਉਹ ਕਹਿੰਦਾ ਜੀ ਦੇਖੋ ਜਿਹੜਾ ਘਰ ਮਤਲਬ ਕਿ ਉਹ ਕਹਿੰਦਾ ਵੀ ਜੇ ਉੱਥੇ ਤੁਸੀਂ ਗੱਲ ਕਰਨੀ ਹੈ ਵੀ 2, 2.5, 3 ਮਿਲੀਅਨ ਦਾ ਘਰ ਲੈਣਾ ਹੈ, ਉਹ ਕਹਿੰਦਾ ਮੈਂ ਤੁਹਾਨੂੰ ਘਰ ਦਿਖਾਵਾਂਗਾ, ਤੁਹਾਨੂੰ ਸਮਝ ਨਹੀਂ ਆਏਗੀ ਵੀ ਇੰਨਾ ਵਧੀਆ ਘਰ ਕਿੱਦਾਂ ਹੈ। ਤੇ ਉਹ ਕਹਿੰਦਾ ਮੇਰੀ ਅੱਛਾ ਫਿਰ ਅਸੀਂ ਕੰਪੈਰੀਜ਼ਨ ਸ਼ੁਰੂ ਕਰਤਾ ਨਿਆਗਰਾ ਫਾਲ ਏਰੀਆ 'ਚ ਕਿ ਨਿਆਗਰਾ ਫਾਲ ਦੇ ਉੱਤੇ ਜਿਹੜਾ ਬਾਰਡਰ ਹੈ ਪਰਲੇ ਪਾਸੇ ਬਫਲੋ ਦੇ ਵਿੱਚ ਕੀ ਸਟੇਟਸ ਹੈ ਤੇ ਇੱਥੇ। ਸਰ ਤੁਸੀਂ ਬਾਰਡਰ ਕ੍ਰਾਸ ਕਰੋ, ਘਰ ਦੀ ਕੀਮਤ ਹੀ ਬਦਲ ਜਾਏਗੀ। ਤੁਸੀਂ ਜਿਹੜਾ ਘਰ ਇੱਥੇ ਤੁਸੀਂ ਮਿਲੀਅਨ ਦਾ ਲੈ ਰਹੇ ਹੋ, ਜਿਹੜਾ ਘਰ ਇੱਥੇ ਮਿਲੀਅਨ ਦਾ ਲੈ ਰਹੇ ਹੋ, ਉਹੀ ਘਰ ਤੁਹਾਨੂੰ ਬਾਰਡਰ ਕ੍ਰਾਸ ਕਰਦਾ ਹੀ 4 ਲੱਖ ਦਾ ਮਿਲ ਰਿਹਾ। ਇਹ ਕਿੱਦਾਂ ਹੋ ਗਿਆ? ਇਹ ਕਿੱਦਾਂ ਪੋਸੀਬਲ ਹੋ ਗਿਆ? ਵੀ ਬਿਲਕੁਲ ਨਾਲ ਹੈ
ਸੋ ਬਹੁਤ ਇਹਦੇ ਤੇ ਸਵਾਲ ਨੇ। ਖੈਰ ਅਗਲੇ ਹਫਤੇ ਇਹਨਾਂ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ। ਅੱਜ ਵਕਤ ਇਜਾਜ਼ਤ ਨਹੀਂ ਦਿੰਦਾ। ਬਾਕੀ ਸਾਰੇ ਕਾਲਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਪੰਕਜ ਜੀ, ਫੋਨ ਨੰਬਰ ਐਂਡ ਸਰਵਿਸਿਜ਼ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਜੀ ਬਿਲਕੁਲ ਵੀਰ ਜੀ, ਕਿਸੇ ਤਰ੍ਹਾਂ ਦੀ ਵੀ ਅਗਰ ਫਾਈਨੈਂਸ਼ੀਅਲ ਪਲੈਨਿੰਗ, ਮੈਂ ਇੱਕ ਫਾਈਨੈਂਸ਼ੀਅਲ ਪਲੈਨਰ ਹਾਂ ਜੀ, ਸੋ ਕਿਸੇ ਤਰ੍ਹਾਂ ਦੀ ਵੀ ਫਾਈਨੈਂਸ਼ੀਅਲ ਪਲੈਨਿੰਗ ਦੀ ਨੀਡ ਹੈ ਜਿਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਕੋਈ ਇੱਕ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਵਰਡ ਤਾਂ ਯੂਜ਼ ਕਰ ਲੈਂਦੇ ਹਾਂ, ਲੇਕਿਨ ਉਹਦੇ 'ਚ ਪਤਾ ਨਹੀਂ ਕੀ ਕੀਤਾ ਜਾ ਸਕਦਾ ਹੈ। ਮਤਲਬ ਬੇਸਿਕਲੀ ਇੱਕ ਫਾਈਨੈਂਸ਼ੀਅਲ ਗੋਲ ਸੈੱਟ ਕਰਕੇ ਉਹਨੂੰ ਕਿਵੇਂ, ਉਹ ਸਟ੍ਰੈਟਜੀ ਨੂੰ ਚਲਾ ਕੇ ਤੇ ਕਿਵੇਂ ਅਸੀਂ ਐਂਡ ਤੱਕ ਉਹਨੂੰ ਲਿਜਾ ਸਕਦੇ ਹਾਂ ਹੁਣੇ ਤੋਂ। ਉਹਦੇ 'ਚ ਪ੍ਰੋਟੈਕਸ਼ਨ ਵੀ ਆ ਜਾਏਗੀ, ਉਹਦੇ 'ਚ ਫਾਈਨੈਂਸ ਵੀ ਆ ਜਾਣਗੇ, ਉਹਦੇ 'ਚ ਗੋਲ ਵੀ ਆ ਜਾਣਗੇ ਤੁਹਾਡੇ, ਡੈਟ ਮੈਨੇਜ ਕਿਵੇਂ ਹੋਏਗਾ, ਇਨਵੈਸਟਮੈਂਟ ਪਲੈਨਿੰਗ ਕਿਵੇਂ ਹੋਏਗੀ, ਰਿਟਾਇਰਮੈਂਟ, ਟੈਕਸ ਪਲੈਨਿੰਗ ਕੀ ਹੋਏਗੀ, ਇਹ ਸਾਰਾ ਕੁਝ ਐਸ ਫਾਈਨੈਂਸ਼ੀਅਲ ਪਲੈਨਿੰਗ 'ਚ ਆ ਜਾਂਦਾ ਹੈ। ਔਰ ਮੈਂ ਇੱਕ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਹਾਂ। ਸੋ ਕਿਸੇ ਤਰ੍ਹਾਂ ਦੀ ਵੀ ਤੁਹਾਡੀ ਕੋਈ ਨੀਡ ਹੈ, ਕੋਈ ਵੀ ਤਰ੍ਹਾਂ ਦੀ ਇੰਸ਼ੋਰੈਂਸ ਹੈ, ਇਨਵੈਸਟਮੈਂਟ ਹੈ, ਫਾਈਨੈਂਸ਼ੀਅਲ ਪਲੈਨਿੰਗ ਹੈ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6472851007 647 285 1007। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਜੀ। ਜੀ ਪੀਕੇ ਜੀ। ਜੀ ਯੁਧਵੀਰ ਜੀ, ਮੈਂ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ ਸੀਗਾ ਕਿ 27 ਮਈ ਦੈਟ ਇਜ਼ ਸੈਟਰਡੇ 12 to 6 6 ਘੰਟੇ ਵਾਸਤੇ ਅਸੀਂ ਕੈਮਰੋਸਟ ਬਿਲਡਰ ਉਹਦੇ ਰੈਗੂਲਰ ਵਾਸਤੇ ਅਸੀਂ ਇੱਕ ਸਪੈਸ਼ਲ 1 day ਸੇਲ ਕੱਢੀ ਹੈਗੀ। 2 bedroom ਲੈਸ ਦੈਨ 1 million ਰੈਗੂਲਰ ਦੇ ਅੰਦਰ। ਸਿਰਫ ਇਟ ਇਜ਼ ਅ 6 hour ਸੇਲ। ਜੂਨੀਅਰ ਬੈਡਰੂਮਸ ਨੇ ਹੈ, 2 bedroom ਦਾ ਯੂਨਿਟ ਹੈਗਾ। ਔਰ ਉਹੀ ਕੈਮਰੋਸਟ ਜਿਹਨੇ ਐਕਸਚੇਂਜ ਬਣਾਇਆ, ਬੜਾ ਰਿਕਾਰਡ ਨਵੇਂ ਬਣਾਏ ਉਹਦੇ ਅੰਦਰ, ਔਰ ਇੱਕ ਹਿਸਟਰੀ ਕ੍ਰੀਏਟ ਕੀਤੀ ਸੀ ਉਹਨਾਂ ਦਾ। ਰੈਗੂਲਰ ਜਿਹਦੇ ਅੰਦਰ ਮੈਂ ਟੌਪ ਪ੍ਰੋਡਿਊਸਰ ਹੈਗਾ, ਮੈਂ ਲੋਕਾਂ ਨੂੰ 1 ਲੱਖ ਤੱਕ ਦੇ ਡਿਸਕਾਊਂਟ ਦਿਲਵਾਏ ਨੇ। ਮੈਂ ਉਹਨੂੰ ਰਿਕੁਐਸਟ ਕਰਕੇ 6 hour ਸੇਲ, ਓਨਲੀ 6 hour ਸੇਲ, 27 ਮਈ 12 to 6। ਐਡਰੈਸ ਨੋਟ ਕਰ ਲਓ ਤੁਸੀਂ। ਅਗਰ ਨਹੀਂ ਵੀ ਲੈਣਾ, ਮੈਨੂੰ ਵੀ ਮਿਲਣਾ ਹੈ, ਮੇਰੀ ਪੂਰੀ ਟੀਮ ਮੇਰੇ ਨਾਲ ਉੱਥੇ ਹੋਏਗੀ। ਔਰ ਸਾਡੇ ਟੀਮ ਸਬਰਵਾਲ ਦੇ ਕੁਝ ਮੈਂਬਰ ਬਾਹਰ ਖੜੇ ਹੋਣਗੇ ਤੁਹਾਨੂੰ ਰਿਸੀਵ ਕਰਨ ਵਾਸਤੇ ਬਿਲਡਿੰਗ ਦੇ ਥੱਲੇ। ਤੁਸੀਂ ਆਓਗੇ, ਤੁਹਾਡੀ ਕਾਰ ਪਾਰਕ ਕਰਾਤੀ ਜਾਏਗੀ ਫ੍ਰੀ। ਉੱਤੇ ਸਨੈਕਸ ਵਗੈਰਾ ਸਾਡੇ ਨਾਲ ਲਓ ਤੁਸੀਂ। ਮੈਂ 6 ਘੰਟੇ ਉੱਥੇ ਹੋਵਾਂਗਾ ਮੇਰੀ ਟੀਮ ਦੇ ਨਾਲ 12 to 6। ਆਈ ਵਿਲ ਗਿਵ ਯੂ ਦਾ ਐਡਰੈਸ 95 ਸੈਂਟ ਕਲੇਅਰ ਵੈਸਟ, ਟੋਰਾਂਟੋ। 95 ਸੈਂਟ ਕਲੇਅਰ ਵੈਸਟ, ਟੋਰਾਂਟੋ। ਉੱਥੇ ਆਓ ਤੁਸੀਂ। 3rd ਫਲੋਰ ਤੇ ਸੇਲ ਸੈਂਟਰ ਹੈ, 16ਵੇਂ ਫਲੋਰ ਤੇ ਉਹਨਾਂ ਦਾ ਆਫਿਸ ਹੈ, ਕੈਮਰਾਸ ਦੀ ਬਿਲਡਿੰਗ ਹੈਗੀ। ਇੱਕੋ ਦਿਨ 6 ਘੰਟੇ ਵਾਸਤੇ। ਫਿਰ ਬਾਅਦ ਵਿੱਚ ਤੁਸੀਂ ਕਹੋਗੇ ਅਸੀਂ ਮਿਸ ਕਰ ਗਏ। ਮੈਂ ਨਹੀਂ ਕਹਿ ਰਿਹਾ ਜ਼ਰੂਰੀ ਤੁਸੀਂ ਲੈਣਾ ਹੈਗਾ, ਅਗਰ ਮਿਲਣਾ ਵੀ ਹੈਗਾ, ਹੋਰ ਗੱਲਾਂ ਵੀ ਕਰਨੀਆਂ ਨੇ, ਕਿਉਂਕਿ ਸੈਟਰਡੇ ਨੂੰ ਮੈਂ ਆਫਿਸ ਵਿੱਚ ਨਹੀਂ ਹੋਵਾਂਗਾ, ਇਸ ਕਰਕੇ ਮੈਂ ਮੀਟਿੰਗ ਨਹੀਂ ਕਰ ਪਾਵਾਂਗਾ। ਤੁਸੀਂ ਉੱਥੇ ਆ ਕੇ ਬੇਸ਼ੱਕ ਮੈਨੂੰ ਮਿਲ ਸਕਦੇ ਹੋ। 12 to 6 27th of May, ਪੀਕੇ ਸਬਰਵਾਲ ਵਿਦ ਹਿਸ ਟੀਮ। ਇਹ ਐਡਰੈਸ ਮੈਂ ਫਿਰ ਦੇ ਰਿਹਾ, ਤੁਹਾਨੂੰ ਰਜਿਸਟਰ ਕਰਨ ਦੀ ਲੋੜ ਨਹੀਂ ਹੈਗੀ। ਓਪਨ ਹਾਊਸ ਤੁਸੀਂ ਬੇਸ਼ੱਕ ਆ ਜਾਓ ਤੇ ਸਾਰੇ ਬੰਦੇ ਥੱਲੇ ਮਿਲਣਗੇ। ਟੀਮ ਸਬਰਵਾਲ, ਜਸਟ ਆਸਕ ਫॉर ਪੀਕੇ ਸਬਰਵਾਲ ਔਰ ਟੀਮ ਸਬਰਵਾਲ, दैट्स ऑल। 95 सेंट क्लेयर वेस्ट, टोरंटो। 95 सेंट क्लेयर वेस्ट, टोरंटो। जी युद्धवीर जी, थैंक यू वेरी मच। ਥੈਂਕ ਯੂ ਪੀਕੇ ਜੀ ਐਂਡ ਥੈਂਕ ਯੂ ਪੰਕਜ ਜੀ। ਔਰ ਅਗਲੇ ਹਫਤੇ ਇਸੇ ਤਰ੍ਹਾਂ ਸਾਡੀ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਥੈਂਕ ਯੂ ਸੋ ਮਚ। ਥੈਂਕ ਯੂ।